ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਥਿੰਨ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਫਰ ਟੀਵੀ ਦੇ ਪ੍ਰੋਗਰਾਮ ਰੰਗ ਬਰੈਂਪਟਨ ਦੇ ਵਿੱਚ। ਜਿਵੇਂ ਕਿ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਆ ਕਿ ਆਪਾਂ ਨਵਾਂ ਰੰਗ ਲੈ ਕੇ ਆਉਂਦੇ ਹਾਂ ਹਰ ਵਾਰੀ। ਇਸ ਵਾਰੀ ਰੰਗ ਲੈ ਕੇ ਆਏ ਆ ਜਿਸ ਵਿੱਚ ਸਾਡੇ ਨਵੇਂ ਆਉਂਦੇ ਸਟੂਡੈਂਟਸ ਨੂੰ ਜਾਂ ਜਿਹੜੇ ਨਵੇਂ ਲੋਕ ਆ ਰਹੇ ਆ ਜਿਨ੍ਹਾਂ ਨੂੰ ਆਪਣੀ ਫੀਲਡ ਰਿਲੇਟਡ ਜੋਬ ਲੱਭਣ 'ਚ ਜਾਂ ਕੋਈ ਅੱਛੀਆਂ IT ਰਿਲੇਟਡ ਜੋਬ ਲੱਭਣ 'ਚ ਪ੍ਰੋਬਲਮਸ ਹੁੰਦੀਆਂ, ਉਹ ਕਿੱਦਾਂ ਉਹਨਾਂ ਤੋਂ ਬਚ ਸਕਦੇ ਆ, ਕਿਵੇਂ ਇੱਕ ਵਧੀਆ ਜੋਬ ਲੱਭ ਸਕਦੇ ਆ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ, ਚਾਹੇ ਉਹਨਾਂ ਕੋਲ ਇੰਡੀਆ ਤੋਂ ਐਕਸਪੀਰੀਅੰਸ ਹੋਵੇ। ਤਾਂ ਸਾਡੇ ਨਾਲ ਇਸ ਮੁੱਦੇ ਤੇ ਅੱਜ ਗੱਲਬਾਤ ਕਰਨ ਲਈ ਮੌਜੂਦ ਨੇ ਗੁਰਪ੍ਰੀਤ ਬਾਜਵਾ ਜੀ। ਗੁਰਪ੍ਰੀਤ ਬਾਜਵਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਿੰਦਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਇੱਥੇ ਅੱਜ ਇਨਵਾਈਟ ਕੀਤਾ ਆਪਣੇ ਪ੍ਰੋਗਰਾਮ ਬਰੈਂਪਟਨ ਰੰਗ ਦੇ ਵਿੱਚ, ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਮੈਂ ਵਾਕਈ ਬੜਾ ਲੱਕੀ ਮਹਿਸੂਸ ਕਰਦਾ ਤੁਹਾਡੇ ਨਾਲ ਬਹਿ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਗੁਰਪ੍ਰੀਤ ਜੀ, ਗੱਲ ਆਪਾਂ ਸ਼ੁਰੂਆਤ ਕਰਾਂਗੇ ਜਦੋਂ ਵੀ ਆਪਾਂ ਨਾ ਕਿ ਕੋਈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਆਪਾਂ ਪਿਛੋਕੜ ਜ਼ਰੂਰ ਪੁੱਛਦੇ ਹਾਂ ਨਾ ਕਿ ਆਪਣੇ ਗੈਸਟ ਦਾ। ਆਪਣੇ ਪਿਛੋਕੜ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੋਇਆ, ਕਿਹੜੇ ਸ਼ਹਿਰ ਤੋਂ ਪੰਜਾਬ ਤੋਂ ਬਿਲੋਂਗ ਕਰਦੇ ਆ, ਤੇ ਕੈਨੇਡਾ ਕਦੋਂ ਆਏ? ਮੇਰਾ ਡਿਸਟ੍ਰਿਕਟ ਗੁਰਦਾਸਪੁਰ। ਹਾਂਜੀ। ਜੋੜਾ ਛਿਤਰਾ ਮੇਰਾ ਪਿੰਡ ਹੈ, ਗੁਰਦਾਸਪੁਰ ਤੋਂ 10 ਕਿਲੋਮੀਟਰ ਦੂਰ ਹੈ। ਅੱਛਾ ਜੀ। ਤੇ ਉੱਥੇ ਮਤਲਬ ਸਾਡਾ ਕੈਨੇਡਾ ਦਾ ਪ੍ਰੋਗਰਾਮ ਕੁਝ ਬਣਿਆ ਸੀਗਾ 2010 ਦੇ ਵਿੱਚ। ਠੀਕ ਹੈ ਤੇ ਜੀ। 2011 ਦੇ ਵਿੱਚ ਅਸੀਂ ਜਿਹੜੇ ਸੀਗੇ ਕੈਨੇਡਾ ਆ ਗਏ ਸੀਗੇ, ਜੁਲਾਈ 2011 ਦੇ ਵਿੱਚ। ਤੇ ਜੇ ਬਾਜਵਾ ਸਾਹਿਬ ਮੈਂ ਗੱਲ ਕਰਾਂ ਤਾਂ ਇੰਡੀਆ 'ਚ ਤੁਸੀਂ ਕੀ ਕਰਦੇ ਹੁੰਦੇ ਸੀ, ਪੰਜਾਬ 'ਚ ਕੀ ਕਰਦੇ ਹੁੰਦੇ ਸੀ, ਤੇ ਕੀ ਸਟੱਡੀ ਕੀਤੀ ਉੱਥੋਂ? ਉੱਥੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਕੰਪਿਊਟਰ ਸਾਇੰਸ ਦੇ ਵਿੱਚ। ਅੱਛਾ ਜੀ। ਤੇ ਜਦੋਂ ਪੜ੍ਹਦਾ ਸੀਗਾ ਉਦੋਂ ਵੀ ਅਸੀਂ ਜਿਹੜੇ ਆ ਮੈਂ ਕਾਫੀ ਜੌਬਸ ਕੀਤੀਆਂ, ਜਿੱਦਾਂ ਰਿਲਾਇੰਸ ਦੇ ਵਿੱਚ ਸੀਗਾ, ਟਾਟਾ ਦੇ ਨਾਲ ਕੰਮ ਕੀਤਾ ਕਾਫੀ ਦੇਰ। ਠੀਕ ਹੈ ਜੀ। ਫਿਰ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਫੁੱਲ ਟਾਈਮ ਟਾਟਾ ਦੇ ਨਾਲ ਜੁਆਇਨ ਕੀਤਾ। ਟਾਟਾ ਇੰਡੀਗੋ ਜਿਹੜੀ ਸੀ ਉੱਥੇ ਕੰਪਨੀ ਸੀ, ਮੋਬਾਈਲ ਟੈਲੀਕਮਿਊਨੀਕੇਸ਼ਨ ਕੰਪਨੀ। ਤੇ ਉਸ ਤੋਂ ਬਾਅਦ ਫਿਰ ਮੈਂ ਗਵਰਨਮੈਂਟ ਦੇ ਨਾਲ 5 ਸਾਲ ਕੰਮ ਕੀਤਾ। ਪੜ੍ਹਾਇਆ ਵੀ ਹੈ ਗਵਰਨਮੈਂਟ ਸੈਕਟਰ ਦੇ ਵਿੱਚ। ਗਵਰਨਮੈਂਟ ਸੈਕਟਰ ਦੇ ਵਿੱਚ IT ਦੇ ਵਿੱਚ ਵੀ 4 ਸਾਲ ਮੈਂ ਜੌਬ ਕੀਤੀ ਇੱਥੇ। ਉਹ ਕਿਹੜੇ ਡਿਪਾਰਟਮੈਂਟ 'ਚ ਕਰਦੇ ਸੀ ਤੁਸੀਂ IT 'ਚ? ਉਹ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਟੈਕਨੋਲੋਜੀ ਜਿਹੜਾ, ਉਹਦੇ ਵਿੱਚ ਮੈਂ 4 ਸਾਲ ਜੌਬ ਕੀਤੀ ਹੈ ਐਜ਼ ਅ ਸਿਸਟਮ ਐਡਮਿਨ। ਠੀਕ ਹੈ ਜੀ। ਤੇ ਉਹਦੇ ਵਿੱਚ ਜਿਹੜੀ ਸੀਗੀ ਸਾਡੀ ਮਤਲਬ 2005 ਦੇ ਵਿੱਚ ਇੰਡੀਆ ਨੇ ਆਪਣਾ ਵਰਲਡ ਵਿੱਚ ਇੰਡੀਆ ਪਹਿਲਾ ਕੰਟਰੀ ਸੀਗਾ ਜਿਹਨੇ ਐਜੂਸੈਟ ਸੈਟੇਲਾਈਟ ਲਾਂਚ ਕੀਤਾ ਸੀਗਾ। ਠੀਕ ਹੈ ਜੀ। ਉਸ ਸੈਟੇਲਾਈਟ ਸੀਗਾ ਮਤਲਬ ਕਿ ਰਿਮੋਟ ਵਿੱਚ ਐਜੂਕੇਸ਼ਨ ਦੇਣ ਵਾਸਤੇ। ਠੀਕ ਹੈ ਜੀ। ਤੇ ਉਸ ਟੀਮ ਦਾ ਮੈਂ ਮੈਂਬਰ ਸੀਗਾ, ਜਿਹੜੀ ਟੀਮ ਨੇ ਜਿਹੜਾ ਐਡੂਸੈਟ ਜਿਹੜਾ ਲਾਂਚ ਕਰਕੇ ਤੇ ਸੈਟਅਪ ਕੀਤਾ ਰਿਮੋਟ ਐਜੂਕੇਸ਼ਨ ਵਾਸਤੇ। ਠੀਕ ਹੈ ਜੀ। ਤੇ ਭਾਈ ਫਿਰ ਜੇ ਆਪਾਂ ਗੱਲ ਕਰੀਏ ਕਿ ਫਿਰ ਇੱਕਦਮ ਕਿੱਦਾਂ ਪਲਾਨ ਬਣ ਗਿਆ, ਕਿ ਜਿੱਦਾਂ ਤੁਸੀਂ ਦੱਸਿਆ ਕਿ ਵਧੀਆ ਪੋਜੀਸ਼ਨ ਸੀਗੀਆਂ ਉੱਥੇ ਨਾ ਕਿ ਤੁਹਾਡੀਆਂ, ਕਿ ਫਿਰ ਇੱਕਦਮ ਕਿੱਦਾਂ ਪਲਾਨ ਬਣਿਆ ਕੈਨੇਡਾ ਆਉਣ ਦਾ? ਬਾਹਰ ਆਉਣ ਦਾ ਪਲਾਨ ਜਦੋਂ ਅਸੀਂ ਪੜ੍ਹਦੇ ਸੀਗੇ ਉਦੋਂ ਹੀ ਸੀਗਾ ਥੋੜਾ ਜਿਹਾ ਵਿਚਾਰ ਬਾਹਰ ਆਉਣ ਵਾਸਤੇ। ਠੀਕ ਹੈ ਜੀ। ਉਹਦਾ ਰੀਜ਼ਨ ਬਿਹਾਈਂਡ ਇਹ ਸੀਗਾ ਕਿ ਜਦੋਂ ਅਸੀਂ ਪੜ੍ਹਦੇ ਸੀਗੇ ਸਾਡੇ ਨਾਲ ਕੋਈ ਸਟੂਡੈਂਟ ਸੀਗੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ, ਮਤਲਬ ਜਿਹੜੇ ਬਾਹਰੋਂ ਸਾਡੇ ਉੱਥੇ ਯੂਨੀਵਰਸਿਟੀ 'ਚ ਪੜ੍ਹਨ ਆਏ ਸੀਗੇ। ਠੀਕ ਹੈ ਜੀ। ਤੇ ਉਹਨਾਂ ਤੋਂ ਸੁਣੀਦਾ ਹੁੰਦਾ ਸੀਗਾ ਐਜੂਕੇਸ਼ਨ ਸਿਸਟਮ ਜਿਹੜਾ ਬਾਹਰ ਦਾ। ਇੱਕ ਤੇ ਤਮੰਨਾ ਸੀਗੀ ਉਦੋਂ ਕਿ ਉਹ ਵੇਖੀ ਐਜੂਕੇਸ਼ਨ ਸਿਸਟਮ ਡਿਫਰੈਂਟ ਕਿਵੇਂ ਆ ਸਾਡੇ ਨਾਲੋਂ, ਕਿਹੜੇ ਗੈਪਸ ਜਿਹੜੇ ਆ ਸਾਡੇ ਇੱਥੇ ਐਜੂਕੇਸ਼ਨ ਸਿਸਟਮ ਦੇ ਵਿੱਚ ਹੈਗੇ ਆ। ਸੈਕੰਡਲੀ ਜਿਹੜਾ ਸੀਗਾ ਕਿ ਮੇਰਾ ਇੱਕ ਵਿਚਾਰ ਸ਼ੁਰੂ ਤੋਂ ਪੜ੍ਹਾਉਣ ਦਾ ਸੀਗਾ। ਠੀਕ ਹੈ ਜੀ। ਕਿ ਪੜ੍ਹਾਉਣਾ ਹੈ ਤੇ ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਇਸ ਮੁਕਾਮ ਤੇ ਲੈ ਕੇ ਜਾਣਾ, ਕਿਤੇ ਬਾਹਰ ਜਿਹੜੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਕੇ ਥੋੜਾ ਜਿਹਾ ਐਕਸਪੀਰੀਅੰਸ ਲਿਆ ਜਾਵੇ। ਉਸ ਤੋਂ ਬਾਅਦ ਫਿਰ ਮੈਂ ਆਪਣੇ ਪਰਿਵਾਰ ਨਾਲ ਵੀ ਗੱਲ ਕੀਤੀ, ਮੇਰੇ ਡੈਡੀ ਦਾ ਵੀ ਥੋੜਾ ਇੰਟਰਸਟ ਸੀਗਾ। ਤੇ ਫਿਰ ਅਸੀਂ ਜਿਹੜਾ ਸੋਚਿਆ ਕਿ ਅਸੀਂ ਜਿਹੜਾ ਅਪਲਾਈ ਕਰਦੇ ਹਾਂ ਆਸਟ੍ਰੇਲੀਆ ਤੇ ਕੈਨੇਡਾ, 2 ਆਪਸ਼ਨ ਸੀਗੀਆਂ। ਹਾਂਜੀ। ਆਸਟ੍ਰੇਲੀਆ ਵੀ ਅਪਲਾਈ ਕੀਤਾ, ਅਸੀਂ ਕੈਨੇਡਾ ਦਾ ਵੀ ਕੀਤਾ। ਕੈਨੇਡਾ ਦਾ ਜਿਹੜਾ ਬਹੁਤ ਛੇਤੀ ਪ੍ਰੋਸੈਸ ਸੀਗਾ ਉਦੋਂ, ਜਿਹੜੀ ਫਾਸਟ ਐਂਟਰੀ ਦੇ ਥਰੂ, ਤੇ ਵਿਦਿਨ 6 ਮੰਥ ਜਿਹੜਾ ਸਾਡਾ ਜਿਹੜਾ ਉਹ ਅਪਰੂਵ ਹੋ ਗਿਆ। ਤੇ ਫਿਰ ਅਸੀਂ ਸੋਚਿਆ ਵੀ ਕੈਨੇਡਾ ਜਿਹੜਾ ਬੈਟਰ ਆਪਸ਼ਨ ਹੈ ਤੇ ਕੈਨੇਡਾ 'ਚ ਮਾਈਗ੍ਰੇਟ ਹੋ ਗਏ। ਉਹ ਤੁਸੀਂ ਵਿਦ ਫੈਮਿਲੀ ਆਏ ਸੀ ਨਾ? ਅਸੀਂ ਹਾਂ, ਮੇਰੀ ਵਾਈਫ ਤੇ ਮੇਰੀ 4 ਸਾਲ ਦੀ ਬੇਟੀ ਸੀਗੀ ਜਦੋਂ ਅਸੀਂ ਆਏ। ਤੇ ਉਹ ਜਿਹੜੀ ਤੁਸੀਂ ਗੱਲ ਕੀਤੀ ਕਿ ਉਹ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਜਿਹੜਾ ਹੁੰਦਾ ਸੀ ਉਹਦੇ ਤੇ ਤਹਿਤ ਮਤਲਬ ਕਿ ਉਹ ਬੱਚੇ ਉੱਥੇ ਪੜ੍ਹਨ ਆਏ ਹੋਏ ਸੀ, ਤਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ, ਥੋੜਾ ਜਿਹਾ ਤੁਸੀਂ ਉਹਨਾਂ ਵੱਲ ਵੀ ਪ੍ਰਭਾਵਿਤ ਹੋਏ। ਉਹ ਵੀ ਕੁਝ ਸਿੱਖਣ ਆਏ ਸੀ, ਪਰ ਤੁਸੀਂ ਕਿਹਾ ਕਿ ਇਹ ਬੰਦੇ ਜਿੱਥੋਂ ਆਏ ਮੈਂ ਉੱਥੇ ਵੀ ਦੇਖ ਕੇ ਆਵਾਂ ਨਾ ਕਿ ਕੀ ਚੱਲ ਰਿਹਾ ਉੱਥੇ। ਠੀਕ ਹੈ ਜੀ। ਤੇ ਇੱਕ ਮੈਂ ਆਪਣੇ ਦਰਸ਼ਕਾਂ ਨੂੰ ਦੁਬਾਰਾ ਦੱਸ ਦੇਵਾਂ ਕਿ ਮੇਨ ਅੱਜ ਮਕਸਦ ਇੱਥੇ ਗੁਰਪ੍ਰੀਤ ਸਿੰਘ ਬਾਜਵਾ ਜੀ ਦਾ ਜੋ ਇੱਕ ਸ਼ਖਸੀਅਤ, ਉਹਨਾਂ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਉਹ ਗਵਰਨਮੈਂਟ ਆਫ ਕੈਨੇਡਾ ਨਾਲ ਇਸ ਵੇਲੇ ਕੰਮ ਕਰ ਰਹੇ ਆ। ਤੇ ਉਹ ਜੋ ਇੱਕ ਨਵਾਂ ਇਮੀਗ੍ਰੈਂਟ ਆਉਂਦਾ, ਚਾਹੇ ਕਿਸੇ ਵੀ ਲੈਵਲ ਦਾ, ਚਾਹੇ ਉਹ ਕੋਈ ਸਟੂਡੈਂਟ ਆ ਰਿਹਾ 18-19 ਸਾਲ ਦੀ ਉਮਰ 'ਚ, ਚਾਹੇ ਕੋਈ ਨਵਾਂ PR ਆ ਰਿਹਾ ਉੱਥੋਂ, ਉਹਨਾਂ ਦੀ ਇੱਕ
ਆਪਾਂ ਸਟਰਗਲ ਵੀ ਕਹਿ ਸਕਦੇ ਹਾਂ, ਕਿਉਂਕਿ ਸਟਾਰਟਿੰਗ 'ਚ ਜਿਹੜੀ ਜੌਬਸ ਮਿਲਦੀ ਹੈ ਸਰਵਾਈਵਲ ਵਾਸਤੇ ਉਹ ਕਰਨੀ ਪੈਂਦੀ ਹੈ, ਤੇ ਹੌਲੀ ਹੌਲੀ ਕਿੱਦਾਂ ਉਹ ਆਪਣੀ ਫੀਲਡ 'ਚ ਜਾ ਕੇ ਕਿੱਦਾਂ ਇੱਕ ਬੁਲੰਦੀਆਂ ਹਾਸਲ ਕਰਦੇ ਆ। ਉਹਨਾਂ ਵਿੱਚੋਂ ਇੱਕ ਨੇ ਗੁਰਪ੍ਰੀਤ ਸਿੰਘ ਬਾਜਵਾ ਜੀ, ਤੇ ਹੌਲੀ ਹੌਲੀ ਆਪਾਂ ਨੂੰ ਦੱਸਾਂਗੇ ਪੂਰੇ ਸ਼ੋਅ ਦੇ ਵਿੱਚ ਕਿਹੜੀਆਂ ਉਹਨਾਂ ਨੇ ਬੁਲੰਦੀਆਂ ਇੱਥੇ ਹਾਸਲ ਕੀਤੀਆਂ। ਤੇ ਸਾਡਾ ਮੇਨ ਇਹ ਨਹੀਂ ਹੈ ਕਿ ਹਾਂ ਵੀ ਆਪਾਂ ਦੱਸਣਾ ਕਿ ਉਹਨਾਂ ਨੇ ਕਿਹੜੀਆਂ ਬੁਲੰਦੀਆਂ ਹਾਸਲ ਕੀਤੀਆਂ, ਆਪਾਂ ਮੇਨ ਉਹਨਾਂ ਨੂੰ ਬੁਲਾਉਣ ਦਾ ਮਕਸਦ ਇੱਥੇ ਇਹ ਆ ਕਿ ਸਾਡੇ ਆਉਣ ਵਾਲੇ ਸਟੂਡੈਂਟਸ ਨੂੰ, ਆਉਣ ਵਾਲੇ ਨਵੇਂ ਭਾਈਚਾਰੇ ਨੂੰ, ਜਾਂ ਜਿਹੜੇ ਇੱਥੇ ਆ ਚੁੱਕੇ ਨੇ, ਜਿਹੜੇ ਆਪਣੀ ਫੀਲਡ ਤੋਂ ਥੋੜਾ ਜਿਹਾ ਭਟਕ ਗਏ ਨੇ ਪਰ ਉਹਨਾਂ ਦਾ ਹਜੇ ਵੀ ਇੰਟਰਸਟ ਆ ਕਿ ਆਪਣੀ ਫੀਲਡ 'ਚ ਕੰਮ ਕਰਨਾ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੋਊਗਾ ਅੱਜ ਦਾ ਸਾਡਾ ਪ੍ਰੋਗਰਾਮ। ਤੇ ਬਾਜਵਾ ਸਾਹਿਬ ਜਦੋਂ ਫਿਰ ਇੱਥੇ ਪਹੁੰਚ ਗਏ, ਠੀਕ ਹੈ ਜੀ, 2010 ਦੀ ਤੁਸੀਂ ਗੱਲ ਕਰਦੇ ਹੈ ਨਾ? 11 ਤੇ ਜਦੋਂ ਵੀ ਆਪਾਂ, ਮੈਂ ਕਹਿੰਦਾ ਕਿ ਇੱਕ ਦਹਾਕੇ ਪਹਿਲਾਂ ਦੀ ਗੱਲ ਕਰਦਾ ਮੈਂ ਨਾ, ਕਿ ਇੱਕ ਡੈਕੇਡ ਹੋ ਗਿਆ, ਕਿ 10 ਸਾਲ ਬੀਤ ਗਏ। ਤੇ ਜਦੋਂ ਮੇਰੇ ਨਾਲ ਕੋਈ ਆਪਾਂ ਇਦਾਂ ਦੇ ਵੀ ਬੰਦੇ ਦੀ ਇੰਟਰਵਿਊ ਕੀਤੀ ਹੈ ਜਿਹੜੇ 5 ਸਾਲ ਪਹਿਲਾਂ ਆਏ, 7 ਸਾਲ ਪਹਿਲਾਂ ਆਏ, 10 ਸਾਲ, ਮੈਂ ਜ਼ਰੂਰ ਪੁੱਛਦਾ ਹੁੰਨਾ ਕਿ ਉਦੋਂ ਦੇ ਕੈਨੇਡਾ ਜਾਂ ਉਦੋਂ ਦੇ GTA 'ਚ ਤੇ ਅੱਜ ਦੇ GTA 'ਚ ਕੀ ਫਰਕ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਨੂੰ ਨਹੀਂ ਕੋਈ ਫਰਕ ਲੱਗਦਾ, ਮੈਨੂੰ ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਦੇਖੋ ਜਿਹੜੀ ਹੈ ਨਾ ਐਵੋਲੂਸ਼ਨ ਉਹ ਜ਼ਰੂਰੀ ਹੈ, ਠੀਕ ਹੈ ਜੀ, ਹੈ ਨਾ, ਚੇਂਜ ਬਹੁਤ ਜ਼ਰੂਰੀ ਆ, ਠੀਕ ਹੈ ਜੀ, ਤੇ ਚੇਂਜ ਦੇ ਨਾਲ ਸਾਨੂੰ ਵੀ ਚੇਂਜ ਜਿਹੜਾ ਹੋਣਾ ਚਾਹੀਦਾ, ਠੀਕ ਹੈ ਜੀ, ਠੀਕ ਹੈ। ਸੋ ਇਸ ਕਰਕੇ ਮੈਨੂੰ ਕੋਈ ਬਹੁਤ ਜ਼ਿਆਦਾ ਨਹੀਂ ਫਰਕ ਲੱਗਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਕੁਝ ਵੀ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਹੁਣ ਤੱਕ ਉਹ ਸਾਰਾ ਹੋਣਾ ਚਾਹੀਦਾ ਸੀਗਾ। ਕੁਝ ਚੀਜ਼ਾਂ ਹੁੰਦੀਆਂ, ਦੇਖੋ ਹਰੇਕ ਸੁਸਾਇਟੀ ਦੇ ਵਿੱਚ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ, ਹੈ ਨਾ, ਤੇ ਚੰਗੀਆਂ ਚੀਜ਼ਾਂ ਪ੍ਰੋਗਰੈਸ ਕਰਦੀਆਂ ਨੇ, ਮਾੜੀਆਂ ਚੀਜ਼ਾਂ ਪ੍ਰੋਗਰੈਸ ਕਰਦੀਆਂ, ਪਰ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਜ਼ਿਆਦਾ ਫਰਕ ਹੈ। ਹਾਂ, ਤੁਸੀਂ ਦੇਖੋ ਕਿ ਇੱਥੇ ਜਿਹੜੀ ਹੈ ਡੈਂਸਿਟੀ ਵਧੀਆ, ਮਤਲਬ ਉਹਦੇ ਨਾਲ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਹੈ, ਜਾਂ ਹੋਰ ਤੁਸੀਂ ਕਹਿ ਲਓ ਹੋਰ ਕਈ ਚੀਜ਼ਾਂ ਜਿਹੜੀਆਂ ਜਿਹਦਾ ਰੀਅਲ ਸਟੇਟ ਆ ਉਹ ਕਾਫੀ ਜ਼ਿਆਦਾ ਜਿਹੜੀ ਮਹਿੰਗੀ ਹੋਈ ਹੈ ਇੱਥੇ, ਪਰ ਉਸ ਤੋਂ ਇਲਾਵਾ ਜਿਹੜਾ ਇੰਪੈਕਟ ਹੈ ਸੋਸਾਇਟੀ ਤੇ, ਮੈਨੂੰ ਲੱਗਦਾ ਕਿ ਉਹ ਚੰਗਾ ਹੀ ਹੈ, ਮਤਲਬ ਮਾੜਾ ਨਹੀਂ ਗਾ। ਤੇ ਜੇ ਆਪਾਂ ਓਪਰਚੁਨਿਟੀਜ਼ ਦੀ ਗੱਲ ਕੀਤੀ ਜਾਵੇ, ਤੁਸੀਂ ਜਦੋਂ ਆਏ ਹਨਾ, ਕਿਹੜੀਆਂ ਜੋਬ ਸਟਾਰਟਿੰਗ 'ਚ ਕੀਤੀਆਂ, ਫਿਰ ਕਿਹੜੀਆਂ ਜੋਬਸ ਤੁਹਾਨੂੰ ਮਿਲੀਆਂ, ਜੋ ਉਹਨਾਂ ਦੀ ਆਪਾਂ ਗੱਲ ਕੀਤੀ ਜਾਵੇ? ਇੱਕ ਤਾਂ ਸਾਨੂੰ ਇਹ ਦੱਸੋ ਕਿ ਤੁਸੀਂ ਕੀ ਕੀਤਾ ਸਟਾਰਟਿੰਗ 'ਚ ਆਣ ਕੇ, ਠੀਕ ਹੈ, ਉਸ ਤੋਂ ਬਾਅਦ ਕਿਹੜੀ ਜੋਬ ਤੁਹਾਨੂੰ ਮਿਲੀ, ਉਸ ਤੋਂ ਬਾਅਦ ਕੀ ਕੀਤਾ। ਇੱਕ ਸਾਨੂੰ ਇਹ ਦੱਸੋ ਕਿ ਉਦੋਂ ਓਪਰਚੁਨਿਟੀਜ਼ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਸੀ, ਜਾਂ ਇਹ ਲੱਭਣ ਤੇ ਹੁੰਦਾ ਕਿ ਹਾਂ ਵੀ ਸੇਮ ਹੀ ਆ, ਬਸ ਇਹ ਹੈ ਕਿ ਬੰਦਾ ਇਹਦੀ ਕਿੰਨਾ ਕੁ ਦਿਲੋਂ ਜਾਣ ਨਾ ਉਹ ਕੋਸ਼ਿਸ਼ ਕਰਦਾ ਪਿਆ। ਜਿਹੜੀ ਹੈ ਨਾ ਇਹ ਕੁਐਸਚਨ ਜਿਹੜਾ ਬੜਾ, ਇਹ ਤੁਸੀਂ ਦੇਖੋ ਹਰੇਕ ਇਮੀਗ੍ਰੈਂਟ ਜਿਹੜਾ ਉਹ ਜਦੋਂ ਇੰਡੀਆ ਤੋਂ ਆਉਂਦਾ ਨਾ, ਉਹ ਆਪਣੇ ਆਪ ਨੂੰ ਬੜਾ ਪਲਾਨ ਕਰਕੇ ਆਉਂਦਾ ਹੈ। ਮੈਂ ਵੀ, ਸਾਡਾ ਪਰਿਵਾਰ, ਮੇਰਾ ਪਰਿਵਾਰ ਵੀ ਪਲਾਨ ਕਰਕੇ ਆਇਆ ਸੀਗਾ, ਤੇ ਉਹ ਪਲੈਨਿੰਗ ਜਦੋਂ ਅਸੀਂ ਇੱਥੇ ਆਏ ਪਹਿਲੇ 10 ਦਿਨਾਂ ਦੇ ਵਿੱਚ ਸਾਨੂੰ ਲੱਗੀ ਕਿ ਉਹ ਪਲੈਨਿੰਗ ਜਿਹੜੀ ਆ ਉਹ ਬਿਲਕੁਲ ਮਤਲਬ ਉਲਟ ਸੀਗੀ ਜਿਹੜੀ ਸੋਚ ਕੇ ਆਏ ਅਸੀਂ, ਠੀਕ ਹੈ ਜੀ। ਪਰ ਇੱਥੇ ਅਸੀਂ ਆਪਣੇ ਆਪ ਨੂੰ ਬੜੀ ਛੇਤੀ ਨਾਲ ਖੂਬ ਅਪ ਕੀਤਾ। ਅਸੀਂ ਦੇਖਿਆ ਕਿ ਇੱਥੇ ਜਿਹੜੀਆਂ ਨੇ ਨਾ ਕੋਈ 30 ਹੈਗੇ ਆ ਸੈਂਟਰ ਜਿਹੜੇ ਨਿਊ ਇਮੀਗ੍ਰੈਂਟਸ ਵਾਸਤੇ, ਜਿਹੜੇ ਉਹਨਾਂ ਦੇ ਹੈਲਪ ਵਾਸਤੇ ਬਣਾਏ ਗਏ ਸੈਂਟਰ, ਠੀਕ ਹੈ ਜੀ। ਅਸੀਂ ਹੌਲੀ ਹੌਲੀ ਜਿਹੜੇ ਨਾ ਉਹ ਸੈਂਟਰ ਜਿਹੜੇ ਆਲਮੋਸਟ ਸਾਰੇ ਸੈਂਟਰ ਉਹਨਾਂ ਨੂੰ ਵਿਜ਼ਿਟ ਕੀਤਾ, ਤੇ ਉੱਥੋਂ ਸਾਨੂੰ ਇਹ ਪਤਾ ਲੱਗਿਆ ਕਿ ਕਿਹੜੀਆਂ ਓਪਰਚੁਨਿਟੀਜ਼ ਜਿਹੜੀਆਂ ਨੇ ਇੱਥੇ ਅਵੇਲੇਬਲ ਨੇ, ਠੀਕ ਹੈ ਨਾ। ਉਹ ਓਪਰਚੁਨਿਟੀਜ਼ ਨੂੰ ਅਵੇਲ ਕਰਨ ਵਾਸਤੇ, ਲੈਣ ਵਾਸਤੇ ਕਿਹੜੇ ਜਿਹੜੀਆਂ ਇਹਨਾਂ ਨਾਲ ਪਲੈਨਿੰਗ ਸਾਨੂੰ ਕਰਨੀ ਪੈਣੀ ਹੈ। ਉਹ ਜਿਹੜਾ ਸਾਡਾ ਪਹਿਲਾ ਮੰਥ ਸੀਗਾ, ਅਸੀਂ ਪਹਿਲੇ ਮੰਥ ਦੇ ਵਿੱਚ ਆਲਮੋਸਟ ਜਿੰਨੀਆਂ ਵੀ ਏਜੰਸੀਜ਼ ਜਿਹੜੇ ਗਵਰਨਮੈਂਟ ਨੇ ਬਣਾਈਆਂ ਨੇ ਨਿਊ ਇਮੀਗ੍ਰੈਂਟਸ ਦੀ ਸਪੋਰਟ ਵਾਸਤੇ, ਉਹਨਾਂ ਸਾਰਿਆਂ ਕੋਲ ਅਸੀਂ ਗਏ, ਅਸੀਂ ਸਾਰਿਆਂ ਦੇ ਵਿਊ ਪੁਆਇੰਟ ਲਏ, ਹਰੇਕ ਬੰਦੇ ਨੇ ਸਾਨੂੰ ਆਪਣਾ ਵਿਊ ਪੁਆਇੰਟ ਦਿੱਤਾ, ਹਰੇਕ ਬੰਦੇ ਨੇ ਆਪਣੀ ਜਿਹੜੇ ਸੁਜੈਸ਼ਨਸ ਦਿੱਤੇ, ਅਸੀਂ ਉਹਨੂੰ ਐਜ਼ ਅ ਇਨਫੋਰਮੇਸ਼ਨ ਲੈ ਕੇ ਉਹਨੂੰ ਪ੍ਰੋਸੈਸ ਕੀਤਾ ਆਪਣੇ ਸਾਰਾ, ਕਿ ਹਾਂ ਇਹ ਸਾਰੀਆਂ ਓਪਰਚੁਨਿਟੀ ਸਾਨੂੰ ਦੱਸੀਆਂ ਗਈਆਂ ਨੇ, ਸਾਰੀਆਂ ਜਿਹੜੀਆਂ ਰਾਹ ਸਾਨੂੰ ਦੱਸੇ ਗਏ, ਇਹਨਾਂ ਵਿੱਚੋਂ ਬੈਸਟ ਜਿਹੜਾ ਰਸਤਾ ਆ ਉਹ ਕਿਹੜਾ ਵਾ, ਤੇ ਜੇ ਉਹ ਅਸੀਂ ਸਿਲੈਕਟ ਕਰਦੇ ਤਾਂ ਸਾਨੂੰ ਕੀ ਕਰਨਾ ਪਊਗਾ ਉਹਦੇ ਵਾਸਤੇ। ਤੇ ਉਹਦੇ ਵਿੱਚ ਫਿਰ ਅਸੀਂ ਜਿਹੜੀ ਆਪਣੀ ਪਲੈਨਿੰਗ ਉਸ ਹਿਸਾਬ ਨਾਲ ਜਿਹੜੀ ਸ਼ੁਰੂ ਕੀਤੀ। ਜਦੋਂ ਤੁਸੀਂ ਕਿਹਾ ਇੱਥੇ ਜਿਹੜੀ ਸਟਰਗਲ ਆਪਾਂ ਜੋ ਕਹਿ ਦਿੰਦੇ ਹਾਂ, ਜਾਂ ਤੁਸੀਂ ਕਹਿੰਦੇ ਤੁਸੀਂ ਨਵੇਂ ਆਉਂਦੇ ਹੋ ਜਦੋਂ ਇੱਥੇ, ਤਾਂ ਇੱਕ ਤਰ੍ਹਾਂ ਦਾ ਅਸੀਂ ਸਕ੍ਰੈਚ ਤੋਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਦੇ ਹਾਂ, ਕਿਉਂਕਿ ਸਾਡਾ ਐਕਸਪੀਰੀਅੰਸ ਵੀ ਕਈ ਵਾਰੀ ਇੱਥੇ ਕਹਿ ਦਿੱਤਾ ਜਾਂਦਾ ਵੀ ਨਹੀਂ ਤੁਹਾਡਾ ਰੈਲੇਵੈਂਟ ਐਕਸਪੀਰੀਅੰਸ ਨਹੀਂ ਹੈਗਾ, ਜਾਂ ਤੇ ਉਹਦੇ ਵਿੱਚ ਅਸੀਂ ਕੀ ਕੀਤਾ ਕਿ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜਾ ਸਾਡਾ ਐਕਸਪੀਰੀਅੰਸ ਆ ਪਹਿਲਾਂ ਤੇ ਉਹਨੂੰ ਕਿਵੇਂ ਰਿਲੇਟ ਕਰੀਏ, ਕਿ ਤੇ ਕਿਸ ਤਰੀਕੇ ਨਾਲ ਜਿਹੜੀ ਆ ਆਪਣੀ ਇੰਟਰਵਿਊ ਜਿਹੜੀ ਉਹ ਪ੍ਰਪੇਅਰ ਕਰੀਏ, ਠੀਕ ਹੈ ਜੀ। ਤੇ ਉਹ ਮੈਂ ਆਪਣੀ ਵਾਈਫ ਦੇ ਨਾਲ ਜਿਸ ਤਰ੍ਹਾਂ ਹਰੇਕ ਕੋਈ ਟੌਪਿਕ ਲੈ ਕੇ ਇੰਟਰਵਿਊ ਦਾ, ਜਾਂ ਉਹਦੇ ਨਾਲ ਜਿਹੜੀ ਪ੍ਰੈਕਟਿਸ ਕਰਨੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿੱਥੇ ਵੀ। ਮੈਂ ਰੋਕਣਾ ਚਾਹਾਂਗਾ, ਤੁਹਾਡੀ ਵਾਈਫ ਵੀ ਆਈਟੀ ਫੀਲਡ 'ਚ ਨੇ? ਨਹੀਂ, ਮੇਰੀ ਵਾਈਫ ਜਿਹੜੀ ਆ ਉਹ ਇੰਡੀਆ 'ਚ ਸੀਗੇ, ਟੀਚਰ ਐਜੂਕੇਟਰ, ਉਹ B.Ed ਸਟੂਡੈਂਟਸ ਨੂੰ ਪੜ੍ਹਾਉਂਦੇ ਸੀਗੇ। ਸਾਡਾ ਦੋਨਾਂ ਦਾ ਡਿਫਰੈਂਟ ਫੀਲਡ ਆ, ਸ਼ੌਂਕ ਸਾਡਾ ਈਵਨ ਦੋਨਾਂ ਦਾ ਪੜ੍ਹਾਉਣ ਦਾ ਸੀਗਾ, ਪਰ ਉਹਦਾ ਫੀਲਡ ਜਿਹੜਾ ਉਹ ਡਿਫਰੈਂਟ ਸੀਗਾ ਮੇਰੇ ਨਾਲ, ਠੀਕ ਹੈ ਜੀ। ਪਰ ਪ੍ਰੈਕਟਿਸ ਕਰਨ ਵਾਸਤੇ ਦੇਖੋ ਤੁਹਾਨੂੰ ਕੋਈ ਵੀ ਜਿਹੜਾ ਸਾਥੀ ਲੱਭ ਸਕਦਾ ਹੈ ਨਾ, ਠੀਕ ਹੈ ਜੀ। ਤੇ ਉਹ ਅਸੀਂ ਜਿਹੜੀ ਆ ਉਹ ਇੱਕ ਤਾਂ ਮੈਂ ਉਹ ਦੇਖਿਆ ਕਿ ਉਹ ਮੈਨੂੰ ਕਾਫੀ ਹੈਲਪਫੁਲ ਰਿਹਾ। ਸੈਕੰਡਲੀ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਹੈਲਪਫੁਲ ਚੀਜ਼ ਮੇਰੇ ਵਾਸਤੇ ਰਹੀ ਉਹ ਜਿਹੜੇ ਅਸੀਂ ਇਮੀਗ੍ਰੇਸ਼ਨ ਸੈਂਟਰਸ ਜਿਹੜੇ ਗਏ ਨਾ, ਜਿਹੜੇ ਹੈਲਪ ਸੈਂਟਰ ਜਿਹੜੇ ਬਣਾਏ,
ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਹੋਰ ਥੋੜੀ ਜਿਹੀ ਐਡਵਾਂਸ ਡਿਸਕਸ਼ਨ ਕਰਕੇ ਹਰੇਕ ਟੌਪਿਕਸ ਨਾਲ ਬੜੀ ਜਿਹੜੀ ਸਾਨੂੰ ਹੈਲਪ ਮਿਲੀ। ਤੇ ਸਭ ਤੋਂ ਵੱਡੀ ਹੈਲਪ ਮੇਰੇ ਖਿਆਲ ਜਿਹੜੀ ਸਾਡੀ ਸੀ ਨਾ, ਹੈਜ਼ੀਟੇਸ਼ਨ ਜਿਹੜੀ ਹੈ, ਇੰਗਲਿਸ਼ ਸਪੀਕਿੰਗ ਦੀ ਜਿਹੜੀ ਹੈਜ਼ੀਟੇਸ਼ਨ ਆ, ਉਹ ਸਾਨੂੰ 1 ਮਹੀਨੇ ਦੇ ਵਿੱਚ ਆਲਮੋਸਟ ਜਿਹੜੀ ਅਸੀਂ ਇਹਨੂੰ ਖਤਮ ਕਰਦਾ ਸੀਗਾ। ਸਾਡੀ ਇੰਗਲਿਸ਼ ਜਿਹੜੀ ਆ ਬੜੀ ਫਲੂਐਂਟ ਸੀਗੀ। ਦੇਖੋ ਬੰਦੇ ਨੂੰ ਇੱਕ ਸ਼ਰਮ ਨਹੀਂ ਕਰਨੀ ਚਾਹੀਦੀ ਕਿਸੇ ਚੀਜ਼। ਜਦੋਂ ਬੰਦਾ ਇੱਥੇ ਆਉਂਦਾ ਨਾ, ਤੇ ਅਸੀਂ ਉੱਥੋਂ ਪੜ੍ਹੇ ਇੰਗਲਿਸ਼ ਮੀਡੀਅਮ ਦੇ ਵਿੱਚ ਆ ਗਏ, ਇੱਥੇ ਆ ਕੇ ਸਾਨੂੰ ਸਮਝਣ 'ਚ ਤੇ ਬੋਲਣ 'ਚ ਸਾਨੂੰ ਪ੍ਰੋਬਲਮ ਆਈ ਬੜੀ ਇਨੀਸ਼ੀਅਲੀ। ਤੇ ਉਹ ਰੀਜ਼ਨ ਇਹਦਾ ਸੀ ਕਿ ਇੱਕ ਤੇ ਜਦੋਂ ਇਹਨਾਂ ਦਾ ਐਕਸੈਂਟ ਬੋਲਣ ਦਾ ਉਹ ਬੜਾ ਡਿਫਰੈਂਟ ਹੈ। ਅੰਡਰਸਟੈਂਡ ਕਰਨ ਵਾਸਤੇ ਤੁਹਾਨੂੰ ਜਿਹੜੀ ਹੈ ਨਾ ਬੜਾ ਫੋਕਸ ਤੇ ਬੜੀ ਕੰਸਨਟ੍ਰੇਸ਼ਨ ਚਾਹੀਦੀ ਹੈ। ਤੇ ਜੇ ਤੁਸੀਂ ਇਸ ਮਤਲਬ ਕਿ ਤੁਸੀਂ ਕਹਿ ਲਓ ਕਿ ਇਨਫਲੂਐਂਸ ਦੇ ਨਾਲ ਇੰਟਰਵਿਊ 'ਚ ਵੀ ਜਾਂਦੇ ਹੋ, ਤੁਹਾਨੂੰ ਡਿਫਿਕਲਟੀ ਆਉਂਦੀ ਹੈ ਉਹ ਬੰਦਾ ਸਾਹਮਣੇ ਕਹਿ ਕੀ ਰਿਹਾ, ਤੁਸੀਂ ਸਹੀ ਤਰੀਕੇ ਨਾਲ ਆਪਣਾ ਆਨਸਰ ਵੀ ਫਾਰਮੈਟ ਨਹੀਂ ਕਰ ਸਕਦੇ ਤੇ ਅਨਸਕਸੈਸਫੁਲ ਹੋਣ ਦੇ ਚਾਂਸਸ ਜਿਹੜੇ ਆ ਉਹਦੇ 'ਚ ਵੱਧ ਜਾਂਦੇ। ਪਰ ਜਿਹੜਾ ਸਾਡਾ ਪਹਿਲਾ ਮਹੀਨਾ ਸੀਗਾ ਉਹ 'ਚ ਅਸੀਂ ਕਾਫੀ ਆਪਣੇ ਆਪ ਨੂੰ ਜਿਹੜਾ ਪ੍ਰਪੇਅਰ ਕਰ ਲਿਆ ਸੀਗਾ ਲੈਂਗੁਏਜ ਦੇ ਪੁਆਇੰਟ ਆਫ ਵਿਊ ਨਾਲ। ਤੇ ਹੋਰ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਕਿੱਥੇ ਜੌਬਸ ਅਵੇਲੇਬਲ ਨੇ, ਕੀ ਸਾਨੂੰ ਕਰਨਾ ਚਾਹੀਦਾ ਉਹਨਾਂ ਜੌਬਸ ਵਾਸਤੇ, ਉਹ ਜਿਹੜੀ ਕਾਫੀ ਇਨਫੋਰਮੇਸ਼ਨ ਅਸੀਂ ਇਕੱਠੀ ਕਰ ਲਈ ਸੀਗੀ ਪਹਿਲੇ ਮਹੀਨੇ ਦੇ ਵਿੱਚ। ਤੇ ਬਾਜਵਾ ਸਾਹਿਬ ਇੱਕ ਚੀਜ਼ ਅੱਜ ਕੱਲ੍ਹ ਜਿਹੜੇ ਨਵੇਂ PR ਵੀ ਆ ਰਹੇ ਨੇ, ਇੱਕ ਚੀਜ਼ ਥੋੜਾ ਜਿਹਾ ਰਿਸਰਚ ਦੀ ਥੋੜੀ ਕਮੀ ਹੁੰਦੀ ਆ। ਕੁਝ ਸਾਨੂੰ ਏਜੰਸੀਜ਼ ਦੇ ਨਾਮ ਦੱਸ ਸਕਦੇ ਹੋ ਕਿ ਕਿਹੜੀਆਂ? ਇੱਕ ਤਾਂ ਕੋਸਟੀ ਹੋ ਗਈ ਨਾ, ਕੋਸਟੀ ਵੀ ਸਰਵਿਸਿਜ਼ ਦੇ ਰਹੀ ਆ ਨਵੇਂ ਇਮੀਗ੍ਰੈਂਟ ਨੂੰ। ਤੁਹਾਡੇ ਟਾਈਮ ਤੇ ਕਿਹੜੀਆਂ ਸੀਗੀਆਂ ਜਿਹੜੀਆਂ ਹੁਣ ਵੀ ਕੰਮ ਕਰ ਰਹੀਆਂ ਨੇ, ਕੁਝ ਦਿਮਾਗ 'ਚ ਹੁਣ ਤਾਂ ਉਹ ਪਲੀਜ਼ ਦੱਸੋ ਸਾਡੇ ਦਰਸ਼ਕਾਂ ਨੂੰ। ਇੱਕ ਨਾ ਹੈਗਾ ਵਾ ਆਪਣਾ ਨਿਊ ਕਮਰ ਸੈਂਟਰ, ਇਹਨਾਂ ਦੇ ਕਾਫੀ ਜਿਹੜੀਆਂ ਲੋਕੇਸ਼ਨਸ ਹੈਗੀਆਂ। ਇੱਕ ਤੇ ਆਪਣੇ ਲਾਗੇ ਬਰੈਂਪਟਨ 'ਚ ਹੈਗੀ, ਸ਼ਾਪਰ ਵਰਲਡ ਦੇ ਲਾਗੇ। ਠੀਕ ਹੈ ਜੀ। ਹੋਰ ਇਹਨਾਂ ਦੀ ਇੱਕ ਕੈਨੇਡੀ ਤੇ ਲੋਕੇਸ਼ਨ ਹੈਗੀ ਆ। ਉਹਨਾਂ ਨੂੰ ਮੇਰੇ ਖਿਆਲ ਨਾਲ ਨਾਂ ਰੇਨਬੋ ਚੇਂਜ ਕਰਤਾ ਸੀਗਾ ਨਾਂ ਉਹਨਾਂ ਦਾ। ਠੀਕ ਹੈ। ਉਹ ਮੈਨੂੰ ਹੁਣ ਐਸਾ ਚ ਨਹੀਂ, ਕਿਉਂਕਿ ਮੇਰਾ ਲਿੰਕ ਨਹੀਂ ਕਰਨਾ ਕਿ ਐਸਾ ਚ ਮੈਨੂੰ ਪਤਾ ਨਹੀਂ ਕਿੰਨੇ ਕਾਫੀ ਲੋਕੇਸ਼ਨਸ ਹਜੇ ਵੀ ਜਿਹੜੀਆਂ ਨੇ ਹੈਗੀਆਂ ਸਰ, ਪਰ ਸਰਚ ਕਰਕੇ ਸਾਰਾ ਕੁਝ ਮਿਲ ਸਕਦਾ ਹੈ, ਸਾਰਾ ਕੁਝ ਉਹਨਾਂ ਨੂੰ ਤੁਸੀਂ ਜਿਹੜਾ ਲੈ ਸਕਦੇ ਹੋ। ਠੀਕ ਹੈ ਜੀ। ਤੇ ਬਾਜਵਾ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਹੈ ਨਾ ਕਿ ਤੁਸੀਂ ਕਹਿੰਦੇ ਕਿ 1 ਮਹੀਨੇ 'ਚ ਤੁਸੀਂ ਅਡੈਪਟ ਕਰ ਲਈ ਸੀ ਕਿ ਹਾਂ ਵੀ 80-90% ਚੀਜ਼ਾਂ ਜਿਹੜੀਆਂ ਤੁਹਾਨੂੰ ਇੱਥੇ ਚਾਹੀਦੀਆਂ ਸੀ ਉਹ ਅਡੈਪਟ ਕਰ ਲਈਆਂ ਸੀ। ਤੇ ਪਹਿਲੀ ਜੋਬ ਦੀ ਜੇ ਆਪਾਂ ਗੱਲ ਕੀਤੀ ਜਾਵੇ ਕੈਨੇਡਾ 'ਚ, ਪਹਿਲੀ ਜੇ ਕਹਿ ਸਕਦੇ ਹਾਂ ਕਿ ਇੱਕ ਮੈਂ ਇੱਥੇ ਸਟੂਡੈਂਟ ਆਇਆ ਜਾਂ ਸਾਡੇ ਆਪਾਂ ਪੰਜਾਬੀ 'ਚ ਉਹਨੂੰ ਕਹਿ ਦਿੰਦੇ ਕਿ ਪਹਿਲੀ ਦਿਹਾੜੀ ਕਿੱਥੇ ਲੱਗੀ ਹੈ ਨਾ, ਤੇ ਤੁਹਾਨੂੰ ਇੱਕ ਪਰਟੀਕੂਲਰ ਕੋਈ ਜੋਬ ਮਿਲ ਜੂਗੀ, ਮਿਲ ਗਈ ਸੀ ਜਾਂ ਤੁਹਾਨੂੰ ਵੀ ਕੁਝ ਦਿਹਾੜੀਆਂ ਲਾਣੀਆਂ ਪਈਆਂ? ਇਹ ਬੜਾ ਵਧੀਆ ਕੁਐਸਚਨ ਤੁਹਾਡਾ। ਅਸੀਂ ਇੰਡੀਆ ਤੋਂ ਆਏ ਸੀਗੇ ਪਲਾਨ ਕਰਕੇ ਕਿ ਅਸੀਂ ਨਾ ਜੇ 6 ਮਹੀਨੇ ਤੱਕ ਸਾਨੂੰ ਕੋਈ ਨਹੀਂ ਵੀ ਜੌਬ ਮਿਲਦੀ ਤੇ ਅਸੀਂ ਜਿਹੜਾ ਨਾ ਸਰਵਾਈਵ ਕਰ ਸਕੀਏ, ਮਤਲਬ ਇਸ ਤਰ੍ਹਾਂ ਸਾਡੀ ਪਲੈਨਿੰਗ ਸੀਗੀ। ਠੀਕ ਹੈ। ਉਹਦੇ ਵਿੱਚ ਜਿਹੜੀ ਇਹਨੇ ਨਾ ਜਿੱਦਾਂ ਦੇਖੋ ਕੰਮ ਕੋਈ ਵੀ ਨਹੀਂ ਮਾੜਾ, ਸਹੀ ਕੰਮ ਸਾਰੇ ਜਿਹੜੇ ਆ ਉਹ ਚੰਗੇ ਆ। ਤੇ ਉਹਦੇ ਪਰ ਇਹ ਹੈ ਕਿ ਇੱਕ ਤੁਹਾਡਾ ਇੱਕ ਗੋਲ ਹੁੰਦਾ ਕਿ ਮੈਂ ਪੈਸ਼ਨੇਟ ਕਿਸ ਵਾਸਤੇ ਹਾਂ। ਤੇ ਉਹਦੇ ਵਾਸਤੇ ਅਸੀਂ ਇਹ ਕੀਤਾ ਸੀ ਕਿ ਪਹਿਲਾਂ ਮੈਂ ਦੱਸਿਆ ਕਿ ਮੈਂ ਜੌਬ ਬਿਲਕੁਲ ਨਹੀਂ ਕੀਤੀ, ਨਾ ਮੇਰੀ ਵਾਈਫ ਨੇ ਜੌਬ ਕੀਤੀ। ਤੇ ਇੱਦਾਂ ਲੱਭਦੇ ਜਦੋਂ ਤੁਹਾਨੂੰ ਦੱਸਿਆ ਏਜੰਸੀ ਦੇ ਵਿੱਚ, ਉੱਥੋਂ ਸਾਨੂੰ ਕਈ ਰੈਫਰੈਂਸ ਵੀ ਮਿਲੇ ਆ। ਤੇ ਮੈਨੂੰ ਇੱਕ ਰੈਫਰੈਂਸ ਮਿਲੀ ਸੀਗੀ, ਉਹਨਾਂ ਨੇ ਮੈਨੂੰ ਕੰਟੈਕਟ ਕਰਾਇਆ ਕਿਸੇ ਦੇ ਨਾਲ, ਡਿਸਪੈਚਿੰਗ ਕੰਪਨੀ ਦੇ ਨਾਲ, ਟਰੱਕਿੰਗ ਡਿਸਪੈਚਿੰਗ ਦੀ। ਠੀਕ ਹੈ ਜੀ। ਉਹਨਾਂ ਨਾਲ ਮੈਂ ਕੋਈ ਕੰਮ ਕੀਤਾ ਉੱਥੇ ਕੋਈ ਮਹੀਨਾ। ਫਸਟ ਜੌਬ ਸੀਗੀ ਮੇਰੀ। ਠੀਕ ਹੈ ਜੀ। ਤੇ ਉਹ ਆਪਣੇ ਪੰਜਾਬੀ ਸੀਗੇ। ਠੀਕ ਹੈ ਜੀ। ਬੜਾ ਵਧੀਆ ਉਹਨਾਂ ਨਾਲ ਜਿਹੜਾ ਐਕਸਪੀਰੀਅੰਸ ਰਿਹਾ, ਬੜੇ ਉਹਨਾਂ ਤੋਂ ਸਿੱਖਣ ਤੋਂ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮਤਲਬ ਉਹ ਮੇਰੀ ਫਸਟ ਜੌਬ ਸੀਗੀ। ਠੀਕ ਹੈ ਜੀ। ਤੇ ਸੈਕੰਡ ਜੌਬ ਜਿਹੜੀ ਤੁਹਾਨੂੰ ਦੱਸਦਾ ਕਿ ਦੇਖੋ ਓਪਰਚੁਨਿਟੀਜ਼ ਹਰੇਕ ਚੀਜ਼ 'ਚ ਹੁੰਦੀਆਂ। ਜੋ ਤੁਸੀਂ ਕਹਿੰਦਾ ਗੱਲ ਕਰਦੇ ਨਾ, ਓਪਰਚੁਨਿਟੀ ਉੱਥੋਂ ਵੀ ਨਿਕਲ ਆਉਂਦੀ ਹੈ। ਠੀਕ ਹੈ ਜੀ। ਤੇ ਜਦੋਂ ਤੁਸੀਂ ਨਵੇਂ ਆਉਂਦੇ ਉੱਥੇ ਦੇਖੋ ਜਿਹੜੀ ਹੈ ਨਾ ਤੁਹਾਨੂੰ ਡਿਫਰੈਂਟ ਲੋਕੀ ਅਪਰੋਚ ਕਰਦੇ ਆ, ਜਿੱਦਾਂ ਨੈਟਵਰਕਿੰਗ ਕੰਪਨੀਜ਼ ਨੇ। WFG ਹੋ ਗਈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਪਤਾ ਹੈ 5-7 ਕੰਪਨੀਜ਼ ਹੈਗੀਆਂ। ਮਤਲਬ ਕਿ ਨੈਟਵਰਕਿੰਗ ਕੰਪਨੀਜ਼ ਹੈਗੀਆਂ। ਠੀਕ ਹੈ ਜੀ। ਉਹਨਾਂ ਨੇ ਸਾਨੂੰ ਜਿਹੜਾ ਨਾ ਅਪਰੋਚ ਕੀਤਾ ਤੇ ਅਸੀਂ ਓਨੈਸਟਲੀ ਉਹਨਾਂ ਨੂੰ ਕਿਸੇ ਨੇ ਰਿਫਿਊਜ਼ ਨਹੀਂ ਕੀਤਾ, ਕਿਉਂਕਿ ਸਾਡਾ ਮੇਨ ਮਕਸਦ ਸੀਗਾ ਕਿੰਨੀ ਇਨਫੋਰਮੇਸ਼ਨ ਜਿਹੜੀ ਨੌਲੇਜ ਜਿਹੜੀ ਹੈ ਨਾ ਉਹ ਪਾਵਰ ਹੈ। ਤੇ ਅਸੀਂ ਜਿਹੜੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਸੈਸ਼ਨ ਅਟੈਂਡ ਕੀਤੇ, ਸਾਨੂੰ ਫਾਈਨੈਂਸ ਦੀ ਬੜੀ ਇਨਫੋਰਮੇਸ਼ਨ ਮਿਲੀ, ਹੋਰ ਜਿਹੜੀਆਂ ਨੇ ਸਕਿੱਲਸ ਜਿਹੜੀਆਂ ਡਿਵੈਲਪ ਹੋਈਆਂ, ਲੋਕਾਂ ਨਾਲ ਗੱਲਬਾਤ ਕਿਵੇਂ ਕਰਨੀ ਹੈ, ਤੁਹਾਡੇ ਝਾਕਾ ਜਿਹੜਾ ਉਹ ਉਪਰੇ ਬੰਦੇ ਨਾਲ ਕਿਵੇਂ ਤੁਸੀਂ ਜਿਹੜਾ ਉਹਨੂੰ ਤੁਸੀਂ ਖਤਮ ਕਰਨਾ। ਤੇ ਇਦਾਂ ਹੀ ਕਰਦਾ ਮੈਨੂੰ ਇੱਕ ਹੋਰ ਸਾਡੇ ਨੋਨ ਹੀ ਸੀ ਕਿ ਉਹਨਾਂ ਨੇ ਮੈਨੂੰ ਕਿਸੇ ਨੇ ਮਿਲਾਇਆ, ਕਹਿੰਦੇ ਕਿ ਤੁਹਾਡੀ ਬੇਟੀ ਛੋਟੀ ਆ, ਤੁਸੀਂ ਨਾ ਰਜਿਸਟਰਡ ਐਜੂਕੇਸ਼ਨ ਪਲਾਨ ਲਓ। ਮੈਂ ਤੁਸੀਂ ਘਰ ਆ ਕੇ ਸਾਨੂੰ ਸਮਝਾ ਦਿਓ। ਉਹਨਾਂ ਨੇ ਸਾਨੂੰ ਪਲਾਨ ਦਿੱਤਾ, ਨਾਲ ਹੀ ਉਹਨਾਂ ਨੇ ਮੈਨੂੰ ਇੱਕ ਰੈਫਰੈਂਸ ਦਿੱਤੀ ਕਿਸੇ ਬੰਦੇ ਦੀ, ਉਦੋਂ ਮੋਬਿਲਿਸਿਟੀ ਨਵੀਂ ਲਾਂਚ ਹੋਈ ਸੀਗੀ ਕਿ ਤੁਸੀਂ ਆ ਲਓ, ਉਹਨਾਂ ਨੂੰ ਕੰਟੈਕਟ ਕਰਿਓ, ਆਪਣਾ ਰੈਜ਼ੂਮੇ ਭੇਜਿਓ। ਉਹਨਾਂ ਨੇ ਮੈਨੂੰ ਉਹਨਾਂ ਰੈਫਰੈਂਸ ਦਿੱਤੀ, ਮੈਂ ਉਹਨਾਂ ਨੂੰ ਰੈਜ਼ੂਮੇ ਭੇਜਿਆ, ਉਹਨਾਂ ਨੇ ਮੈਨੂੰ ਜਿਹੜੀ ਹੈ ਸਿਲੈਕਟ ਕਰ ਲਿਆ ਮੋਬਿਲਿਸਿਟੀ ਦੇ ਵਿੱਚ ਟੈਕਨੀਕਲ ਸਪੋਰਟ। ਮਤਲਬ ਇਸ ਤਰ੍ਹਾਂ ਦੱਸਿਆ ਕਿ ਮਤਲਬ ਜਿਹੜਾ ਨਾ ਤੁਹਾਡਾ ਜੋ ਤੁਸੀਂ ਆਉਂਦੇ ਤੁਸੀਂ ਬੜੇ ਓਪਨ ਮਾਈਂਡਡ ਹੋਣੇ ਚਾਹੀਦੇ ਹੋ, ਕਲੋਜ਼ ਮਾਈਂਡਡ ਨਹੀਂ, ਤੇ ਹਰੇਕ ਚੀਜ਼ ਨੂੰ ਤੁਸੀਂ ਪੋਜ਼ਿਟਿਵਲੀ ਲੈ ਕੇ ਚਲੋ। ਜੇ ਤੁਹਾਡਾ ਕੋਈ ਗੱਲ ਵੀ ਕਰਦਾ ਨਾ, ਹੈਜ਼ੀਟੇਟ ਨਾ ਕਰੋ, ਤੇ ਨਾ ਹੀ ਇਹ ਸੋਚੋ ਵੀ ਹਾਏ ਇਹਨੇ ਮੇਰੇ ਕੋਲ ਕੁਛ ਲੈ ਲੈਣਾ, ਪਤਾ ਨਹੀਂ। ਕੋਸ਼ਿਸ਼ ਕਰੋ ਵੀ ਉਹ ਤੁਹਾਨੂੰ ਕੀ ਦੇ ਸਕਦਾ, ਤੇ ਤੁਸੀਂ ਉਸ ਕੋਲ ਕਿਹੜੀ ਚੰਗੀ ਚੀਜ਼ ਜਿਹੜੀ ਆ ਲੈ ਸਕਦੇ ਹੋ। ਐਂਡ ਆਫ ਦਾ ਡੇ ਤੁਸੀਂ ਨਾ ਤੇ ਕਰ ਹੀ ਸਕਦੇ ਹੋ ਨਾ। ਤੇ ਪਰ ਇਹ ਹੈ ਵੀ ਸਿੱਖਣ ਨੂੰ ਤੁਹਾਨੂੰ ਹਰੇਕ ਕਿਸੇ ਕੋਲ ਮਿਲ ਜਾਂਦਾ ਇੱਥੇ।
ਜਦੋਂ ਅਸੀਂ ਆਏ ਸਾਨੂੰ ਇਹ ਸੀਗਾ ਕਿ ਜਿਹੜੇ ਲੋਕੀ ਸਾਡੇ ਤੋਂ ਪਹਿਲਾਂ ਇੱਥੇ ਆਏ ਆ ਨੈਚੁਰਲੀ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ। ਹਾਂਜੀ ਸਹੀ ਹੈ ਜੀ। ਤੇ ਜਿੱਥੇ ਹੋ ਸਕਦਾ ਕੋਈ ਚੰਗਾ ਬੰਦਾ ਨਾ ਉਹਦੀ ਲੀਡ ਫੋਲੋ ਕਰ ਲਓ, ਇਨਸਟੈਡ ਕਿ ਤੁਸੀਂ ਬੜੇ ਚਲਾਕ ਬਣ ਕੇ ਦੱਸੋ ਮੈਨੂੰ ਸਾਰਾ ਕੁਝ ਪਤਾ ਜਾਂ ਕੋਸ਼ਿਸ਼ ਕਰੋ ਉਹਦੀ ਲੀਡ ਫੋਲੋ ਕਰਨ ਦੀ। ਹੋ ਸਕਦਾ ਉਹਦੀ ਲੀਡ ਤੁਹਾਨੂੰ ਬੜੇ ਚੰਗੇ ਰਸਤੇ ਤੇ ਕਿਤੇ ਲੈ ਜਾਏ। ਤੇ ਮੇਨ ਜੀ ਜੇ ਆਪਾਂ ਕਹਿ ਸਕਦੇ ਕਿ ਵਿਚਰਨਾ ਪੈਣਾ ਨਾ, ਹਾਂਜੀ ਕਿ ਵਿਚਰਨਾ ਬਹੁਤ ਜ਼ਰੂਰੀ ਹੈ। ਕਿ ਜੇ ਆਪਾਂ ਤੁਸੀਂ ਸੈਸ਼ਨ ਅਟੈਂਡ ਕਰਨ ਚਾਹੁੰਦੇ ਹੀ, ਤੁਸੀਂ ਚੱਲੇ ਸੀ, ਤੁਸੀਂ ਘਰੋਂ ਇਹ ਸੋਚ ਕੇ ਜਾਂਦੇ ਕੁਝ ਲੈ ਕੇ ਹੀ ਆਵਾਂਗੇ, ਕੁਝ ਦੇ ਕੇ ਥੋੜਾ ਆਵਾਂਗੇ ਕਿ ਕੁਝ ਇਨਫੋਰਮੇਸ਼ਨ ਮਿਲੂਗੀ। ਕਿ ਇਹ ਕਹਿ ਦਿੰਦੇ ਹੁੰਦੇ ਕਿ ਗੁੱਡ ਸਟੂਡੈਂਟ ਕੈਨ ਲਰਨ ਆਲਸੋ ਫਰੋਮ ਐਵਰੇਜ ਟੀਚਰ। ਚਲੋ ਆਪਾਂ ਕਹਿ ਦਿੰਦੇ ਨਾ ਕਿ ਕਿਸੇ ਕੋ ਵੀ ਸਿੱਖ ਸਕਦਾ, ਉਹ ਆਪਣੇ ਨਾਲ ਦੇ ਸਟੂਡੈਂਟ ਕੋ ਵੀ ਸਿੱਖ ਸਕਦਾ। ਤੇ ਤੁਸੀਂ ਉਹ ਜਿਹੜੀ ਆਪਣਾ ਮਤਲਬ ਕਿ ਆਈਡੀਆ ਉਹ ਰੱਖਿਆ ਸਟਾਰਟਿੰਗ 'ਚ ਕਿ ਮੈਂ ਪਹਿਲਾਂ ਸਮਝਿਆ ਸਿਸਟਮ ਨੂੰ, ਕਿ ਇਹ ਨਹੀਂ ਕਿ ਆਪਾਂ ਜੇ ਮੰਨ ਲਓ ਕਿ ਕਿਸੇ ਨੇ ਤੁਹਾਨੂੰ ਆਣ ਕੇ ਕਹਿ ਦਿੱਤਾ ਕਿ ਬਾਈ ਤੇਰੇ ਕੋ ਉਹ ਬੰਦਾ ਫਲਾਨਾ ਬੰਦਾ ਅਪਰੋਚ ਕਰੂੰਗਾ, ਇੱਥੇ ਉਹ ਬੜਾ ਕੰਮ ਚੱਲਦਾ, ਕਿ ਤੂੰ ਉਹਨਾਂ ਦੇ ਨਾਲ ਗੱਲ ਨਾ ਜ਼ਿਆਦਾ ਕਰੀ। ਤੇ ਤੁਸੀਂ ਉਹ ਕਨਸੈਪਟ ਨਹੀਂ ਮਨ 'ਚ ਦਿਮਾਗ 'ਚ ਬਿਠਾਇਆ, ਤੁਸੀਂ ਇਹ ਕਿਹਾ ਕਿ ਨਹੀਂ ਮੈਂ ਸੁਣੂਗਾ ਕਿ ਹਾਂ ਵੀ, ਤੇ ਫਿਰ ਬਾਅਦ 'ਚੋਂ ਆਪਣਾ ਕਨਸੈਪਟ ਲਾਉਂਗਾ ਕਿ ਸੁਣਨਾ ਜ਼ਰੂਰੀ ਹੈ। ਤੇ ਫਿਰ ਸਰ ਜੇ ਆਪਾਂ ਗੱਲ ਕੀਤੀ ਜਾਵੇ ਕਿ ਉਸ ਤੋਂ ਬਾਅਦ ਚਲੋ ਜੀ ਡਿਸਪੈਚ 'ਚ ਹੋ ਗਿਆ ਨਾ, ਫਿਰ ਅਗਲਾ ਸਟੈਪ ਕੀ ਸੀ ਕਿ ਫਿਰ ਕਿੱਥੇ ਨੈਕਸਟ ਸਟੈਪ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਨੂੰ ਮੋਬਿਲਿਟੀ 'ਚ ਜੌਬ ਮਿਲ ਗਈ। ਹਾਂਜੀ। ਫਿਰ ਉੱਥੇ ਟੈਕਨੀਕਲ ਉੱਥੇ ਫਸਟ ਜੌਬ ਅਸਲ 'ਚ ਮੈਨੂੰ ਸੇਲਸ ਦੀ ਮਿਲ ਗਈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਮੈਂ ਮੂਵ ਔਨ ਹੋਇਆ ਟੈਕਨੀਕਲ ਸਪੋਰਟ ਦੇ ਵਿੱਚ, ਹੈ ਨਾ। ਤੇ ਮੇਰੇ ਖਿਆਲ 'ਚ ਸ਼ੁਰੂ ਤੋਂ ਵਿੱਚ ਨਾ ਜਿਹੜਾ ਜੋ ਮੇਰਾ ਲੈਸਨ ਲਰਨਡ ਕੈਨੇਡਾ ਦਾ ਲਾਈਫ ਦਾ ਐਕਸਪੀਰੀਅੰਸ ਕੈਨੇਡਾ ਵਾਸਤੇ, ਜਦੋਂ ਤੁਸੀਂ ਇੱਥੇ ਆਉਂਦੇ ਹੋ ਨਾ, ਕੋਸ਼ਿਸ਼ ਕਰੋ ਇਮੀਡੀਏਟਲੀ ਤੁਸੀਂ ਵਲੰਟੀਅਰ ਕਿੱਥੇ ਕਰ ਸਕਦੇ ਹੋ। ਠੀਕ ਹੈ ਜੀ। ਠੀਕ ਹੈ, ਵਲੰਟੀਅਰ ਡਸਨਟ ਮੈਟਰ। ਤੁਸੀਂ ਵਲੰਟੀਅਰ ਲਾਇਬ੍ਰੇਰੀ 'ਚ ਕਰ ਸਕਦੇ ਹੋ, ਵਲੰਟੀਅਰ ਤੁਸੀਂ ਹਸਪੀਟਲ 'ਚ ਕਰ ਸਕਦੇ ਹੋ। ਈਵਨ ਜੇ ਮੈਂ ਟੈਕਨੀਕਲ ਬੰਦਾ, IT ਦਾ ਬੰਦਾ, ਜੇ ਮੈਂ ਵਲੰਟੀਅਰ ਹਸਪੀਟਲ 'ਚ ਕਰਨਾ ਤੇ ਕੋਈ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ, ਮੈਂ ਕਰ ਸਕਦਾ ਨਾ। ਉਹਦੇ ਵਿੱਚ ਹੁੰਦਾ ਇਹ ਹੈ ਕਿ ਕੈਨੇਡੀਅਨ ਕਲਚਰ ਜਿਹੜਾ ਹਾਂਜੀ ਉਹਦੇ ਵਿੱਚ ਜੇ ਤੁਸੀਂ ਵਲੰਟੀਅਰ ਕਰਦੇ ਹੋ ਨਾ, ਹਾਂਜੀ, ਇਹ ਇੱਥੋਂ ਦੇ ਜਿਹੜੇ ਕਲਚਰ ਆ ਉਹਦੇ ਅਕੋਰਡਿੰਗ ਤੁਸੀਂ ਸੁਸਾਇਟੀ ਨੂੰ ਦੇ ਰਹੇ ਹੋ। ਠੀਕ ਹੈ ਜੀ। ਹਨਾ, ਉਹਦੇ ਵਾਸਤੇ ਬਹੁਤ ਸਾਰੇ ਲੋਕੀ ਵਿਲਿੰਗਲੀ ਤੁਹਾਡੀ ਹੈਲਪ ਕਰਦੇ ਹੋ। ਹਾਂਜੀ ਠੀਕ ਹੈ, ਇੱਕ ਤੇ ਇਹ ਚੀਜ਼ ਆ। ਠੀਕ ਹੈ। ਸੈਕੰਡਲੀ, ਕਈ ਵਾਰੀ ਜਿੱਥੇ ਤੁਸੀਂ ਵਲੰਟੀਅਰ ਕਰਦੇ ਹੋ ਉੱਥੇ ਵੀ ਓਪਰਚੁਨਿਟੀਜ਼ ਜਿਹੜੀਆਂ ਨੇ ਨਾ ਆ ਸਕਦੀਆਂ। ਇਹ ਖਾਸ ਕਰਕੇ ਜਿਹੜੇ ਸਾਡੇ ਸਟੂਡੈਂਟ ਬੱਚੇ ਆਉਂਦੇ ਆ ਨਾ, ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਇਹ ਚੀਜ਼। ਮਤਲਬ ਉਹਨਾਂ ਨੂੰ ਚਾਹੀਦਾ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਨੂੰ ਐਜ਼ ਅ ਵਲੰਟੀਅਰ, ਈਵਨ ਜਦੋਂ ਸਟੂਡੈਂਟਸ ਨੇ ਉਦੋਂ ਜਿਹੜਾ ਵਲੰਟੀਅਰ ਲਈ ਉਹਨਾਂ ਨੂੰ ਜ਼ਰੂਰ ਸਟੈਪ ਅਪ ਕਰਨਾ ਚਾਹੀਦਾ। ਈਵਨ ਵਲੰਟੀਅਰ ਵਿਦ ਇਨ ਕਾਲਜ, ਹੁਣ ਤੇ ਸਿਚੁਏਸ਼ਨ ਕੋਵਿਡ ਕਰਕੇ ਡਿਫਰੈਂਟ ਆ ਨਾ, ਪਰ ਪਹਿਲਾਂ ਡਿਫਰੈਂਸ ਸੀਗੀ। ਉੱਥੇ ਕਿਤੇ ਵੀ ਜਿਹੜਾ ਨਾ ਆਪਣੇ ਆਪ ਨੂੰ ਐਜ਼ ਅ ਵਲੰਟੀਅਰ ਰਜਿਸਟਰ ਕਰਾ ਕੇ ਕੋਈ ਹਫ਼ਤੇ ਦਾ 1 ਘੰਟਾ 2 ਘੰਟੇ 3 ਘੰਟੇ ਜ਼ਰੂਰ ਜਿਹੜੇ ਆ ਨਾ ਉਹਨੂੰ ਇਨਵੈਸਟ ਕਰਨੇ ਚਾਹੀਦੇ ਆ। ਮੇਰੀ ਸਕਸੈਸ ਦੇ ਵਿੱਚ ਵਲੰਟੀਅਰ ਵਰਕ ਦਾ ਸਭ ਤੋਂ ਜ਼ਿਆਦਾ ਹੱਥ। ਤੇ ਇੱਕ ਜੀ ਬਾਜਵਾ ਸਾਹਿਬ ਗੱਲ ਕਰਨਾ ਚਾਹਾਂਗੇ, ਜੇ ਆਪਾਂ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਨਾ ਕਿ ਉਹਨਾਂ ਨੂੰ ਵਲੰਟੀਅਰ ਕੰਮ ਕਰਨਾ ਚਾਹੀਦਾ ਹੈ ਨਾ, ਮੈਂ ਵੀ ਉਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਹਾਂ। ਪਰ ਬਾਜਵਾ ਸਾਹਿਬ ਸਟੂਡੈਂਟ ਦੀ ਕੀ ਪ੍ਰੋਬਲਮ ਆ ਰਹੀ ਹੈ ਅੱਜ ਕੱਲ੍ਹ, ਸਾਰੇ ਜਿਹੜੇ ਮਿਡਲ ਕਲਾਸ ਤਬਕੇ ਤੋਂ ਉੱਠ ਕੇ ਆ ਰਹੇ ਆ, ਠੀਕ ਹੈ, ਉਹਨਾਂ ਦਾ ਕੁਛ ਦੇ ਜਿਹੜੇ ਫੈਮਿਲੀ ਦੇ ਹਾਲਾਤ ਕੁਛ ਹੋਰ ਹੁੰਦੇ ਆ, ਉਹਨਾਂ ਨੂੰ ਕੀ ਲੱਗਦਾ ਕਿ ਈਜ਼ੀਲੀ ਇੱਕ ਫੈਕਟਰੀ ਦੀ ਜੌਬ ਮਿਲ ਜਾਂਦੀ ਹੈ। ਠੀਕ ਹੈ, ਫੈਕਟਰੀ ਜੌਬ ਨਾਲ ਕੀ ਹੋਣ ਲੱਗ ਪੈਂਦਾ, ਉਹਨਾਂ ਦੇ ਖਰਚੇ ਪਾਣੀ ਤਾਂ ਵਧੀਆ ਚੱਲਣ ਲੱਗ ਪੈਂਦੇ ਆ, ਪਰ ਉਹ 'ਚੋਂ ਕੁਛ ਸਿੱਖ ਨਹੀਂ ਪਾਉਂਦੇ। ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਕਿ ਉਹਨਾਂ ਨੂੰ ਚਾਹੇ ਹਫ਼ਤੇ 'ਚ 2 ਘੰਟੇ ਕੱਢਣ, ਚਾਹੇ 4 ਘੰਟੇ ਕੱਢਣ, ਉਹਨਾਂ ਨੂੰ ਕੈਨੇਡੀਅਨ ਕਲਚਰ ਦਾ ਪਤਾ ਲੱਗੂਗਾ, ਇੱਥੇ ਦੀਆਂ ਚੀਜ਼ਾਂ ਦਾ ਪਤਾ ਲੱਗੂਗਾ। ਤੇ ਬਾਜਵਾ ਸਾਹਿਬ, ਇੱਕ ਮੈਂ ਹੁਣ ਸਾਡਾ ਜਿਹੜਾ ਟਾਈਮ ਹੋ ਗਿਆ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਗੱਲਾਂ ਕਰਦੇ ਹਾਂ ਬਾਜਵਾ ਸਾਹਿਬ ਨਾਲ। ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਸਪੈਸ਼ਲੀ ਆਪਾਂ ਜਿਹੜਾ ਨਵਾਂ ਆਪਣਾ ਵਿਦਿਆਰਥੀ ਆ ਰਹੇ ਆ ਇੱਥੇ ਉਹਨਾਂ ਬਾਰੇ ਗੱਲਾਂ ਕਰਾਂਗੇ, ਜਾਂ ਜਿਹੜੇ ਆ ਚੁੱਕੇ ਆ ਉਹਨਾਂ ਬਾਰੇ ਗੱਲਾਂ ਕਰਾਂਗੇ। ਤੇ ਸਪੈਸ਼ਲੀ IT ਰਿਲੇਟਡ ਕੀ ਪ੍ਰੋਬਲਮਸ ਆ ਰਹੀਆਂ ਬੱਚਿਆਂ ਨੂੰ, ਜਿਹਨਾਂ ਕੋਲ ਐਕਸਪੀਰੀਅੰਸ ਵੀ ਹੁੰਦਾ ਇੰਡੀਆ 'ਚ, ਉਹ ਵੀ ਇੱਕ ਵਧੀਆ ਜੋਬ ਲੱਭਣ 'ਚ ਬਹੁਤ ਸਾਰੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਉਹਦੇ ਰਿਲੇਟਡ ਵੀ ਬਾਜਵਾ ਸਾਹਿਬ ਨਾਲ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ। ਤਾਂ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਕੀ ਗੱਲ ਮੁੰਡਿਆ, ਬੜਾ ਉਦਾਸ ਜਾ ਬੈਠਾ? ਕੀ ਦੱਸਾਂ, ਮੇਰਾ ਤਾਂ ਅੱਜ ਫੇਰ ਲੋਡ ਕੈਂਸਲ ਹੋ ਗਿਆ। ਬਸ ਇੰਨੀ ਕੁ ਗੱਲ, ਹੁਣੇ BTS ਕੈਰੀਅਰ ਇੰਕ ਉੱਤੇ ਚੱਲ। ਉਹਨਾਂ ਨੂੰ ਜ਼ਰੂਰਤ ਹੈ ਓਨਰ, ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ। Come on by here and see us at BTS. We're always hiring professional drivers. We offer great pay, a dedicated team of dispatchers, and all new equipment. ਜੀ ਹਾਂ, ਤੁਸੀਂ ਚੰਗੀ ਮਾਈਲੇਜ ਦੇ ਨਾਲ ਬਹੁਤ ਵਧੀਆ ਡਾਲਰ ਕਮਾ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਰਸਟੀ ਸੇਖੋਂ ਉਹਨਾਂ ਨੂੰ 734 737 0441 ਉੱਤੇ। ਜੀ ਹਾਂ, 734 737 0441 ਉੱਤੇ ਤੁਸੀਂ ਰਸਟੀ ਸੇਖੋਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਜਾਂ ਵਿਜ਼ਿਟ ਕਰੋ btscareers.com। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ, ਤਾਂ ਭਰੋਸੇਯੋਗ ਇੱਕੋ ਇੱਕ ਨਾਂ
BTS ਟਰੱਕ ਰਿਪੇਅਰ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਕੀ ਗੱਲ ਬੜੀਆਂ ਟੌਰਾਂ ਕੱਢੀਆਂ ਅੱਜ, ਖਾਸ ਗੱਲ ਆ ਕੋਈ? ਅੱਜ ਤੇਰੇ ਵੀਰ ਨੂੰ ਟਰੱਕ ਦੀਆਂ ਚਾਬੀਆਂ ਮਿਲਣੀਆਂ। ਮੈਂ ਟਰੱਕ ਪ੍ਰਾਈਡ ਟਰੱਕ ਸੇਲ ਤੋਂ ਖਰੀਦਿਆ। ਸਾਰਾ ਕੰਮ ਪ੍ਰਾਈਡ ਟਰੱਕ ਸੇਲ ਦੇ ਸਿਮਰ ਸਿੰਘ ਹੋਣਾ ਨੇ ਝਟਪਟ ਕਰਵਾ ਦਿੱਤਾ। ਦੋਸਤੋ, ਜੇ ਤੁਸੀਂ ਵੀ ਸ਼ਾਨਦਾਰ ਟਰੱਕ ਵਾਜਬ ਕੀਮਤ ਉੱਤੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਿਮਰ ਸਿੰਘ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਪ੍ਰਾਈਡ ਟਰੱਕ ਸੇਲ ਦੀ ਲੋਕੇਸ਼ਨ 500 ਟੈਰਨ ਸਟਰੀਟ, ਮੋਨਰੋ, ਮਿਸ਼ੀਗਨ ਵਿਖੇ ਜਾਣਾ। ਜੀ ਹਾਂ ਦੋਸਤੋ, ਸਿਮਰ ਸਿੰਘ ਹੋਣਾ ਦੇ ਨਾਲ ਤੁਸੀਂ ਰਾਬਤਾ ਕਰਨਾ ਉਹਨਾਂ ਦੇ ਸੈੱਲ ਫੋਨ ਉੱਤੇ 313 466 7000 313 466 7000 ਜਾਂ ਉਹਨਾਂ ਦਾ ਆਫਿਸ ਨੰਬਰ 866 517 6527 866 517 6527 ਪ੍ਰਾਈਡ ਟਰੱਕ ਸੇਲਸ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ। ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਤੁਹਾਡਾ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਤਾਂ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਸਪੈਸ਼ਲੀ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਹੁਣ ਆਉਣ ਵਾਲੇ ਟਾਈਮ 'ਚ ਆਪਣੀ ਜੌਬਸ ਲੱਭਣੀਆਂ ਜਾਂ ਜਿਹੜੇ ਕੁਝ ਓਪਰਚੁਨਿਟੀਜ਼ ਦੀ ਵੇਟ ਕਰ ਰਹੇ ਆ। ਤਾਂ ਇੱਕ ਚੀਜ਼ ਮੈਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਕਿ ਜੇ ਤੁਸੀਂ GTA 'ਚ ਜੌਬ ਨਹੀਂ ਨਾ ਲੱਭ ਸਕਦੇ ਤਾਂ ਮੈਨੂੰ ਲੱਗਦਾ ਕਿ ਹੋਰ ਕਿਤੇ ਵੀ ਜੌਬ ਲੱਭਣਾ ਬਹੁਤ ਔਖਾ। ਜਿੰਨੀਆਂ ਓਪਰਚੁਨਿਟੀਜ਼ ਬਾਜਵਾ ਸਾਹਿਬ GTA ਦੇ ਵਿੱਚ ਹੈ, ਤੇ ਜੇ ਆਪਾਂ ਕਿਤੇ ਹੋਰ ਪ੍ਰੋਵਿੰਸ 'ਚ ਲੋਕੀ ਉੱਧਰੋਂ ਇੱਧਰ ਆ ਰਹੇ ਆ ਕੰਮ ਕਰਨ ਵਾਸਤੇ, ਤੇ ਆਪਣੇ ਬੱਚੇ ਉੱਧਰ ਮੂਵ ਹੋ ਰਹੇ ਆ, ਤੇ ਕਈ ਕੰਸਲਟੈਂਟਾਂ ਦੇ ਘਰ ਭਰ ਰਹੇ ਆ ਜੀ। 20,000 25,000 30,000 ਡਾਲਰ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਬੱਚਿਆਂ ਨੂੰ ਇੱਕ ਸਿੰਪਲ B ਲੈਵਲ ਦੀ ਜੌਬ ਵਾਸਤੇ, ਜਿਹਦੀ ਮਿਨੀਮਮ ਵੇਜ ਉਹਨਾਂ ਨੂੰ ਦਿੰਦੇ ਆ ਜੀ $14 $15, ਤੇ 25,000 30,000 ਇੱਕ PR ਨੂੰ ਨਾ ਲੋਕਾਂ ਨੇ ਹਊਆ ਬਣਾ ਰੱਖਿਆ ਕਿ ਉਹਨਾਂ ਨੂੰ ਕੀ ਕੋਸ਼ਿਸ਼ ਕੀ ਉਹਨਾਂ ਦੀ ਹੁੰਦੀ ਹੈ ਕਿ ਇਹਨਾਂ ਨੂੰ ਕਿਤੇ ਰੈਸਟੋਰੈਂਟ, ਕੋਈ ਵੀ ਜੌਬ ਮਾੜੀ ਚੰਗੀ ਨਹੀਂ ਆ, ਪਰ ਇਹ ਹੈ ਕਿ ਜਿਹੜੇ ਬੰਦੇ ਕੋਲ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਸਰ ਉਹਨਾਂ ਨੂੰ ਜਿਹੜਾ ਭੇਜਿਆ ਜਾ ਰਿਹਾ ਕਿ ਰੈਸਟੋਰੈਂਟ 'ਚ ਜੌਬ ਕਰਨ ਨੂੰ, ਉਹਨਾਂ ਨੂੰ ਭੇਜਿਆ ਜਾ ਰਿਹਾ ਕੋਈ ਸਿਕਿਉਰਿਟੀ ਸੁਪਰਵਾਈਜ਼ਰ, ਜਦ ਕਿ ਉਹਨਾਂ ਕੋਲ ਇੰਡੀਆ ਤੋਂ 2-3 ਸਾਲ ਦਾ ਐਕਸਪੀਰੀਅੰਸ ਆ, ਇੱਥੇ ਵੀ ਉਹਨਾਂ ਕੋਲ ਥੋੜਾ ਬਹੁਤਾ ਐਕਸਪੀਰੀਅੰਸ ਆ। ਇਹ ਜਿਹੜੇ ਐਕਸਪਲੋਇਟ ਕੀਤਾ ਜਾ ਰਿਹਾ, ਇਹਦੇ ਬਾਰੇ ਬਾਜਵਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਇਹ ਨਾ ਇਟਸੈਲਫ ਇੱਕ ਟੌਪਿਕ ਆ। ਹਾਂਜੀ, ਜਿਹੜੀ ਐਕਸਪਲੋਇਟੇਸ਼ਨ, ਕਈ ਵਾਰੀ ਮਨ ਬਹੁਤ ਖਰਾਬ ਹੁੰਦਾ ਇਸ ਚੀਜ਼ ਨੂੰ ਸੋਚ ਕੇ। ਬੱਚੇ ਦੀ ਐਕਸਪਲੋਇਟੇਸ਼ਨ ਅਸਲ ਵਿੱਚ ਇੰਡੀਆ 'ਚ ਸ਼ੁਰੂ ਹੋ ਜਾਂਦੀ ਜਦੋਂ ਆਈਲੈਟਸ ਦੀ ਸੋਚਦਾ ਜਾਂ ਬਾਹਰ ਦੀ ਸੋਚਦਾ। ਇਹ ਡਿਫਰੈਂਟ ਟੌਪਿਕ ਹੈ, ਬੜਾ ਮਤਲਬ ਕਿ ਆਪਾਂ ਬਹੁਤ ਚਿਰ ਇੱਥੇ ਇਕੱਲੇ ਦੀ ਟੌਪਿਕ ਤੇ ਬੋਲ ਸਕਦੇ ਹਾਂ। ਪਰ ਇਹ ਹੈ ਕਿ ਜਿਹੜੀ ਹੈ ਨਾ ਆਪਣੀ ਇੱਥੇ ਸਾਡੇ ਜਿਹੜੇ ਸਟੂਡੈਂਟਸ ਆਉਂਦੇ ਆ, ਤਾਂ ਮੈਂ ਇੱਕ ਮੋਟੀ ਜਿਹੀ ਗੱਲ ਦੱਸਦਾ। ਕੈਨੇਡੀਅਨ ਰੈਵਨਿਊ ਜਿਹੜਾ ਹੈ $15.6 ਬਿਲੀਅਨ ਸੀਗਾ 2016 ਦੇ ਵਿੱਚ। ਹਾਂਜੀ, ਠੀਕ ਹੈ। ਮਤਲਬ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜਾ ਰੈਵਨਿਊ ਦਿੱਤਾ ਕੈਨੇਡਾ ਨੂੰ, ਅੱਜ 2020 ਆ। ਹਾਂਜੀ, 27% ਜਿਹੜੀ ਹੈ ਨਾ ਸਟੂਡੈਂਟ ਇਨਟੇਕ ਜਿਹੜੀ ਇਨਕਰੀਜ਼ ਹੋਈ ਹੈ ਇੱਥੇ। ਹਾਂਜੀ, ਉਹਦੇ ਨਾਲ ਦੇਖੋ ਕਿੰਨਾ ਰੈਵਨਿਊ ਜਿਹੜਾ ਹੋ ਰਿਹਾ, ਆਲਮੋਸਟ $30 ਬਿਲੀਅਨ ਦੇ ਕਰੀਬ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਨਾ ਉਹ ਐਡ ਕਰਦਾ ਇੱਥੇ। ਤੇ ਇਹ ਦੇਖ ਕੇ ਕਈ ਵਾਰੀ ਬੜਾ ਦੁੱਖ ਹੁੰਦਾ ਵਾ ਕਿ ਸਟੂਡੈਂਟ ਕਿੰਨਾ ਐਕਸਪਲੋਇਟ ਹੁੰਦਾ। ਮਤਲਬ ਇੱਕ ਤਾਂ ਕਿੰਨਾ ਕੰਟਰੀਬਿਊਟ ਕਰ ਰਿਹਾ ਉਹ ਰੈਵਨਿਊ ਦੇ ਵਿੱਚ, ਤੇ ਦੂਸਰੀ ਗੱਲ ਆ ਉਲਟਾ ਉਹ ਐਕਸਪਲੋਇਟ ਹੁੰਦਾ ਹੈ ਨਾ। ਪਰ ਇਹ ਚਲੋ ਡਿਫਰੈਂਟ ਟੌਪਿਕ ਆ, ਫਿਰ ਕਿਤੇ ਗੱਲ ਕਰਾਂਗੇ। ਇਹ ਹੈ ਕਿ ਜਦੋਂ ਸਟੂਡੈਂਟਸ ਜਿਹੜੇ ਇੱਥੇ ਆਉਂਦੇ ਆ ਨਾ, ਉਹ ਬੜੇ ਫੋਕਸ ਹੋਣੇ ਚਾਹੀਦੇ ਆ ਮੇਰੇ ਹਿਸਾਬ ਨਾਲ। ਹਾਂਜੀ, ਤੇ ਉਹ ਡਾਇਰੈਕਸ਼ਨ ਜ਼ਰੂਰ ਹੋਣੀ ਚਾਹੀਦੀ ਉਹਨਾਂ ਦੀ, ਹੈ ਨਾ। ਉਹ ਡਾਇਰੈਕਸ਼ਨ ਨਾ ਹੋਣ ਦੇ ਕਰਕੇ ਕੀ ਹੁੰਦਾ ਹੈ ਕਿ ਉਹ ਨਾ ਦੂਸਰੇ ਰਸਤਿਆਂ ਤੇ ਪੈ ਜਾਂਦੇ। ਜਦੋਂ ਤੁਸੀਂ ਗੱਲ ਕੀਤੀ ਆ ਆਪਣੀ ਆ ਸਾਰੀ ਐਕਸਪਲੋਇਟੇਸ਼ਨ ਜਿਹੜੀ ਆ ਹੋ ਰਹੀ ਹੈ ਬੱਚਿਆਂ ਦੀ, ਸਾਨੂੰ ਸਾਰਿਆਂ ਨੂੰ ਪਤਾ। ਹਾਂਜੀ, ਤੇ ਇਹ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਬੜਾ ਕੌਨਸ਼ੀਅਸ ਹੋਣਾ ਚਾਹੀਦਾ। ਮੇਰੇ ਵਿਦਿਆਰਥੀ ਸੀਗੇ, ਮੇਰੇ ਆਪਣੇ ਬੱਚੇ ਪੜ੍ਹਾਉਂਦਾ ਰਿਹਾ ਮੈਂ ਹੰਬਰ ਦੇ ਵਿੱਚ। ਜਦੋਂ ਕਈ ਬੱਚਿਆਂ ਨੇ B.Tech ਕੀਤੀ ਹੁੰਦੀ ਇੰਡੀਆ ਤੋਂ, B.Tech ਤੋਂ ਬਾਅਦ 3-3 ਸਾਲ ਦਾ ਐਕਸਪੀਰੀਅੰਸ ਲਿਆ ਹੁੰਦਾ,
ਉਹਦਾ ਰੀਜ਼ਨ ਇਹ ਹੈ ਕਿ ਉਹ ਦੇਖੋ ਉਹ ਇਹ ਚੀਜ਼ ਨੂੰ ਨਾ ਸੋਚਦੇ ਨਹੀਂ ਵੀ ਸਾਨੂੰ ਇਹਦੇ ਵਾਸਤੇ ਜੌਬ ਮਿਲ ਸਕਦੀ ਹੈ, ਸਾਨੂੰ ਇਹ ਆਪਣੀ ਫੀਲਡ 'ਚ, ਚਾਹੇ ਡਜ਼ਨਟ ਮੈਟਰ IT, ਇਲੈਕਟ੍ਰੋਨਿਕਸ, ਮਾਰਕੀਟਿੰਗ, ਫਾਈਨੈਂਸ, ਇੱਥੇ ਬਹੁਤ ਜ਼ਿਆਦਾ ਜਿਹੜੀਆਂ ਐਜ਼ ਮਤਲਬ ਹੁਣ ਮੇਰੇ ਪਿਛਲੇ 6 ਸਾਲਾਂ ਤੋਂ ਜਿੱਦਾਂ ਮੈਂ ਆਪਣੀ ਟੀਮ ਬਿਲਡ ਕੀਤੀ ਹੈ, ਕਾਫੀ ਜਿਹੜੀਆਂ ਹਾਇਰਿੰਗ ਕੀਤੀਆਂ, ਤੇ ਤੁਹਾਨੂੰ ਬੰਦੇ ਨਹੀਂ ਲੱਭਦੇ ਸਕਿਲਡ, ਜਿਹੜੀਆਂ ਸਕਿੱਲਸ ਜਿਹੜੀਆਂ ਸਾਡੇ ਬੱਚਿਆਂ ਕੋਲ ਹੈਗੀਆਂ, ਜਿਹੜੀਆਂ ਕੁਆਲੀਫਿਕੇਸ਼ਨ ਸਾਡੇ ਬੱਚਿਆਂ ਕੋਲ ਹੈਗੀਆਂ ਨੇ, ਉਹ ਕੁਆਲੀਫਿਕੇਸ਼ਨ ਜਿਹੜੀਆਂ ਨੇ ਬਹੁਤ ਹਾਰਡਲੀ ਅਵੇਲੇਬਲ ਨੇ, ਠੀਕ ਹੈ। ਪਰ ਆਪਣੇ ਬੱਚੇ ਜਿਹੜੇ ਆ ਨਾ ਉਧਰ ਜਾਂਦੇ ਹੀ ਨਹੀਂ ਉਸ ਰਸਤੇ ਵੱਲ, ਸ਼ਾਇਦ ਉਹਨਾਂ ਨੂੰ ਇਹ ਡਰ ਹੈ ਕਿ ਪਤਾ ਨਹੀਂ ਸਾਡੀ ਸਿਲੈਕਸ਼ਨ ਹੋਣੀ ਆ ਜਾਂ ਪਤਾ ਨਹੀਂ ਸਾਡੀ ਇੰਟਰਵਿਊ ਕਿੱਦਾਂ ਦੀ ਹੋਣੀ ਆ। ਇਹ ਡਰ ਨੂੰ ਸਾਨੂੰ ਕੱਢ ਦੇਣਾ ਚਾਹੀਦਾ। ਫੇਲੀਅਰ ਐਂਡ ਆਫ ਦਾ ਡੇ ਤਾਂ ਤੁਹਾਨੂੰ ਜੌਬ ਨਹੀਂ ਮਿਲਦੀ ਤੇ ਐਕਸਪੀਰੀਅੰਸ ਤੇ ਮਿਲਦਾ ਨਾ, ਇੰਟਰਵਿਊ ਐਕਸਪੀਰੀਅੰਸ ਤੇ ਮਿਲਦਾ ਨਾ, ਉਹ ਇਨਵੈਲਿਊਏਬਲ ਆ। ਉਹ ਐਕਸਪੀਰੀਅੰਸ ਤੁਸੀਂ ਕਿਤੋਂ ਨਹੀਂ ਲੈ ਸਕਦੇ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜ਼ਰੂਰ ਪੈਸ਼ਨਲੀ ਜਿਹੜਾ ਤੁਹਾਡਾ ਆਪਣਾ ਹੈਗਾ ਫੀਲਡ ਨਾ, ਉਹਦੇ ਵਿੱਚ ਅਪਲਾਈ ਕਰਨਾ ਸ਼ੁਰੂ ਕਰੋ, ਚੰਗਾ ਰੈਜ਼ੂਮੇ ਬਣਾ ਕੇ ਇੰਟਰਵਿਊ 'ਤੇ ਜਾਓ। ਸਿਲੈਕਸ਼ਨ ਨਹੀਂ ਹੁੰਦੀ ਉਹ ਵੱਖਰੀ ਗੱਲ ਆ, ਐਟਲੀਸਟ ਐਕਸਪੀਰੀਅੰਸ ਜਿਹੜਾ ਲੈ ਕੇ ਆਓ। ਤੇ ਮੈਂ ਤੁਹਾਨੂੰ ਗਰੰਟੀ ਨਾਲ ਦੱਸ ਦੇਣਾ, ਮੇਰੇ ਬੱਚੇ 3-4 ਸੀਗੇ, ਸਟੂਡੈਂਟ ਸੀਗੇ, ਵਿਦਿਆਰਥੀ, ਉਹ ਜਿੱਦਾਂ ਮੈਂ ਗੱਲ ਕੀਤੀ ਵਲੰਟੀਅਰ ਦੀ, ਉਹ ਇੱਕ ਨੇ ਜਿਹੜਾ ਸਟੇਪਲਸ ਵਲੰਟੀਅਰ ਕਰਨਾ ਸ਼ੁਰੂ ਕੀਤਾ, ਵਿਦਨ 3 ਮੰਥਸ ਉਹਨਾਂ ਨੇ ਉਹਨੂੰ ਉੱਥੇ ਐਸੋਸੀਏਟ ਹਾਇਰ ਕਰ ਲਿਆ। ਠੀਕ ਹੈ, ਹੁਣ ਇਸ ਵੇਲੇ ਉਹ ਚੰਗੀ ਵਧੀਆ ਜੌਬ ਤੇ ਆ, ਮਤਲਬ ਉੱਥੋਂ ਐਕਸਪੀਰੀਅੰਸ ਜਿਹੜਾ ਨੇ ਬਿਲਡ ਕੀਤਾ। ਮੈਂ ਆਪਣੇ ਦਰਸ਼ਕਾਂ ਨੂੰ ਦੁਬਾਰਾ ਦੱਸਣਾ ਚਾਹਾਂਗਾ ਕਿ ਬਾਜਵਾ ਸਾਹਿਬ ਨੇ ਅੰਬਰ ਕਾਲਜ 'ਚ ਵੀ ਟੀਚ ਕੀਤਾ, ਠੀਕ ਹੈ ਜੀ। ਕਿੰਨਾ ਟਾਈਮ ਤੁਸੀਂ ਉੱਥੇ ਕੀਤਾ ਜੀ? ਮੈਂ ਕੋਈ 3 ਸਾਲ ਟੀਚ ਕੀਤਾ। ਤੇ ਕਿਹੜਾ ਸਬਜੈਕਟ ਸੀ ਤੁਹਾਡਾ ਮੇਨਲੀ? ਮੇਰਾ IT ਸੀਗਾ। ਓਕੇ ਜੀ। ਤੇ ਉੱਥੇ ਵੀ ਹੰਬਰ ਕਾਲਜ ਦੇਖੋਗੇ, ਜਦੋਂ ਮੈਂ ਐਜ਼ ਅ ਸਟੂਡੈਂਟ ਜੁਆਇਨ ਕੀਤਾ ਸੀ, ਹਾਂਜੀ, ਮਤਲਬ ਹੰਬਰ ਕਾਲਜ ਦਾ ਨਾ ਇੱਕ ਪ੍ਰੋਗਰਾਮ ਸੀਗਾ ਇੰਟਰਨੈਸ਼ਨਲ IT ਪ੍ਰੋਫੈਸ਼ਨਲਸ ਵਾਸਤੇ, ਉਹਨੂੰ ਕਹਿੰਦੇ ਆ ਰੈਂਪ ਅਪ ਪ੍ਰੋਗਰਾਮ ਕਹਿੰਦੇ ਆ ਉਹਨੂੰ। ਉਹਦੇ 'ਚ ਮੈਂ ਐਜ਼ ਅ ਸਟੂਡੈਂਟ ਜੁਆਇਨ ਕੀਤਾ ਸੀਗਾ, ਫ੍ਰੀ ਪ੍ਰੋਗਰਾਮ ਸੀਗਾ। ਤੇ ਉਹ ਮਤਲਬ ਕਿ ਜਦੋਂ ਮੈਂ ਮਹੀਨਾ ਕੋ ਕਲਾਸ 'ਚ ਗਿਆ, ਮੇਰੇ ਟੀਚਰਸ ਨੇ ਚੰਗੀ ਫੀਡਬੈਕ ਦਿੱਤੀ, ਜਿਹੜਾ ਸਾਡਾ ਪ੍ਰੋਗਰਾਮ ਕੋਆਰਡੀਨੇਟਰ ਸੀਗਾ, ਕਿ ਇਹਨੂੰ ਸ਼ਾਇਦ ਇਹ ਪ੍ਰੋਗਰਾਮ ਦੀ ਲੋੜ ਨਹੀਂ। ਹਾਂਜੀ। ਤੇ ਉਹਨੇ ਜਿਹੜਾ ਸਾਡਾ ਪ੍ਰੋਗਰਾਮ ਕੋਆਰਡੀਨੇਟਰ ਸੀਗਾ, ਉਹਨੇ ਮੈਨੂੰ ਆਫਰ ਕੀਤਾ ਐਜ਼ ਅ ਟੀਚਿੰਗ ਅਸਿਸਟੈਂਟ। ਅੱਛਾ ਜੀ। ਤੇ ਉਹ ਮੈਂ ਸਟੂਡੈਂਟ ਤੋਂ ਬਾਅਦ ਵਿਦਨ 1.5 ਮੰਥ ਐਜ਼ ਅ ਟੀਚਿੰਗ ਅਸਿਸਟੈਂਟ ਜਿਹੜਾ ਸੀਗਾ ਉਹ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਟਾਈਮ ਮੈਨੂੰ ਇੰਸਟਰਕਟਰ ਦੇ ਫਿਰ ਐਸੋਸੀਏਟ ਪ੍ਰੋਫੈਸਰ ਜਿਹੜਾ ਉੱਥੇ ਮੈਨੂੰ ਉਹਨਾਂ ਨੇ ਕੋਰਸਿਸ ਦਿੱਤੇ ਸੀ ਹੰਬਰ ਕਾਲਜ। ਤੇ ਉੱਥੋਂ ਜਿਹੜੇ ਮੇਰੇ ਬੱਚੇ ਸੀਗੇ ਉਹ 60 ਤੋਂ 65% ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ, ਜਿਹਦੇ ਵਿੱਚੋਂ 30 ਤੋਂ 35% ਸਾਡੇ ਪੰਜਾਬ ਦੇ ਬੱਚੇ ਸੀਗੇ। ਹਾਂਜੀ। ਤੇ ਮੈਨੂੰ ਹੈਰਾਨਗੀ ਹੁੰਦੀ ਉਹਨਾਂ ਦਾ ਪੋਟੈਂਸ਼ੀਅਲ ਦੇਖ ਕੇ, ਉਹਨਾਂ ਦਾ ਸਕਿੱਲ ਦੇਖ ਕੇ, ਕਿਉਂਕਿ ਇੱਥੇ ਜਿਹੜੇ ਪ੍ਰੋਗਰਾਮ ਲੈ ਕੇ ਆਉਂਦੇ ਆ, ਜਿਹੜੇ ਬੀਟੈਕ ਜਿਹੜੇ ਬੰਦੇ ਨੇ ਕੀਤੀ ਆ, ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਹਾਂਜੀ। ਤੇ ਉਹ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ, ਮੈਂ ਤੁਹਾਡੇ ਕੋਲ ਇੰਨੀ ਤੁਹਾਡੇ ਕੋਲ ਨੌਲੇਜ ਆਲਰੇਡੀ ਹੈਗੀ ਆ, ਜਿਹੜਾ ਟਾਈਮ ਹੈ ਨਾ ਹੁਣ ਤੁਹਾਡਾ ਸਟੱਡੀ ਦਾ, ਇਹਨੂੰ ਯੂਟਿਲਾਈਜ਼ ਕਰੋ, ਐਕਸਪਲੋਰ ਕਰੋ, ਕਿਹੜੇ ਜਿਹੜੀਆਂ ਜੌਬ ਪੋਸੀਬਿਲਿਟੀਜ਼ ਜਿਹੜੀਆਂ ਹੈਗੀਆਂ ਨੇ, ਠੀਕ ਹੈ ਜੀ, ਤੇ ਉਹਨਾਂ ਨੂੰ ਐਕਸਪਲੋਰ ਕਰੋ। ਕਈਆਂ ਨੇ ਕੀਤਾ ਵੀ, ਉਸ ਚੀਜ਼ ਨੂੰ ਫੋਲੋ ਵੀ ਕੀਤਾ, ਔਰ ਉਹ ਸਕਸੈਸਫੁਲ ਵੀ ਹੈ। ਤੇ ਬਾਜਵਾ ਸਾਹਿਬ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ ਕਿ ਸਪੈਸ਼ਲੀ ਜਦੋਂ ਆਪਣੀਆਂ ਜਿਹੜੀਆਂ ਧੀਆਂ ਭੈਣਾਂ ਇੱਥੇ ਆਉਂਦੀਆਂ, ਠੀਕ ਹੈ ਨਾ, ਉਹਨਾਂ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਮਾਸਟਰਸ ਤੋਂ ਬਾਅਦ ਕਈ ਵਾਰ ਆਉਂਦੀਆਂ, ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਇੰਡੀਆ 'ਚ ਵੀ ਟੀਚਿੰਗ ਦਾ, ਠੀਕ ਹੈ। ਪਰ ਜੇ ਇੱਥੇ ਆਪਾਂ ਗੱਲ ਕੀਤੀ ਜਾਵੇ, ਆਪਾਂ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਜਾਂ ਐਲੀਮੈਂਟਰੀ ਸਕੂਲਸ ਦੀ ਗੱਲ ਕੀਤੀ ਜਾਵੇ, ਉੱਥੇ ਇੱਕ ਬਹੁਤ ਲੰਬਾ ਪ੍ਰੋਸੈਸ ਹੈ। ਤੁਹਾਨੂੰ ਪਹਿਲਾਂ ਕੁਝ ਕੋਰਸਿਸ ਕਰਨੇ ਪੈਂਦੇ ਆ, ਫਿਰ ਤੁਹਾਨੂੰ ਐਜ਼ ਅ ਸਪਲਾਈ ਟੀਚਰ ਭੇਜਦੇ ਆ, ਫਿਰ ਉਸ ਤੋਂ ਬਾਅਦ ਤੁਹਾਨੂੰ ਪਰਮਾਨੈਂਟ ਟੀਚਰ ਹਾਇਰ ਕਰਦੇ ਆ। ਉਹ ਆਈ ਥਿੰਕ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ 2-3 ਸਾਲ ਦਾ ਪ੍ਰੋਸੈਸ ਲੱਗ ਜਾਂਦਾ, ਠੀਕ ਹੈ। ਤੇ ਜਿੱਦਾਂ ਤੁਸੀਂ ਇਹਨਾਂ ਨੇ ਤੁਹਾਨੂੰ ਉੱਥੇ ਜਦੋਂ ਆਫਰ ਕੀਤਾ ਐਜ਼ ਅ ਅਸਿਸਟੈਂਟ ਪ੍ਰੋਫੈਸਰ, ਤੇ ਉਹਦੇ ਵਾਸਤੇ ਇਹਨਾਂ ਦੇ ਕੋਈ ਪ੍ਰੋਟੋਕੋਲਸ ਨਹੀਂ ਸੀਗੇ ਕਿ ਤੁਹਾਨੂੰ ਕੋਈ ਇੱਥੋਂ ਕੋਈ ਸਟੱਡੀ ਕੀਤੀ ਹੋਣੀ ਚਾਹੀਦੀ ਜਾਂ ਕੋਈ ਟੈਸਟ ਕਲੀਅਰ ਕਰਨਾ ਪੈਣਾ ਜਾਂ ਕੁਝ ਇਦਾਂ ਦਾ? ਉਹਦੇ ਵਿੱਚ ਇੰਟਰਵਿਊ ਹੋਏ ਸੀਗੀਆਂ। ਉਹ ਸਭ ਤੋਂ ਵੱਡੀ ਜਿਹੜੀ ਸੀਗੀ ਨਾ, ਉਹ ਸੀਗੀ ਫੀਡਬੈਕ ਬੱਚਿਆਂ ਦੀ। ਉਹ ਜਦੋਂ ਮੈਂ TA ਸੀਗਾ, ਉੱਥੋਂ ਫੀਡਬੈਕ ਚੰਗੀ ਗਈ। ਜਦੋਂ ਮੈਂ ਉਹਨਾਂ ਨੇ ਐਜ਼ ਇੰਸਟਰਕਟਰ ਹਾਇਰ ਕੀਤਾ, ਉਹਨਾਂ ਦੀ ਬਹੁਤ ਸੋਹਣੀ ਫੀਡਬੈਕ ਗਈ। ਉਹਨਾਂ ਨੇ ਫੋਕਸ ਘੱਟ ਕੀਤਾ। ਮੇਰਾ ਜਿਹੜਾ ਐਕਸਪੀਰੀਅੰਸ ਸੀਗਾ, ਟੀਚਿੰਗ ਐਕਸਪੀਰੀਅੰਸ ਮੈਨੂੰ ਇੰਨਾ ਜ਼ਿਆਦਾ ਨਹੀਂ ਸੀ ਹੈਗਾ ਇੰਡੀਆ, ਬਹੁਤ ਥੋੜਾ ਸੀਗਾ, ਪਰ ਉਹਨਾਂ ਨੇ ਉਹ ਚੀਜ਼ ਨੂੰ ਨਜ਼ਰ ਰੱਖ ਕੇ ਮੈਨੂੰ ਜਿਹੜੀ ਅੱਗੇ ਓਪਰਚੁਨਿਟੀਜ਼ ਦਿੱਤੀਆਂ ਨੇ ਫਰਦਰ ਜਿਹੜੀਆਂ ਪੜਾਉਣ ਵਾਸਤੇ। ਡਿਗਰੀਜ਼ ਵਗੈਰਾ ਜਿਹੜੀਆਂ ਉਹ ਤੇ ਚਲੋ ਉਹਨਾਂ ਦੀ ਫਾਰਮੈਲਿਟੀ ਆ, ਉਹਨਾਂ ਨੇ ਦੇਖਣੀਆਂ ਹੁੰਦੀਆਂ ਨੇ, ਪਰ ਉਹਦੇ ਵਿੱਚ ਐਜ਼ ਸੱਚ ਮੈਨੂੰ ਉਹਨਾਂ ਨੇ ਕੋਈ ਐਕਸਪੀਰੀਅੰਸ ਤੇ ਰਿਲੇਟਡ ਕੋਈ ਮਤਲਬ ਐਕਸਪੀਰੀਅੰਸ ਇੱਕ ਕੰਸਟ੍ਰੇਂਟ ਨਹੀਂ ਸੀ, ਕਿਉਂਕਿ ਮੇਰੀ ਫੀਡਬੈਕ ਜਿਹੜੀ ਸੀ ਉਹ ਚੰਗੀ ਸੀਗੀ ਉਹਦੇ ਵਿੱਚ ਜਿਹੜੇ ਪ੍ਰੋਗਰਾਮ ਮੈਂ ਟੀਚ ਕੀਤੇ ਸੀਗੇ। ਤੇ ਇੱਕ ਬਾਜਵਾ ਸਾਹਿਬ ਨਾਲ ਜਦੋਂ ਸਾਡੀ ਕੱਲ ਡਿਸਕਸ਼ਨ ਹੋਈ ਸੀ, ਬਾਜਵਾ ਸਾਹਿਬ ਪਿੱਛੇ ਜੇ ਇੱਕ ਇਸ਼ੂ ਬੜਾ ਚੱਲਿਆ ਸੀ ਕਿ ਹਾਂ ਵੀ ਸਟੂਡੈਂਟ ਇਹ ਕਰ ਰਹੇ ਆ ਨਾ, ਇਹ ਕਿ ਕੁਛ ਆਪਾਂ ਕਹਿ ਸਕਦੇ ਕਿ ਕੁਝ % ਜੇ ਕੁਝ ਵਿੱਚੋਂ ਕੋਈ ਖਰਾਬੀ ਕਰਦਾ, ਆਪਾਂ ਉਹਨੂੰ ਸਟੇਟਸ ਨਾਲ ਜੋੜ ਕੇ ਨਹੀਂ ਦੇਖ ਸਕਦੇ। ਉਹ ਕਿਸੇ ਵੀ ਸਟੇਟਸ ਵਾਲਾ ਹੋ ਸਕਦਾ, ਇੱਥੇ ਦਾ ਸਿਟੀਜ਼ਨ ਵੀ ਹੋ ਸਕਦਾ। ਉਦੋਂ ਤੁਸੀਂ ਮੀਟਿੰਗਾਂ ਵੀ ਅਟੈਂਡ ਕੀਤੀਆਂ 2-3 ਇੱਥੇ, ਉਦੋਂ ਕੀ ਕੁਐਸਚਨ ਰੇਜ਼ ਕੀਤੇ ਜੀ? ਮਤਲਬ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਤਾਂ ਦੁੱਖ ਲੱਗਦਾ ਇਸ ਚੀਜ਼ ਨੂੰ ਸੋਚ ਕੇ ਵੀ, ਇਹ ਬੱਚੇ ਦੀ ਜਿਹੜੀ ਐਕਸਪਲੋਇਟੇਸ਼ਨ ਜਿਹੜੀ ਹੈ, ਜਿਹਦਾ ਤੁਸੀਂ ਦੱਸਿਆ ਚੰਗੇ ਵੀ ਆ ਮਾੜੇ ਵੀ ਆ। ਦੇਖੋ ਬੱਚੇ ਤੇ ਬੱਚੇ ਆ। ਹਾਂਜੀ, ਸਹੀ ਹੈ ਜੀ। ਮੈਂ ਤਾਂ ਇਹ ਸੋਚਦਾ ਕਿ ਜਿਹੜਾ ਬੰਦਾ ਐਕਸਪੀਰੀਅੰਸ ਹੈਗਾ, ਹਾਂਜੀ, ਜੇ ਬੱਚਾ, ਚਲੋ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਕਈ ਬੱਚੇ ਜਿਹੜੇ ਆ ਉਹ ਗਲਤੀਆਂ ਕਰਦੇ ਵੀ ਆ, ਤੇ ਸਾਨੂੰ ਸਭ ਤੋਂ ਪਹਿਲਾਂ ਤੇ ਮਾਫ ਕਰਨਾ ਚਾਹੀਦਾ ਉਹਨਾਂ ਗਲਤੀਆਂ ਨੂੰ। ਉਹਨਾਂ ਨੂੰ ਵੇਖਣਾ ਚਾਹੀਦਾ ਵੀ ਅਸੀਂ ਉਹਨਾਂ ਨੂੰ ਸਹੀ ਡਾਇਰੈਕਸ਼ਨ ਕਿੱਦਾਂ ਦੇ ਸਕਦੇ ਹਾਂ।
ਉਲਟਾ ਕਿ ਅਸੀਂ ਉਹਨਾਂ ਦੇ ਖਿਲਾਫ ਖੜੇ ਹੋ ਜਾਈਏ, ਹਨਾ। ਠੀਕ ਹੈ ਜੀ। ਬੱਚੇ ਤੇ ਸਾਡੇ ਹੀ ਆ। ਹਾਂਜੀ, ਸਹੀ ਹੈ ਜੀ। ਤੇ ਮਤਲਬ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ ਐਜ਼ ਅ ਕੈਨੇਡੀਅਨ ਸਿਟੀਜ਼ਨਸ, ਜਾਂ ਜਿਹੜੇ ਵੀ ਸਟੇਟਸ ਤੇ ਆਪਾਂ ਹੈਗੇ ਹਾਂ ਇੱਥੇ, ਆਪਾਂ ਬੜਾ ਕੁਛ ਜਿਹੜਾ ਕੰਟਰੀਬਿਊਟ ਕਰ ਸਕਦੇ ਹਾਂ। ਅਸੀਂ ਇਹਨਾਂ ਨੂੰ ਜਿਹੜਾ ਸਾਡਾ ਐਕਸਪੀਰੀਅੰਸ ਆ, ਚਲੋ ਸਾਰੇ ਨਹੀਂ ਵੀ ਉਹਨੂੰ ਫੋਲੋ ਕਰਦੇ, ਪਰ ਐਟਲੀਸਟ ਅਸੀਂ ਸ਼ੇਅਰ ਕਰ ਸਕਦੇ ਹਾਂ ਉਹਨਾਂ ਨੂੰ। ਐਟਲੀਸਟ ਆਪਾਂ ਕੁਛ ਚੰਗੀਆਂ ਗੱਲਾਂ ਦੱਸ ਸਕਦੇ ਹਾਂ ਵੀ ਦੇਖੋ ਅਸੀਂ ਇੱਥੇ ਆਏ, ਅਸੀਂ ਇੱਦਾਂ ਕੀਤਾ, ਅਸੀਂ ਸਕਸੈਸਫੁਲ ਹਾਂ, ਜਾਂ ਅਸੀਂ ਇੱਦਾਂ ਕੀਤਾ, ਅਸੀਂ ਨਹੀਂ ਸਕਸੈਸਫੁਲ। ਹਾਂਜੀ ਹਾਂਜੀ। ਤਾਂ ਕਿ ਉਹਨਾਂ ਨੂੰ ਕੁਛ ਸਿੱਖਣ ਨੂੰ ਮਿਲੇ। ਉਹਨਾਂ ਉਹ ਜੋ ਗਲਤੀਆਂ ਸਾਡੇ ਕੋਲ ਹੋਈਆਂ, ਅਸੀਂ ਜਿਹੜੀਆਂ ਉਹਨਾਂ ਨੂੰ ਦੱਸੀਏ, ਹੋ ਸਕਦਾ ਉਹ ਗਲਤੀਆਂ ਉਹ ਨਾ ਕਰਨ। ਪਰ ਐਸਾ ਇਹ ਇੱਕ ਵਧੀਆ ਟੌਪਿਕ ਹੈ, ਆਪਾਂ ਫੇਰ ਕਿਤੇ ਇਸ ਤੇ ਗੱਲ ਕਰਾਂਗੇ। ਪਰ ਇਹਦੇ 'ਚ ਇਹ ਹੈ ਕਿ ਜਿਹੜੇ ਸਾਡੇ ਸਟੂਡੈਂਟਸ ਨੇ, ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਬੱਚੇ ਇੱਥੇ ਆਉਂਦੇ ਆ, ਚਾਹੇ +2 ਕਰਕੇ ਆਉਂਦੇ ਆ, ਮੈਜੋਰਿਟੀ ਤਾਂ ਡਿਗਰੀਜ਼ ਕਰਕੇ ਆਉਂਦੇ ਆ, ਉਹਨਾਂ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ। ਮੇਰੀ ਉਹਨਾਂ ਨੂੰ ਬੇਨਤੀ ਹੈ, ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਪੋਟੈਂਸ਼ੀਅਲ ਨੂੰ ਰਿਕਗਨਾਈਜ਼ ਕਰੋ, ਠੀਕ ਹੈ। ਆਪਣੇ ਆਪ ਨੂੰ ਸਹੀ ਡਾਇਰੈਕਸ਼ਨ ਦਿਓ, ਤੇ ਤੁਸੀਂ ਬਹੁਤ ਛੇਤੀ ਜਿਹੜਾ ਨਾ ਇੱਥੇ ਸਕਸੈਸਫੁਲ ਹੋ ਸਕਦੇ ਹੋ। ਤੁਹਾਨੂੰ ਪ੍ਰੋਵਿੰਸਸ ਚੇਂਜ ਕਰਨ ਦੀ ਲੋੜ ਨਹੀਂ ਗੀ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਇੱਥੇ ਇੰਨੀਆਂ ਜੌਬਸ ਨੇ, ਈਵਨ ਕੰਪਨੀਜ਼ ਨੂੰ ਕਈ ਵਾਰੀ ਇਹ ਪ੍ਰੋਬਲਮ ਹੈ ਕਿ ਉਹਨਾਂ ਨੂੰ ਸਹੀ ਸਕਿੱਲ ਸੈੱਟ ਲੱਭਦਾ ਨਹੀਂ। ਔਰ ਐਂਡ ਆਫ ਦਾ ਡੇ ਉਹਨਾਂ ਨੂੰ ਜਿਹੜੇ ਆ ਉਹ ਲੋਕੀ ਹਾਇਰ ਕਰਨੇ ਪੈਂਦੇ ਜੇ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਹੈਗਾ। ਤੇ ਇਹ ਜਿਹੜੇ ਸਾਡੇ ਬੱਚੇ ਨੇ, ਜਿਹਨਾਂ ਕੋਲ ਐਕਸਪੀਰੀਅੰਸ ਵੀ ਹੈ, ਡਿਗਰੀਜ਼ ਵੀ ਨੇ, ਜੇ ਅੱਗੇ ਆਉਣ, ਤੇ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਕਿ ਇਹਨਾਂ ਦੇ ਸੈਟਲਮੈਂਟ ਦੇ ਚਾਂਸਸ ਬਹੁਤ ਜ਼ਿਆਦਾ ਨੇ। ਇਹ ਸਿਰਫ ਇਹ ਹੈ ਨਾ ਕਿ ਉਹਨਾਂ ਨੂੰ ਇੱਕ ਮੈਂਟਰ ਚਾਹੀਦਾ ਹੁੰਦਾ ਨਾ, ਕਿ ਹਾਂ ਵੀ ਜਿੱਦਾਂ ਜੇ ਤੁਹਾਡੇ ਵਰਗੇ ਜਿਹੜੇ ਬੰਦੇ ਇੱਕ ਵਧੀਆ ਪੋਜੀਸ਼ਨਸ ਤੇ ਪਹੁੰਚੇ ਹੋਏ ਆ, ਜੇ ਆਪਾਂ ਇਹ ਨਹੀਂ ਹੈ ਕਿ ਸਾਡੇ ਵੱਲੋਂ ਤਾਂ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਬੰਦਾ ਆ ਜੇ, ਤੁਸੀਂ ਹੈਲਪ ਕਰਨ ਨੂੰ ਤਿਆਰ ਹੋ, ਪਰ ਫਿਰ ਵੀ ਜਿਹੜਾ ਆਪਣੇ ਬੰਦੇ ਉੱਥੋਂ ਉੱਠ ਕੇ ਆਏ ਹੋ, ਸਾਨੂੰ ਪਤਾ ਕਿ ਹਾਂ ਵੀ ਉਹ ਸਾਰੇ ਜ਼ਿਆਦਾਤਰ 99.99% ਮਿਡਲ ਕਲਾਸ ਫੈਮਲੀਆਂ ਤੋਂ ਆ। ਕਿਸੇ ਨੇ ਜ਼ਮੀਨ ਗਹਿਣੇ ਰੱਖ ਕੇ ਭੇਜੇ ਆ, ਕਿਸੇ ਨੇ ਸਟੂਡੈਂਟ ਲੋਨ ਲੈ ਕੇ ਭੇਜਿਆ, ਤੇ ਉਹਨਾਂ ਦਾ ਜਦੋਂ ਐਕਸਪਲੋਇਟ ਕੋਈ ਕੀਤਾ ਜਾਂਦਾ, ਸਹੀ ਮਾਇਨੇ 'ਚ ਦੁੱਖ ਬਹੁਤ ਹੁੰਦਾ, ਸਾਰਿਆਂ ਨੂੰ ਹੁੰਦਾ। ਤੇ ਉਹਦੇ ਵਾਸਤੇ ਜੇ ਆਪਾਂ ਅੱਜ ਦੀ ਟਾਈਮ ਦੀ ਗੱਲ ਕੀਤੀ ਜਾਵੇ ਬਾਜਵਾ ਸਾਹਿਬ, ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਆ, ਸਾਨੂੰ ਕਿਸੇ ਨਾਲ, ਕਿਉਂਕਿ ਮੈਂ ਖੁਦ ਆਪ ਇੱਕ ਇੰਟਰਨੈਸ਼ਨਲ ਸਟੂਡੈਂਟ ਆਇਆ, ਠੀਕ ਹੈ। ਪਰ ਤੁਹਾਡੇ ਹਿਸਾਬ ਨਾਲ ਜੋ ਬਾਜਵਾ ਸਾਹਿਬ ਆਏ ਸੀ, ਬਾਜਵਾ ਸਾਹਿਬ ਵਾਸਤੇ ਗੱਡੀ ਦੀ ਪਰਿਭਾਸ਼ਾ ਕੀ ਸੀ? ਗੱਡੀ ਦਾ ਮਤਲਬ ਕੀ ਸੀ? ਕਾਰ ਦਾ ਮਤਲਬ? ਬੜਾ ਵਧੀਆ ਕੁਐਸਚਨ ਹੈ। ਦੇਖੋ, ਦੋ ਚੀਜ਼ਾਂ ਨੇ ਜਿਹੜੀਆਂ ਨਾ, ਜਿੱਦਾਂ ਤੁਹਾਨੂੰ ਕਿਹਾ ਕਿ ਅਸੀਂ ਜਦੋਂ ਆਏ ਉਹਦੇ ਸਿੱਖੀਆਂ, ਜਿੱਦਾਂ ਕਹਿ ਲਓ ਕਿ ਨੈਟਵਰਕਿੰਗ ਦੇ ਵਿੱਚ ਫਾਈਨੈਂਸ ਨਾਲ ਰਿਲੇਟਡ ਸੀਗਾ। ਉਹ 'ਚ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਸਿੱਖੀ ਉਹ ਸੀਗੀ ਐਸੈਟ ਤੇ ਲਾਇਬਿਲਿਟੀ। ਹਨਾ, ਦੋ ਚੀਜ਼ਾਂ ਨੇ। ਐਸੈਟ ਉਹ ਆ ਜਿਹੜਾ ਐਵਰੀ ਮੰਥ ਜਾਂ ਐਵਰੀ ਵੀਕ ਤੁਹਾਡੀ ਜੇਬ 'ਚ ਪੈਸੇ ਪਾਉਂਦਾ, ਹਾਂਜੀ, ਠੀਕ ਹੈ। ਲਾਇਬਿਲਿਟੀ ਉਹ ਆ ਜਿਹੜੀ ਐਵਰੀ ਮੰਥ ਜਾਂ ਐਵਰੀ ਵੀਕ ਜਿਹੜੀ ਤੁਹਾਡੇ ਜੇਬ ਤੋਂ ਪੈਸੇ ਲੈ ਜਾਂਦੀ ਆ, ਹਾਂਜੀ। ਤੇ ਇਹ ਸਾਨੂੰ ਅਸੈਸ ਕਰਨਾ ਚਾਹੀਦਾ ਇਸ ਚੀਜ਼ ਨੂੰ, ਵੀ ਚਾਹੇ ਉਹ ਕਾਰ ਆ ਜਾਂ ਕੋਈ ਹੋਰ ਖਰਚਾ ਹੈ, ਵੀ ਉਹ ਸਾਡੀ ਇਨਕਮ ਦਾ ਕਿੰਨੇ % ਹੈ ਨਾ ਜਿਹੜੀ ਲਾਇਬਿਲਿਟੀ ਹੈ। ਲਾਇਬਿਲਿਟੀ ਜਿੰਨੀਆਂ ਘੱਟ ਹੋਣਗੀਆਂ ਓਨੀਆਂ ਜ਼ਿਆਦਾ ਵਧੀਆ। ਐਸੈਟਸ ਜਿੰਨੇ ਜ਼ਿਆਦਾ ਹੋਣਗੇ ਉਹਨੇ, ਲਾਇਬਿਲਿਟੀ ਜਿੰਨੀਆਂ ਘੱਟ, ਐਸੈਟ ਜਿੰਨੇ ਜ਼ਿਆਦਾ, ਉਹਨਾਂ ਵਧੀਆ, ਨਾ, ਠੀਕ ਹੈ। ਮੇਰੇ ਹਿਸਾਬ ਨਾਲ ਕਾਰ ਜਿਹੜੀ ਹੈ ਇੱਕ ਬੜੀ ਵੱਡੀ ਲਾਇਬਿਲਿਟੀ ਹੈ, ਠੀਕ ਹੈ, ਠੀਕ ਹੈ। ਉਹਦਾ ਰੀਜ਼ਨ ਇਹ ਹੈ ਕਿ ਦੇਖੋ, ਕਾਰ ਜਿਹੜੀ ਹੈ, ਜਦ ਤੁਸੀਂ ਵੀ ਲਾਇਆ ਹੋਊਗਾ ਡਰਾਈਵਿੰਗ ਲਾਇਸੈਂਸ, ਜਦੋਂ ਤੋਂ ਨਵੀਂ ਇੰਸ਼ੋਰੈਂਸ ਜਿਹੜੀ ਹੈ ਬੱਚੇ ਦੀ, ਜਿਹੜਾ ਅੰਡਰ 20 ਆ ਜਾਂ ਮੇਰੇ ਕੋਲ 22 ਆ, ਉਹ $400 ਤੋਂ ਲੈ ਕੇ $500 ਤੇ ਇੰਸ਼ੋਰੈਂਸ ਹੀ ਆ ਉਹਦੀ, ਹਾਂਜੀ। ਬੱਚੇ ਇਦਾਂ ਦੇ ਵੀ ਹੈ ਜੀ, $600, $700, $800 ਉਹਨਾਂ ਦੀ ਇੱਕ ਅੱਧੀ ਟਿਕਟ ਹੈ, ਇੱਕ G2 ਲਾਇਸੈਂਸ ਉਹ ਦੇ ਰਹੇ ਆ। ਤੇ ਤੁਸੀਂ ਦੇਖੋ, ਆਲਮੋਸਟ ਅਲਟੀਮੇਟਲੀ ਜੇ ਤੁਸੀਂ ਅਬਾਊਟ 25 ਫਿਰ ਵੀ ਤੁਹਾਡਾ $700 ਤੇ ਮਿਨੀਮਮ ਖਰਚਾ ਜਿਹੜਾ ਹੈਗਾ। ਪਰ ਜੇ ਕੋਈ ਬੱਚਾ ਕਾਰ ਰੱਖਦਾ ਆ, ਉਹਦਾ ਆਲਮੋਸਟ $1000 ਵੀ ਆ, ਡਿਪੈਂਡ ਕਰਦਾ ਕੋਈ ਕਾਰ ਕਿਹੜੀ ਹੈ, ਨਾ, ਠੀਕ ਹੈ। ਪਰ ਇਹ ਹੈ ਕਿ ਜੇ ਮੰਨ ਲਓ ਉਹ ਕਾਰ ਤੇ $500 ਇਨਵੈਸਟ ਕੀਤਾ ਉਹਨੇ, ਪਰ ਕਾਰ ਨੂੰ ਉਲਟੀ $1500 ਦੇ ਰਿਟਰਨ ਦਿੰਦੀ ਆ, ਤੇ ਕਾਰ ਇੱਕ ਐਸੈਟ ਆ, ਉਹਨੂੰ ਕੈਰੀ ਕਰਨ 'ਚ ਕੋਈ ਹਰਜ ਨਹੀਂਗਾ, ਠੀਕ ਹੈ। ਉਹਨੂੰ ਤੁਸੀਂ ਕੈਰੀ ਕਰੋ, ਕਿਉਂਕਿ ਉਹ ਤੁਹਾਨੂੰ ਜਿਹੜੀ ਹੈ ਨਾ ਇਨਕਮ ਦੇ ਰਹੀ ਹੈ। ਪਰ ਉਲਟਾ ਜੇ ਕਾਰ ਤੁਹਾਡਾ 80 to 90% ਜਿਹੜਾ ਹੈ ਇਨਕਮ ਆ, ਉਹਨੂੰ ਖਾ ਰਹੀ ਹੈ ਐਵਰੀ ਮੰਥ, ਬਹੁਤ ਵੱਡੀ ਲਾਇਬਿਲਿਟੀ ਆ। ਉਸ ਲਾਇਬਿਲਿਟੀ ਨੂੰ ਜਿੰਨੀ ਛੇਤੀ ਹੋ ਸਕਦਾ ਉਹਨੂੰ ਲਾ ਦੇਣਾ ਚਾਹੀਦਾ, ਠੀਕ ਹੈ ਜੀ। ਮੇਰਾ ਆਪਣਾ ਐਕਸਪੀਰੀਅੰਸ ਸੀਗਾ, ਜਿੱਦਾਂ ਕਹਿ ਲਓ ਕਿ ਅਸੀਂ ਆ ਕੇ ਇੱਥੇ ਪਬਲਿਕ ਟਰਾਂਸਪੋਰਟ ਨੂੰ ਬਹੁਤ ਯੂਜ਼ ਕੀਤਾ, ਮਤਲਬ 6 ਸਾਲ ਤੱਕ ਮੈਂ ਕੋਈ ਗੱਡੀ ਦੀ ਮੈਨੂੰ ਜ਼ਰੂਰਤ ਨਹੀਂ ਮਹਿਸੂਸ ਹੋਈ, ਗੱਡੀ ਲਈ ਨਹੀਂ, 6 ਸਾਲ ਗੱਡੀ ਲਈ ਨਹੀਂ ਅਸੀਂ। ਤੇ ਉਹਦੇ ਵਿੱਚ ਮੈਂ ਪਬਲਿਕ ਟਰਾਂਸਪੋਰਟ ਯੂਜ਼ ਕੀਤੀ, ਔਰ ਪਬਲਿਕ ਟਰਾਂਸਪੋਰਟ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜਿਹੜਾ ਬੈਨੀਫਿਟ ਮਿਲਿਆ, ਕਿਉਂਕਿ ਜਦੋਂ ਬੱਸ 'ਚ ਬਹਿੰਦੇ ਹਾਂ ਅਸੀਂ, ਸਾਨੂੰ ਕਿੰਨੀ ਤਰ੍ਹਾਂ ਦੇ ਲੋਕ ਮਿਲਦੇ ਆ, ਉਹਨਾਂ ਨਾਲ ਤੁਸੀਂ ਗੱਲਾਂ ਕਰੋ। ਮੇਰਾ ਇੱਕ ਜਿਹੜਾ ਕਮਿਊਨਿਟੀ, ਜਿਹੜਾ ਸੋਸ਼ਲ ਸਰਕਲ ਆ ਨਾ, ਬਹੁਤ ਵੱਡਾ, ਠੀਕ ਹੈ। ਤੇ ਉਹਦਾ ਰੀਜ਼ਨ ਇਹੀ ਹੈ ਕਿ ਮੈਂ ਪਬਲਿਕ ਟਰਾਂਸਪੋਰਟ ਜਿਹੜੀ ਬੜੀ ਯੂਜ਼ ਕੀਤੀ, ਬੜਿਆਂ ਲੋਕਾਂ ਨੂੰ ਮਿਲਿਆ, ਉਹ ਰਿਲੇਸ਼ਨ ਜਿਹੜੇ ਉਹਨਾਂ ਨਾਲ ਜਿਹੜੇ ਆ ਨਾ ਬੜੇ ਬਣੇ, ਉਹਨਾਂ ਨਾਲ ਹਰੇਕ ਬੰਦੇ ਕੋਲ ਨਵੀਂ ਚੀਜ਼ ਸਿੱਖਣ ਨੂੰ ਮਿਲੀ। ਤੇ ਇੱਕ ਤੇ ਅਸੀਂ ਸੇਵਿੰਗ ਕੀਤੀ, ਠੀਕ ਹੈ। ਦੂਜਾ ਜਿਹੜਾ ਇਨਫੋਰਮੇਸ਼ਨ ਕਿੰਨੀ ਜਿਹੜੀ ਸਾਨੂੰ ਚੰਗੀ ਨੌਲੇਜ ਜਿਹੜੀ ਹੈ ਕਿੰਨੀ ਮਿਲੀ, ਠੀਕ ਹੈ। ਔਰ ਇਹਦਾ ਇਫੈਕਟ ਕੀ ਹੈ ਤੁਹਾਨੂੰ ਦੱਸਾਂ, ਜਿਹੜਾ ਬੰਦਾ ਹੌਲੀ ਹੌਲੀ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਸ਼ੁਰੂ ਹੁੰਦਾ, ਉਹਦਾ ਕੌਨਫੀਡੈਂਟ ਉਹਨਾਂ ਵੱਧਦਾ, ਠੀਕ ਹੈ ਜੀ। ਜਿਹੜਾ ਬੰਦਾ ਹੌਲੀ ਹੌਲੀ ਆਪਣੇ ਫੰਡਸ ਨੂੰ ਡਿਪਲੀਟ ਕਰਨਾ ਸ਼ੁਰੂ ਕਰ ਦਿੰਦਾ ਨਾ,
ਉਹਦਾ ਕੌਨਫੀਡੈਂਸ ਲੈਵਲ ਜਿਹੜਾ ਨਾ ਥੱਲੇ ਆਉਣਾ ਸ਼ੁਰੂ, ਹਾਂਜੀ। ਫਿਰ ਉਹ ਬੜੇ ਕੰਪਰੋਮਾਈਜ਼ ਕਰਦਾ। ਜਿੱਦਾਂ ਤੁਸੀਂ ਜੌਬ ਦੀ ਗੱਲ ਕੀਤੀ, ਹਾਂਜੀ ਉਹ ਜੌਬ ਜਿਹੜੀ ਹੈ ਨਾ ਉਹ ਨਾ ਚਾਹੁੰਦੇ ਹੋਏ ਵੀ ਉਸ ਜੌਬ 'ਚ ਚੱਲ ਜਾਂਦਾ ਜਿਹੜੀ ਜੌਬ ਉਹ ਕਰਨੀ ਨਹੀਂ ਚਾਹੁੰਦਾ। ਹਾਂਜੀ ਉਹਦਾ ਰੀਜ਼ਨ ਇਹੀ ਹੈ ਕਿ ਉਹਦਾ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀ ਹੈ ਨਾ ਉਹ ਡਿਪਲੀਟ ਹੋਣ ਦੀ ਦਿਨੋਂ ਦਿਨ। ਠੀਕ ਹੈ ਸੋ ਇਹ ਮਤਲਬ ਇਹਦਾ ਇੰਪੈਕਟ ਬਹੁਤ ਵੱਡਾ ਸੇਵਿੰਗ ਦਾ ਤੇ ਜਿਹੜਾ ਲਾਇਬਿਲਿਟੀ ਦਾ। ਜਿੰਨੀ ਤੁਸੀਂ ਸੇਵਿੰਗ ਕਰਨ ਦਿੰਦੇ ਹੋ ਉਹ ਤੁਹਾਡੀ ਸਕਸੈਸ ਵਿੱਚ ਐਡ ਹੁੰਦੀ ਹੈ। ਹਾਂਜੀ ਜਿੰਨੀ ਤੁਸੀਂ ਆਪਣੇ ਫਾਈਨੈਂਸ਼ੀਅਲ ਡਿਪਲੀਟ ਕਰਦੇ ਹੋ ਉਹ ਤੁਹਾਡੀ ਸਕਸੈਸ ਤੋਂ ਤੁਹਾਨੂੰ ਪਰੇ ਲੈ ਜਾਂਦੀ ਹੈ। ਠੀਕ ਹੈ ਸੋ ਜ਼ਰੂਰੀ ਨਹੀਂ ਵੀ ਤੁਹਾਡੇ ਕੋਲ ਕਾਰ ਹੋਣੀ ਚਾਹੀਦੀ। ਮੇਰੇ ਹਿਸਾਬ ਨਾਲ ਤੁਸੀਂ ਦੇਖੋ ਬਰੈਂਪਟਨ ਦੇ ਵਿੱਚ ਜਿਹੜਾ ਪਬਲਿਕ ਟਰਾਂਸਪੋਰਟ ਸਿਸਟਮ ਆ, ਮੇਰੇ ਹਿਸਾਬ ਨਾਲ ਹੋਰ ਕਿਸੇ ਵੀ ਸਿਟੀ ਦਾ ਇੰਨਾ ਸਟਰੋਂਗ ਸਿਸਟਮ ਹੈ। ਉਹ ਗੱਲ ਵੱਖਰੀ, ਬੱਸਾਂ ਲੇਟ ਹੋ ਗਿਆ 10 ਮਿੰਟ ਜਾਂ 5, ਹਾਂਜੀ ਹਾਂਜੀ ਪਰ ਦੇਖੋ ਸਰਵਿਸ ਕਿੰਨੀ ਹੈ। ਹਾਂਜੀ ਐਵਰੀ ਨਿਊ ਸਟਰੀਟ ਦੇ ਵਿੱਚ ਬਰੈਂਪਟਨ ਟ੍ਰਾਂਜ਼ਿਟ ਦੀ ਜਿਹੜੀ ਬੱਸ ਜਾਂਦੀ ਹੈ। ਜੇ ਤੁਹਾਨੂੰ 5 ਮਿੰਟ ਤੁਰਨਾ ਵੀ ਪੈਂਦਾ ਤੇ ਬਹੁਤ ਵੱਡੀ ਗੱਲ ਨਹੀਂ ਹਾਂਜੀ ਹੈ। ਹਾਂਜੀ ਸਟੂਡੈਂਟ ਵਾਸਤੇ ਇਹ ਮੇਰਾ ਆਪਣਾ ਓਪੀਨੀਅਨ ਹੈ, ਠੀਕ ਹੈ, ਸਾਰਿਆਂ ਤੇ ਲਾਗੂ ਨਹੀਂ ਹੁੰਦਾ। ਜਿਹੜਾ ਬੱਚਾ ਸਟੂਡੈਂਟ ਆ ਉਹਨੂੰ ਪਬਲਿਕ ਟਰਾਂਸਪੋਰਟ ਯੂਜ਼ ਕਰਨੀ ਚਾਹੀਦੀ। ਕਿਉਂ? ਕਿਉਂਕਿ ਉਹਦਾ ਟਾਈਮ ਖਰਾਬ ਨਹੀਂ ਹੈਗਾ। ਜਦੋਂ ਬੱਸ 'ਚ ਬਹਿੰਦਾ ਉਹ ਆਪਣੀ ਸਟੱਡੀ ਕਰ ਸਕਦਾ। ਹਾਂਜੀ ਘੰਟਾ ਜੇ ਉਹਨੂੰ ਮੰਨ ਲਓ ਕਿਤੇ ਰਹਿੰਦਾ ਹੰਬਰ ਕਾਲਜ ਜਾਂਦਾ, ਸ਼ੈਰਡਨ ਕਾਲਜ ਜਾਂਦਾ, ਉਹਨੂੰ ਘੰਟਾ ਟਰੈਵਲਿੰਗ 'ਚ ਲੱਗਦਾ, ਹਾਂਜੀ ਉਹ ਘੰਟਾ ਉਹ ਆਪਣੀ ਸਟੱਡੀ ਕਰ ਸਕਦਾ, ਆਪਣੀ ਅਸਾਈਨਮੈਂਟ ਕੰਪਲੀਟ ਕਰ ਸਕਦਾ। ਠੀਕ ਹੈ, ਠੀਕ ਹੈ ਤੇ ਉਹ ਜਾ ਕੇ ਜਿਹੜਾ ਜੋ ਪ੍ਰੈਜੈਂਟੇਸ਼ਨ ਹੈ ਕੁਝ ਵੀ ਉਹਨੂੰ ਜਿਹੜਾ ਆਪਣੀ ਕੰਪਲੀਟ, ਮਤਲਬ ਉਹਦਾ ਸਹੀ ਟਾਈਮ ਯੂਟਿਲਾਈਜ਼ ਹੋ ਗਿਆ। ਠੀਕ ਹੈ ਠੀਕ ਹੈ, ਇੱਕ ਤਾਂ ਰਿਲੈਕਸ ਹੋ ਕੇ ਬਹਿ ਗਿਆ। ਜਿਹੜਾ ਬੰਦਾ ਡਰਾਈਵ ਕਰਦਾ ਕਾਰ ਦੇ ਵਿੱਚ ਉਹ ਇੱਕ ਲਾਇਬਿਲਿਟੀ ਤੇ ਹੈਗੀ ਹੈ। ਰਿਸਕ ਕਿੰਨਾ ਵੱਧ ਜਾਂਦਾ ਤੁਸੀਂ ਰੋਡ ਤੇ ਕਾਰ ਲੈ ਕੇ ਜਾਂਦੇ ਹੋ। ਠੀਕ ਹੈ, ਡਿਵਰਜਨ ਕਿੰਨੀ ਹੈ, ਤੁਹਾਡਾ ਫੋਕਸ ਕਿੰਨਾ ਨਿਕਲਦਾ। ਉਹੀ ਬੰਦਾ ਬੱਸ 'ਚ ਬਹਿ ਕੇ ਆਪਣੇ 1 ਘੰਟਾ ਯੂਟਿਲਾਈਜ਼ ਕਰਕੇ ਆਪਣੇ ਆਪ ਨੂੰ ਬਿਲਡਅਪ ਕਰਦਾ, ਚਾਹੇ ਉਹ ਆਪਣਾ ਕੋਰਸ ਰਿਲੇਟਡ ਪੜ੍ਹਦਾ ਜਾਂ ਕੁਝ ਹੋਰ ਚੰਗੀ ਕਿਤਾਬ ਪੜ੍ਹਦਾ, ਉਹਦਾ ਜਿਹੜੀ ਨਾ ਨੌਲੇਜ ਜਿਹੜੀ ਆ ਵੱਧਦੀ ਹੈ, ਉਹਦਾ ਇੰਟੈਲੈਕਚੁਅਲ ਜਿਹੜਾ ਸ਼ਾਰਪ ਹੁੰਦਾ ਜ਼ਿਆਦਾ। ਸੋ ਮੇਰੇ ਹਿਸਾਬ ਨਾਲ ਤੇ ਜਿੰਨਾ ਹੋ ਸਕਦਾ ਉਹਨਾਂ ਸਾਨੂੰ ਬੱਸ ਦਾ ਯੂਜ਼ ਕਰਨਾ ਚਾਹੀਦਾ। ਹਾਂ, ਜਿੱਦਾਂ ਮੈਂ ਪਹਿਲਾਂ ਦੱਸਿਆ, ਜੇ ਕਾਰ ਇੱਕ ਤੁਹਾਡੀ ਐਸਟ ਬਣ ਜਾਂਦੀ ਹੈ ਤੇ ਨੋ ਡਾਊਟ ਤੁਸੀਂ ਕਾਰ ਨੂੰ ਜਿਹੜਾ ਰੱਖੋ, ਪਰ ਕਾਰ ਇਹ ਜ਼ਰੂਰ ਕੈਲਕੂਲੇਟ ਕਰੋ ਕਿ ਕਾਰ ਦਾ ਜਿਹੜਾ ਟੋਟਲ ਇਨਕਮ ਜਿਹੜੀ ਹੈ ਨਾ ਕਾਰ ਦੀ ਸਿਰਫ 20% ਹੋਣਾ ਚਾਹੀਦਾ। ਠੀਕ ਹੈ ਜੀ, ਕਾਰ ਸਿਰਫ 20% ਤੱਕ ਜੇ ਉਹ ਹੈਗੀ ਹੈ, ਇਹਦਾ ਮਤਲਬ ਵੀ ਤੁਸੀਂ 80% ਜਿਹੜਾ ਨਾ ਉਹ ਤੁਹਾਡਾ ਖਰਚਾ ਜਿਹੜਾ ਉਹ ਬਚਦਾ, ਉਹ 'ਚ ਤੁਸੀਂ ਸੇਵਿੰਗ ਕਰ ਸਕਦੇ। ਠੀਕ ਹੈ ਜੀ। ਪਰ ਜੇ ਕਾਰ 80 to 90% ਹੈ ਫਿਰ ਤੇ ਮੇਰੇ ਹਿਸਾਬ ਨਾਲ ਉਹ ਬੇਵਕੂਫੀ ਹੈ। ਤੇ ਉਹ ਸਹੀ ਕਿਹਾ ਬਾਜਵਾ ਸਾਹਿਬ ਨੇ ਕਿ ਇੱਕ ਤਰ੍ਹਾਂ ਦਾ ਜਿੰਨਾ ਕੁ ਤੁਸੀਂ ਪੈਸਾ ਜੋੜਦੇ ਜਾਂਦੇ ਹੋ ਉਹਨਾਂ ਥੋੜਾ ਜਿਹਾ ਜੋ ਤੁਹਾਡੇ ਹੱਥ 'ਚ ਪੈਸੇ ਹੁੰਦੇ, ਥੋੜੀ ਮੈਂਟਲ ਸਟ੍ਰੈਸ ਵੀ ਘਟਦੀ ਆ। ਕਿਉਂਕਿ ਤੁਹਾਨੂੰ ਫਿਰ 7-7 ਦਿਨ ਕੰਮ ਕਰਨ ਦੀ ਨਹੀਂ ਲੋੜ, ਤੁਹਾਨੂੰ ਰਾਤਾਂ ਲਾਉਣ ਦੀ ਨਹੀਂ ਲੋੜ, ਨਾਈਟ ਸ਼ਿਫਟਾਂ ਕਿਤੇ 10-10 12-12 ਘੰਟੇ ਦੀ ਲਾਉਣ ਦੀ ਲੋੜ ਨਹੀਂ ਆ। ਹੁਣ ਸਰ ਉਹੀ ਗੱਲ ਜੇ ਆਪਾਂ ਕੀਤੀ ਜਾਵੇ, ਮੈਂ ਕਿਸੇ ਪਰਟੀਕੂਲਰ ਪ੍ਰੋਫੈਸ਼ਨ ਨੂੰ ਨਹੀਂ ਟਾਰਗੇਟ ਕਰ ਰਿਹਾ, ਜੇ ਆਪਾਂ ਇਹੀ ਗੱਲ ਇਹ ਵਾਲੇ ਤਬਕੇ ਤੋਂ ਚੱਕ ਕੇ ਆਪਾਂ ਦੂਸਰੇ ਤਬਕੇ ਤੇ ਲੈ ਆਈਏ ਜਿਨ੍ਹਾਂ ਨੇ ਘਰ ਲਏ ਹੋਏ ਆ 1.5 ਮਿਲੀਅਨ, 1.2 ਮਿਲੀਅਨ, ਠੀਕ ਹੈ ਜੀ, ਉਹ ਜੇ 6 ਦਿਨ ਕੰਮ ਕਰ ਰਹੇ, ਕਈ ਵਾਰੀ 6 ਦਿਨ ਉਹ ਘਰ ਨਹੀਂ ਆ ਪਾ ਰਹੇ, ਤੇ ਘਰ 'ਚ ਤਾਂ ਕੌਣ ਰਹਿ ਰਿਹਾ ਫਿਰ ਜੀ? ਘਰ ਦਾ ਨਜ਼ਾਰਾ ਤਾਂ ਫਿਰ ਕੋਈ ਹੋਰ ਲੈ ਰਿਹਾ। ਇਹਨਾਂ ਨਾਲ ਚੰਗਾ ਤਾਂ ਉਹ ਕਿਰਾਏ ਤੇ ਬੇਸਮੈਂਟ ਲਈ ਹੁੰਦੀ ਤੇ 4 ਦਿਨ ਕੰਮ ਕਰਕੇ 3 ਦਿਨ ਆਪਣਾ ਬੰਦਾ ਵਧੀਆ ਇੰਜੋਏ ਵੀ ਕਰਦਾ। ਤੇ ਬਾਜਵਾ ਸਾਹਿਬ ਤੁਸੀਂ ਗੱਲ ਕੀਤੀ ਕਿ ਹਾਂ ਵੀ ਵਲੰਟੀਅਰ ਕੰਮ ਦੀ, ਠੀਕ ਹੈ, ਜੇ ਆਪਾਂ ਕੋਸ਼ਿਸ਼ ਕਰਕੇ ਇਨ ਫਿਊਚਰ ਕਿ ਜਿੱਦਾਂ ਤੁਹਾਡੇ ਵਰਗੇ ਜਿਹੜੇ ਇੰਟੈਲੈਕਚੁਅਲ ਬੰਦੇ ਬੈਠੇ ਆ ਜਿਨ੍ਹਾਂ ਕੋਲ ਨੌਲੇਜ ਵੀ ਹੈਗੀ ਆ, ਜੇ ਆਪਾਂ ਕੋਈ ਇੱਕ ਟੀਮ ਵਰਕ ਕਰਕੇ ਕਿ ਕੁਝ ਇਦਾਂ ਦਾ ਹੋ ਸਕਦਾ ਕਿ ਤੁਸੀਂ ਵਲੰਟੀਅਰ ਕਿਤੇ ਵੀਕ 'ਚ ਇੱਕ ਵਾਰੀ ਜਾਂ ਮੰਥਲੀ ਇੱਕ ਵਾਰੀ ਕੋਈ ਸਟੂਡੈਂਟ ਆਪਾਂ ਉਹਨਾਂ ਦਾ ਕੋਈ ਸੈਮੀਨਾਰ ਵਗੈਰਾ ਰਖਾਈਏ, ਉਹਦੇ 'ਚ ਤੁਸੀਂ ਉਹਨਾਂ ਨੂੰ ਗਾਈਡ ਕਰ ਸਕੋ ਜਾਂ ਤੁਹਾਡੇ ਨਾਲ, ਕਿਉਂਕਿ ਤੁਹਾਡੇ ਵੀ ਇਸ ਫੀਲਡ 'ਚ, ਤੇ ਉਸ ਚੀਜ਼ 'ਚ ਤੁਸੀਂ ਕਿੰਨਾ ਕੁ ਇੰਟਰਸਟਿਡ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਪਤਾ ਨਹੀਂ ਮੈਂ ਉਸ ਲੈਵਲ ਤੇ ਹੈਗਾ ਕਿ ਨਹੀਂ ਕਿ ਮੈਂ ਕਿਸੇ ਨੂੰ ਗਾਈਡ ਕਰ ਸਕਦਾ, ਪਰ ਜਿੰਨਾ ਕੁਝ ਮੈਂ ਕਰ ਸਕਦਾ ਕਿਸੇ ਆਪਣੇ ਬੱਚਿਆਂ ਵਾਸਤੇ ਜਾਂ ਕਿਸੇ ਹੋਰ ਵਾਸਤੇ, ਇਹ ਮੇਰਾ ਸੁਭਾਅ ਹੋਊਗਾ। ਠੀਕ ਹੈ ਜੀ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜੇ ਮੇਰਾ ਐਕਸਪੀਰੀਅੰਸ ਜਾਂ ਜੋ ਕੁਝ ਮੈਂ ਦੇਖਿਆ ਜਾਂ ਜੋ ਕੁਝ ਅਸੀਂ ਹੰਡਾਇਆ ਐਕਸਪੀਰੀਅੰਸ ਆਪਣੇ ਨਾਲ, ਜੇ ਉਹ ਕਿਸੇ ਦੀ ਹੈਲਪ ਕਰ ਸਕਦਾ ਤਾਂ ਜ਼ਰੂਰ ਮੈਂ ਐਕਸਪੀਰੀਅੰਸ ਆਪਣਾ ਸ਼ੇਅਰ ਕਰਨ ਵਾਸਤੇ ਕੋਈ ਮੈਨੂੰ ਹੈਜ਼ੀਟੇਸ਼ਨ ਨਹੀਂ ਹੈਗੀ, ਜ਼ਰੂਰ ਆਪਾਂ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਤੇ ਬਾਜਵਾ ਸਾਹਿਬ ਜਦੋਂ ਪਹਿਲੇ ਕਿ ਹਾਂ ਵੀ 5-6 ਸਾਲ ਕਾਰ ਨਹੀਂ ਰੱਖੀ ਹੈ ਨਾ, ਤੇ ਉਸ ਤੋਂ ਬਾਅਦ ਫਿਰ ਕਦੋਂ ਤੁਸੀਂ, ਜੇ ਆਪਾਂ ਗੱਲ ਕੀਤੀ ਜਾਵੇ ਕਿ ਹਰ ਬੰਦੇ ਦਾ ਅਰਮਾਨ ਹੁੰਦਾ ਕਿ ਹਾਂ ਵੀ ਕਿੰਨੇ ਸਾਲ ਬਾਅਦ ਫਿਰ ਤੁਸੀਂ ਕਾਰ ਲਈ, ਫਿਰ ਉਸ ਤੋਂ ਬਾਅਦ ਕਿਹੜੀ ਕਾਰ ਲਈ? ਮੈਂ ਜਿਹੜੀ ਆ ਆਪਣੀ, ਜਦੋਂ ਤੁਹਾਨੂੰ ਦੱਸਿਆ 6 ਸਾਲ ਬਾਅਦ ਕਾਰ ਲਈ, ਕਾਰ ਜਦੋਂ ਅਸੀਂ ਲਈ ਸੀਗੀ, ਮੈਂ ਲਈ ਹੈ ਆਪਣੀ ਮਜ਼ਦਾ 5। ਅੱਛਾ ਜੀ, ਮਜ਼ਦਾ 5, ਠੀਕ ਹੈ, 2006 ਮਾਡਲ ਸੀਗੀ। ਹਾਂਜੀ, ਉਹ ਕਾਰ ਮੈਨੂੰ ਮਿਲੀ ਸੀਗੀ 1500 ਚ। ਅੱਛਾ ਜੀ, ਠੀਕ ਹੈ, 6 ਸੀਟਰ ਕਾਰ ਸੀਗੀ, ਹਜੇ ਵੀ ਮੇਰੇ ਕੋਲ ਹੈਗੀ ਆ। ਅੱਛਾ ਜੀ। ਤੇ ਉਹ ਜਿਹੜੀ ਜਦੋਂ ਮੈਂ ਕਾਰ ਲਈ ਸੀਗੀ ਤੇ ਮੈਨੂੰ ਮੇਰੇ ਇੱਕ ਕਜ਼ਨ ਨੇ ਮੇਰੇ, ਉਹਨਾਂ ਨੇ ਕਿਹਾ ਵੀ ਇਹ ਤੇਰੀ ਗੱਡੀ ਜਿਹੜੀ ਹੈ ਮਤਲਬ ਇੰਨੀ ਪੁਰਾਣੀ ਹੈ ਤੇ ਇਹ ਤੈਨੂੰ ਧੋਖਾ ਦਊਗੀ ਰਾਜ। ਮੈਂ ਕੋਈ ਗੱਲ ਨਹੀਂ, ਉਹ ਦੇਖੋ ਮਤਲਬ ਇੱਕ ਤੁਹਾਡੀ ਸਟ੍ਰੈਟਜੀ ਹੁੰਦੀ ਹੈ ਨਾ। ਮੈਂ ਉਹ ਕਾਰ ਲੈਣ ਤੋਂ ਪਹਿਲਾਂ ਸੋਚਿਆ ਸੀਗਾ ਕਿ ਮੈਂ ਰਿਸਕ ਕਿਵੇਂ ਕਵਰ ਕਰਨਾ, ਕੋਈ ਵੀ ਰਿਸਕ ਜਿਹੜਾ ਨੂੰ ਤੁਸੀਂ ਕਵਰ ਕਰ ਸਕਦੇ ਹੋ। ਸਭ ਤੋਂ ਵੱਡਾ ਰਿਸਕ ਸੀਗਾ ਕਿ ਬ੍ਰੇਕ ਡਾਊਨ ਹੋ ਜੂਗੀ ਹੈ ਨਾ, ਪਰ ਉਹ ਵੇਖਿਆ ਸੀਗਾ ਤੇ ਇੰਜਨ ਠੀਕ ਸੀਗਾ। ਮੈਂ ਜਿਹੜੀ CAA ਦੀ ਜਿਹੜੀ ਮੈਂਬਰਸ਼ਿਪ ਲੈ ਲਈ ਸੀ, ਕੋਈ $150 ਜਿਹੜਾ ਐਨੂਅਲੀ ਤੁਸੀਂ ਦੇਣਾ, ਉਹ ਪ੍ਰੀਮੀਅਮ ਹੈਗੀ ਆ ਤੁਹਾਡੀ ਜਿਹੜੀ ਆ ਉਹ ਮੈਂਬਰਸ਼ਿਪ। ਉਹਦੇ ਵਿੱਚ ਤੁਹਾਨੂੰ 400 ਕਿਲੋਮੀਟਰ ਤੱਕ, 500 ਕਿਲੋਮੀਟਰ ਤੱਕ ਵੀ ਟੋਇੰਗ ਜਿਹੜੀ ਦਿੰਦੇ ਆ।
ਠੀਕ ਹੈ ਜੀ। ਮਤਲਬ ਕਹਿਣ ਦਾ ਮਤਲਬ ਤੁਸੀਂ $150 ਤੁਸੀਂ ਜਿਹੜਾ ਐਕਸਟਰਾ ਸਪੈਂਡ ਕੀਤਾ ਸਾਲ ਦਾ, ਤੇ ਪਰ ਜਿਹੜੀ ਤੁਹਾਡੀ ਹੈ ਨਾ ਰਿਸਕ ਕਵਰ ਹੋ ਗਿਆ। ਜੇ ਕੱਲ ਨੂੰ ਬ੍ਰੇਕਡਾਊਨ ਵੀ ਹੁੰਦੀ ਹੈ ਕਿਤੇ, ਤਾਂ ਤੁਹਾਨੂੰ ਇਹ ਹੈ ਕਿ ਤੁਸੀਂ ਇਹਨੂੰ ਠੋਕ ਕਰਵਾ ਕੇ ਕਿਤੇ ਵੀ ਜਿਹੜੀ ਲੈ ਕੇ ਜਾ ਸਕਦੇ ਹੋ। ਹਾਂਜੀ। ਤੇ ਉਹ ਦੇਖੋ ਤੁਸੀਂ, ਮੈਂ ਉਹਨੂੰ ਹਜੇ ਵੀ ਚਲਾਉਣਾ, ਕਿੰਨਾ ਚਿਰ ਮੇਰੇ ਕੋਲ ਹੋ ਗਿਆ ਗੱਡੀ ਹਨਾ, ਹਾਂਜੀ। ਹਜੇ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ ਤੇ ਜੀ। ਉਹ ਮੇਰੇ ਵਾਸਤੇ ਸਭ ਤੋਂ ਵੱਡਾ ਐਸਟ ਆ, ਠੀਕ ਹੈ ਜੀ। ਕਿਉਂਕਿ ਉਹਦਾ ਖਰਚਾ ਬਿਲਕੁਲ ਮਿਨਿਸਕਿਊਲਰ। ਠੀਕ ਹੈ। ਤੇ ਉਹਦੇ ਚ ਦੂਜੀ ਗੱਲ ਇਹ ਹੈ ਕਿ ਉਹ ਮਤਲਬ ਕਿ ਠੀਕ ਹੈ, ਉਹਦੀ ਫਿਊਲ ਇਕੋਨਮੀ ਵੀ ਠੀਕ ਹੈ, ਸੀਟਾਂ ਵੀ 6 ਹੈਗੀਆਂ ਨੇ, ਉਹ ਮੇਰੇ ਰਿਕੁਆਇਰਮੈਂਟ ਜਿਹੜੀਆਂ ਸਾਰੀਆਂ ਪੂਰੀਆਂ ਕਰਦੀ ਆ। ਹਾਂ, ਜੇ ਮੈਂ ਕਹਾਂ ਕਿ ਮੈਂ ਪੋਰਸ਼ ਲੈਣੀ ਹੈ ਜਾਂ ਮੈਂ ਰੇਂਜ ਰੋਵਰ ਲੈਣੀ ਹੈ ਕੋਈ, ਹਾਂ ਅਸੀਂ ਅਫੋਰਡ ਕਰ ਸਕਦੇ, ਪਰ ਮੈਨੂੰ ਉਹਦੀ ਜ਼ਰੂਰਤ ਨਹੀਂ ਹੈਗੀ। ਹਾਂਜੀ ਹਾਂਜੀ। ਹਨਾ, ਜੇ ਤਾਂ ਮੈਂ ਸ਼ੋਅ ਆਫ ਵਾਸਤੇ ਲੈਣੀ ਹੈ ਫਿਰ ਉਹ ਜ਼ਰੂਰੀ ਮੈਂ ਉਹਨੂੰ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਕਾਰ ਤੁਹਾਨੂੰ ਚਾਹੀਦੀ ਕੰਮ ਤੇ ਜਾਣ ਲਈ ਤੇ ਕੰਮ ਤੋਂ ਆਉਣ ਲਈ। ਹਾਂ, ਤੁਹਾਨੂੰ ਇਹ ਨਹੀਂ ਮੈਟਰ ਕਰਦਾ ਕਿ ਕੌਣ ਤੁਹਾਡੀ ਗੱਡੀ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ। ਸਪੈਸ਼ਲੀ ਜੇ ਆਪਾਂ ਇੱਥੇ ਦੇ ਕਲਚਰ ਦੀ ਗੱਲ ਕੀਤੀ ਜਾਵੇ, ਇੱਥੇ ਤਾਂ ਲੋਕੀ ਦੇਖਦੇ ਨਹੀਂ ਕਿਹਦੇ ਕੋਲ ਕਿਹਦੀ ਕਾਰ ਹੈ। ਕਿ ਜੇ ਤੁਸੀਂ ਕਿਸੇ ਇੰਸਟੀਟਿਊਟ 'ਚ ਵੀ ਕੰਮ ਕਰਦੇ ਹੋ ਜਾਂ ਕਿਸੇ ਕੰਪਨੀ 'ਚ ਵੀ ਕੰਮ ਕਰਦੇ ਹੋ, ਅੰਦਰ ਤੁਹਾਡੀ ਜਿਹੜੀ ਆ ਕਹਿੰਦੇ ਕਿ ਬੋਲਬਾਣੀ ਦਾ ਮੁੱਲ ਹੁੰਦਾ। ਕੋਈ ਨਹੀਂ ਦੇਖਦਾ ਕਿ ਤੁਹਾਡੀ ਬਾਹਰ ਗੱਡੀ ਕਿਹੜੀ ਖੜੀ, ਜਾਂ ਸਾਈਕਲ ਤੇ ਆਨੇ ਆ ਜਾਂ ਤੁਸੀਂ ਬੱਸ 'ਤੇ ਆ ਰਹੇ ਹੋ। ਤੇ ਬਾਜਵਾ ਸਾਹਿਬ, ਜੇ ਹੁਣ ਆਪਾਂ ਇਹ ਤਾਂ ਤੁਸੀਂ ਲਾਇਬਿਲਿਟੀ ਕਰ ਲਈ ਹੈ ਨਾ, ਕਿ ਹਾਂ ਵੀ ਕਹਿੰਦੇ ਕਿ ਤੁਸੀਂ ਐਸੈਟ ਬਣਾ ਲਿਆ, ਗੱਡੀ ਨੂੰ ਲਾਇਬਿਲਿਟੀ ਨਹੀਂ ਹੋਣ ਦਿੱਤਾ ਨਾ, ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਜਾਵੇ, ਤੁਸੀਂ ਘਰ ਵੀ ਲਿਆ ਹੋਊਗਾ, ਉਹਨੂੰ ਫਿਰ ਤੁਸੀਂ ਐਸੈਟ ਤੋਂ ਮਤਲਬ ਕਿ ਉਹਨੂੰ ਲਾਇਬਿਲਿਟੀ ਤੋਂ ਐਸੈਟ ਕਿੱਦਾਂ ਬਣਾਇਆ ਤੁਸੀਂ? ਉਹ ਮੇਰੀ ਹਜੇ ਵੀ ਲਾਇਬਿਲਿਟੀ ਹੈ, ਜਿਹੜਾ ਮੇਰੀ ਪ੍ਰਾਇਮਰੀ ਰੈਜ਼ੀਡੈਂਸ ਹੈ, ਕਿਉਂਕਿ ਉਹਦੇ 'ਚ ਮੈਨੂੰ ਕੋਈ ਇਨਕਮ ਨਹੀਂ ਹੈਗੀ। ਅੱਛਾ ਜੀ। ਤੇ ਉਹ ਮੇਰੀ ਹਜੇ ਵੀ ਲਾਇਬਿਲਿਟੀ ਹੈ, ਕਿਉਂਕਿ ਐਵਰੀ ਮੰਥ ਮੈਂ ਉਹਦੀ ਮਾਰਗੇਜ ਦੇਣਾ, ਉਹਦੀ ਇੰਸ਼ੋਰੈਂਸ ਦੇਣਾ। ਪਰ ਇਹ ਹੈ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਸਟ੍ਰੈਟਜੀ ਸੀਗੀ, ਅਸੀਂ ਉਹ ਪਲੈਨਿੰਗ ਕਰਕੇ ਆਪਣੀ ਜਿਹੜੀਆਂ ਸੇਵਿੰਗ ਕੀਤੀਆਂ, ਤੇ ਅਸੀਂ ਆਪਣੇ ਜਿਹੜੇ ਆ ਹੋਰ ਐਸੈਟਸ ਜਿਹੜੇ ਆ ਉਹ ਖੜੇ ਕੀਤੇ, ਜਿੱਦਾਂ ਹੋਰ ਰੀਅਲ ਸਟੇਟ ਸੀਗੀ, ਉਹ 'ਚ ਇਨਵੈਸਟਮੈਂਟਸ ਕੀਤੀਆਂ। ਠੀਕ ਹੈ ਜੀ। ਤੇ ਉਹ ਇੱਕ ਤਰ੍ਹਾਂ ਦੇ, ਹਾਂ, ਸਾਡੇ ਕੋਲ ਐਸੈਟ ਹੈਗੇ। ਪਰ ਜਿਹਦੇ 'ਚ ਤੁਸੀਂ ਰਹਿੰਦੇ ਹੋ ਨਾ, ਜਦੋਂ ਤੁਸੀਂ ਗੱਲ ਕੀਤੀ 1.5 ਮਿਲੀਅਨ 1.2 ਮਿਲੀਅਨ, ਇਹ ਤੇ ਬਹੁਤ ਵੱਡੀ ਲਾਇਬਿਲਿਟੀ ਆ, ਕਿਉਂਕਿ ਉਹਦੇ 'ਚ ਤੁਹਾਡੀ ਕੋਈ ਇਨਕਮ ਨਹੀਂ ਹੈਗੀ, ਹੈ ਨਾ। ਤੇ ਜੇ ਘਰ ਮਤਲਬ ਸਾਡੇ ਬੱਚਿਆਂ ਵਾਸਤੇ ਵੀ, ਜੇ ਉਹ ਕੱਲ ਨੂੰ ਇੱਥੇ ਪਰਮਾਨੈਂਟ ਹੁੰਦੇ ਆ, ਜਦੋਂ ਉਹਨਾਂ ਨੇ ਘਰ ਲੈਣੇ ਆਪਣੇ, ਉਹ ਇਸ ਸੋਚ ਨਾਲ ਲੈਣ ਕਿ ਘਰ ਜਿਹੜਾ ਸਭ ਤੋਂ ਵੱਡੀ ਲਾਇਬਿਲਿਟੀ ਆ, ਔਰ ਲਾਇਬਿਲਿਟੀ ਜਿੰਨੀ ਛੋਟੀ ਰੱਖਣ ਉਨੀ ਚੰਗੀ ਆ। ਜਾਂ ਜੇ ਮੰਨ ਲਓ ਉਹਨਾਂ ਨੇ ਘਰ ਲੈਣਾ, ਕੁਛ ਡਿਊਪਲੈਕਸ ਲੈ ਲੈਣ, ਜਿਸ 'ਚੋਂ ਇੱਕ ਪੋਰਸ਼ਨ ਰੈਂਟ ਤੇ ਕਰਨਾ, ਦੂਸਰੇ ਪੋਰਸ਼ਨ 'ਚ ਆਪ ਰਹੇ ਜਾਣਾ, ਜਿਹੜੀ ਮੌਰਗੇਜ ਜਿਹੜੀ ਆ ਉਹ 'ਚ ਕੰਟਰੀਬਿਊਸ਼ਨ ਹੋ ਜਾਏਗੀ। ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜੀਆਂ ਨਾ ਅਦਰ ਚੀਜ਼ਾਂ ਨਾਲੋਂ ਇਹ ਚੀਜ਼ਾਂ ਜਿਹੜੀਆਂ ਸੋਚਣੀਆਂ ਚਾਹੀਦੀਆਂ, ਹੁਣ ਉਹਨਾਂ ਨੂੰ ਦੇਖਣਾ ਚਾਹੀਦਾ ਸਾਡਾ ਫਿਊਚਰ ਪਲਾਨ ਜਿਹੜਾ ਕੀ ਹੈ, ਤੇ ਕਿੱਦਾਂ ਜਿਹੜੇ ਅਸੀਂ ਸਕਸੈਸਫੁਲ ਹੋ ਸਕਦੇ ਹਾਂ। ਕਿਉਂਕਿ ਹਰ ਬੰਦੇ ਦੀ ਥਿਉਰੀ ਥੋੜੀ ਵੱਖਰੀ ਹੁੰਦੀ ਹੈ ਨਾ, ਕਿ ਹਾਂਜੀ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਸਾਨੂੰ ਕਿ ਸ਼ੌਂਕ ਆ ਵਾਲਾ, ਜੇ ਚਲੋ ਸ਼ੌਂਕ ਦਾ ਮੁੱਲ ਕੋਈ ਨਾ, ਪਰ ਸ਼ੌਂਕ ਵੀ ਇਦਾਂ ਦਾ ਰੱਖੋ ਕਿ ਉਹ ਜ਼ਿੰਦਗੀ 'ਚ ਤੁਹਾਡਾ ਬੋਝ ਨਾ ਬਣੇ ਨਾ, ਕਿ ਦਿਮਾਗੀ ਤੁਹਾਨੂੰ ਬੋਝ ਨਾ ਦਵੇ। ਤਾਂ ਜੀ ਹੁਣ ਇੱਕ ਸਮਾਂ ਹੋ ਗਿਆ ਜੀ ਫਿਰ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ ਆ। ਤੇ ਹੁਣ ਆਪਾਂ ਲਾਸਟ ਸੈਗਮੈਂਟ 'ਚ ਬਾਜਵਾ ਸਾਹਿਬ ਨਾਲ ਗੱਲਾਂ ਕਰਾਂਗੇ ਕਿ ਹੋਰ ਕਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆਈਆਂ ਜਿਹੜੀਆਂ ਉਹ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਆ, ਤੇ ਜਿਹਨਾਂ ਤੋਂ ਸਾਡੇ ਆਉਣ ਵਾਲਾ ਯੂਥ ਜਾਂ ਯੂਥ ਜੋ ਇੱਥੇ ਆ ਉਹਨਾਂ ਤੋਂ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23।
ਬ੍ਰੇਕ ਤੋਂ ਬਾਅਦ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਤੇ ਹੁਣ ਆਪਾਂ ਬਾਜਵਾ ਸਾਹਿਬ ਕੋ ਪੁੱਛੀਏ ਕਿ ਹਾਂ ਵੀ ਜਦੋਂ ਕੋਈ ਬੰਦਾ ਆਪਣੀ ਇੱਥੇ ਸਟੱਡੀ ਕੰਪਲੀਟ ਕਰ ਲੈਂਦਾ, ਬਾਜਵਾ ਸਾਹਿਬ ਜੇ ਆਪਾਂ ਇੱਥੇ ਗੱਲ ਕੀਤੀ ਜਾਵੇ, ਤੁਸੀਂ ਦੱਸਿਆ ਕਿ ਬੀਟੈਕ ਕਰਕੇ ਵੀ ਬੱਚੇ ਆ ਰਹੇ ਆ, ਠੀਕ ਹੈ। ਬੀਟੈਕ ਵਾਲੇ ਬੱਚਿਆਂ ਨੂੰ ਜਾਂ ਜਿਹੜੇ ਮਾਸਟਰਸ ਕੀਤੀ ਹੁੰਦੀ ਉਹਨਾਂ ਬੱਚਿਆਂ ਨੂੰ ਇਹ ਬੈਨੀਫਿਟ ਰਹਿੰਦਾ ਹੈ ਕਿ ਉਹ ਜਦੋਂ ਆਉਂਦੇ ਆ, ਇੱਕ ਤਾਂ ਉਹਨਾਂ ਕੋਲ ਡਿਗਰੀ ਹੁੰਦੀ ਆ ਹੱਥ 'ਚ, ਇੱਕ ਥੋੜਾ ਬਹੁਤਾ ਉੱਥੇ ਦਾ ਐਕਸਪੀਰੀਅੰਸ ਵੀ ਹੁੰਦਾ, ਇੱਕ ਏਜ ਹੈ ਜਿਹੜੀ 22-23 ਸਾਲ ਹੁੰਦੀ ਆ, ਉਹਨਾਂ ਨੂੰ ਪੁਆਇੰਟ ਵੀ ਐਕਸਟਰਾ ਮਿਲਦੇ ਉਹਨਾਂ ਦੀ ਬੈਚਲਰ ਡਿਗਰੀ ਦੇ, ਮਾਸਟਰਸ ਦੇ। ਜੇ ਉਹਨਾਂ ਨੇ ਐਕਸਪ੍ਰੈਸ ਐਂਟਰੀ 'ਚ ਫਾਈਲ ਲਾਣੀ ਹੋਵੇ, ਉਹਨਾਂ ਦਾ ਕਿਤੇ ਨਾ ਕਿਤੇ ਜ਼ਿਆਦਾ ਵਧੀਆ ਹੱਲ ਹੋ ਜਾਂਦਾ। ਪਰ ਇੱਕ ਜਿਹੜਾ 12th ਗ੍ਰੇਡ ਕਰਕੇ ਆਇਆ, ਉਹ ਬੱਚੇ ਕੋਲ ਕੋਈ ਇੰਡੀਆ ਦਾ ਐਕਸਪੀਰੀਅੰਸ ਨਹੀਂ ਹੈ ਤੇ ਇੱਥੇ ਉਹਨੇ ਸਟੱਡੀ ਕੰਪਲੀਟ ਕੀਤੀ ਆ, ਤੇ ਉਹਦੇ ਵਾਸਤੇ ਤੁਸੀਂ ਕੀ ਉਹਨੂੰ ਦੱਸਣਾ ਚਾਹੋਗੇ ਕਿ ਹਾਂ ਵੀ ਜੇ ਉਹਨੇ ਆਪਣੀ ਪਹਿਲੀ ਜੌਬ ਲੱਭਣੀ ਹੈ, ਸਪੈਸ਼ਲੀ ਜੇ ਉਹਨੇ IT ਦੀ ਕੋਈ ਆਪਣੀ ਸਟੱਡੀ ਕੀਤੀ ਹੈ, ਉਹ 'ਚ ਜੌਬ ਲੱਭਣੀ ਹੈ, ਕਿੱਦਾਂ ਉਹ ਰਿਸਰਚ ਕਰ ਸਕਦਾ, ਕਿ ਉਹਦੀ ਜਿਹੜੀ ਮੇਨ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ? ਮੇਰੇ ਹਿਸਾਬ ਨਾਲ ਜਦੋਂ ਬੱਚਾ ਤੋਂ ਪਲਾਨ ਕਰਦਾ ਨਾ ਕੈਨੇਡਾ ਆਉਣ ਵਾਸਤੇ, ਉਹਨੂੰ ਜਿਹੜਾ ਕੋਰਸ ਹੈ ਨਾ ਉਹ ਐਜ਼ ਸੱਚ ਬਲਾਈਂਡਲੀ ਨਹੀਂ ਲੈਣਾ ਚਾਹੀਦਾ। ਜਿਹੜੇ ਕੰਸਲਟੈਂਟ ਨੇ ਇੱਥੇ, ਇਹਨਾਂ ਨੂੰ ਇਹ ਅਸੀਂ ਫੀਸ ਪੇ ਕਰਦੇ ਹਾਂ ਕਿੰਨੀ, ਹੈ ਨਾ। ਹਾਂਜੀ। ਅਸੀਂ ਕੰਸਲਟੈਂਟ ਕਿਉਂ ਹਾਇਰ ਕਰਦੇ ਹਾਂ? ਕਿਉਂਕਿ ਸਾਨੂੰ ਉਹ ਚੀਜ਼ ਦਾ ਪਤਾ ਨਹੀਂ ਗਾ, ਕੰਸਲਟੈਂਟ ਸਾਨੂੰ ਜਿਹੜਾ ਸਹੀ ਗਾਈਡ ਕਰ ਸਕੇ। ਹਾਂਜੀ। ਸੋ ਉਹ ਜਦੋਂ ਕੰਸਲਟੈਂਟ ਤੋਂ ਜਾਂਦੇ ਆ ਨਾ, ਸਭ ਤੋਂ ਪਹਿਲਾਂ ਉਹਨਾਂ ਨੂੰ ਪਹਿਲਾਂ ਇਹ ਪਲਾਨਿੰਗ ਕਰਨੀ ਚਾਹੀਦੀ, ਮੈਂ ਕੀ ਕਰਨਾ ਚਾਹੁੰਦਾ ਕੈਨੇਡਾ 'ਚ। PR ਦੇ ਇੱਕ ਗੋਲ ਹੈ। ਹਾਂਜੀ। PR ਗੋਲ ਤੱਕ ਜਾਣ ਵਾਸਤੇ ਉਹਨੂੰ ਜੌਬ ਲੈਂਡ ਕਰਨੀ ਪੈਂਦੀ ਹੈ ਨਾ। ਹਾਂਜੀ। B ਲੈਵਲ ਦੀ ਜੌਬ ਜਿਹੜੀ ਹੈ, ਜੇ ਉੱਥੋਂ ਪ੍ਰੋਗਰਾਮ ਹੀ ਉਹ ਲੈ ਕੇ ਆਉਂਦੇ ਆ ਜਿਸ 'ਚ ਉਹਨਾਂ ਦਾ ਸ਼ੌਂਕ ਹੈ, ਇੱਥੇ ਆ ਕੇ ਉਹ ਪ੍ਰੋਗਰਾਮ ਜੇ ਉਹ ਆ ਕੇ ਕਰਨਾ ਸ਼ੁਰੂ ਕਰਦੇ, ਜਦੋਂ ਤੁਹਾਨੂੰ ਦੱਸਿਆ ਨਾਲ ਦੀ ਨਾਲ ਵਲੰਟੀਅਰ, ਚਾਹੇ ਉਹ ਕੈਂਪਸ ਦੇ ਵਿੱਚ ਹੀ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਸਿਮਿਲਰ ਫੀਲਡ ਦੇ ਵਿੱਚ ਜਿਹੜਾ ਵਲੰਟੀਅਰ ਕਰਨਾ ਸ਼ੁਰੂ ਕਰ ਦੇਣ, 3 ਤੋਂ 4 ਘੰਟੇ ਹਫ਼ਤੇ ਦੇ ਜਾਂ 2 ਘੰਟੇ ਹਫ਼ਤੇ ਦੇ, ਠੀਕ ਹੈ। ਉਹ ਜਦੋਂ ਉਹਨੇ ਸਟੱਡੀ 'ਚ 2 ਸਾਲ ਦਾ ਪ੍ਰੋਗਰਾਮ, 2 ਸਾਲ ਦੇ ਵਿੱਚ ਉਹਨੇ ਕਿੰਨੇ ਘੰਟੇ ਦਾ ਐਕਸਪੀਰੀਅੰਸ ਵਲੰਟਰੀ ਹੋ ਜਾਂਦਾ, ਠੀਕ ਹੈ ਜੀ। ਠੀਕ ਹੈ। ਉਹ ਚੀਜ਼ ਜਿਹੜੀ ਹੈ ਨਾ, ਉਹ ਜਿੱਥੋਂ ਜਦੋਂ ਫਸਟ ਇੰਟਰਵਿਊ ਵਾਸਤੇ ਜਾਂਦੇ, ਉਹ ਜਿਹੜੀ ਆਰਗੇਨਾਈਜੇਸ਼ਨ ਉਹਨੂੰ ਐਜ਼ ਐਕਸਪੀਰੀਅੰਸ ਹੀ ਮੰਨਦੀ ਹੈ। ਈਵਨ ਕਈ ਕੰਪਨੀਜ਼ ਜਿਹੜੀਆਂ ਨੇ ਇਸ ਚੀਜ਼ ਨੂੰ ਬਹੁਤ ਚੰਗੀ ਗੱਲ ਮੰਨਦੇ ਆ, ਬੱਚੇ ਨੇ ਵਲੰਟੀਅਰ ਕੀਤਾ ਫ੍ਰੀ, ਜਿਹੜੀ ਆਪਣੀ ਸਰਵਿਸ ਜਿਹੜੀਆਂ ਹੁੰਦੀਆਂ ਨੇ। ਇਹ ਜੌਬ ਲੈਣ ਵਾਸਤੇ ਬਹੁਤ ਵੱਡੀ ਜਿਹੜੀ ਹੈ ਨਾ, ਇਹ ਇੱਕ ਤਰ੍ਹਾਂ ਦਾ ਇੱਕ ਤੁਸੀਂ ਕਹਿ ਲਓ ਬੈਨੀਫਿਟ ਹੈ ਇਸ ਚੀਜ਼ ਦਾ, ਤੇ ਇਹ ਜ਼ਰੂਰ ਜਿਹੜਾ ਉਹਨਾਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਸੈਕੰਡਲੀ, ਜਦੋਂ ਇੱਥੇ ਉਹ ਆਉਂਦੇ ਆ, ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਕੋਸ਼ਿਸ਼ ਕਰਨ ਪਬਲਿਕ ਟਰਾਂਸਪੋਰਟ ਨੂੰ ਯੂਜ਼ ਕਰਨ ਜਿੰਨਾ ਹੋ ਸਕਦਾ, ਤੇ ਜੇ ਜੌਬ ਨਹੀਂ ਵੀ ਕਿਤੇ ਮਿਲਦੀ ਤੇ ਐਟਲੀਸਟ ਉਹਨਾਂ ਦੇ ਖਰਚੇ ਜਿਹੜੇ ਉਹਨਾਂ ਘੱਟ ਆ, ਤੇ ਉਹ ਆਪਣਾ ਟਾਈਮ ਜਿਹੜਾ ਵੱਧ ਤੋਂ ਵੱਧ ਯੂਟਿਲਾਈਜ਼ ਕਰਨ ਜਿਹੜੀ ਸਕਿੱਲ ਸਿੱਖਣ ਵਾਸਤੇ, ਜਿਹੜੀ ਉਹਨਾਂ ਨੂੰ ਲੱਗਦੀ ਹੈ ਵੀ ਉਹ ਸਕਿੱਲ ਉਹਨਾਂ ਨੂੰ ਹੈਲਪ ਕਰੂਗੀ ਜੌਬ ਲੈਂਡ ਕਰਨ ਵਾਸਤੇ। ਕੋਈ ਵੀ ਸਕਿੱਲ ਜਿਹੜੀ ਉਹ ਹੋ ਸਕਦੀ ਹੈ, ਤੇ ਉਹ ਸਕਿੱਲ ਨੂੰ ਜਿਹੜਾ ਹੌਲੀ ਹੌਲੀ ਡਿਵੈਲਪ ਕਰਨ। 2 ਸਾਲ ਦੇ ਪ੍ਰੋਗਰਾਮ ਦੇ ਵਿੱਚ, 2 ਸਾਲ ਦੇ ਵਿੱਚ ਬੰਦਾ 1 ਘੰਟਾ ਵੀ ਐਵਰੀ ਵੀਕ ਡਿਵੋਟ ਕਰੇ ਕਿਸੇ ਵੀ ਨਵੀਂ ਸਕਿੱਲ ਨੂੰ ਕਰਨ ਵਾਸਤੇ, ਕਿੰਨਾ ਬਣ ਜਾਂਦਾ। ਠੀਕ ਹੈ ਜੀ। ਸੋ ਇਹ ਚੀਜ਼ ਜਿਹੜੀ ਹੈ ਨਾ, ਮੇਰੇ ਹਿਸਾਬ ਨਾਲ ਬੱਚਿਆਂ ਨੂੰ ਜਿਹੜੀ ਬਹੁਤ ਜ਼ਿਆਦਾ ਹੈਲਪ ਕਰੂਗੀ। ਤੁਸੀਂ ਸ਼ੁਰੂ ਦੇ ਵਿੱਚ ਕਿਹਾ GTA ਦੇ ਵਿੱਚ ਜੌਬਸ ਜਿਹੜੀਆਂ ਨੇ ਵਾਕਈ ਬਹੁਤ ਜ਼ਿਆਦਾ ਹੈਗੀਆਂ ਨੇ, ਕੱਲੀਆਂ IT 'ਚ ਨਹੀਂ, ਫਾਈਨੈਂਸ, ਮਾਰਕੀਟਿੰਗ, ਸਾਰੇ ਰਿਕਰੂਟਮੈਂਟ ਏਜੰਸੀਜ਼ ਤੇ ਬਹੁਤ ਜ਼ਿਆਦਾ ਹੈਗੀਆਂ ਨੇ। ਹਾਂਜੀ। ਮਤਲਬ ਲਿਸਟ ਆਫ ਏਜੰਸੀਜ਼ ਤੁਸੀਂ ਗੂਗਲ ਤੇ ਸਰਚ ਕਰੋ, ਰਿਕਰੂਟਮੈਂਟ ਏਜੰਸੀਜ਼ ਜਿਹੜੀਆਂ ਨੇ, ਤੁਸੀਂ ਉਹਨਾਂ ਨੂੰ ਰੈਜ਼ੂਮੇ ਇਕੱਲੇ ਨਾ ਭੇਜੋ, ਉਹਨਾਂ ਨੂੰ ਪਰਸਨਲੀ ਮਿਲੋ, ਇੰਟਰਵਿਊ ਜਿਹੜੀ ਉਹਨਾਂ ਨੂੰ ਦਿਓ, ਉਹਨਾਂ ਨੂੰ ਦੱਸੋ ਮੇਰਾ ਐਕਸਪੀਰੀਅੰਸ ਆ, ਮੇਰੀ ਐਜੂਕੇਸ਼ਨ ਆ, ਤੇ ਉਹ ਜ਼ਰੂਰ ਤੁਹਾਨੂੰ ਜਿਹੜੀ ਹੈ ਨਾ ਹੈਲਪ ਕਰਨਗੇ ਤੁਹਾਡੀ ਜੌਬ ਸਰਚ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬੈਨੀਫਿਟ ਹੈ, ਤੁਹਾਨੂੰ ਜਿਹੜੀ ਫਸਟ ਜੌਬ ਜਿਹੜੀ ਲੈਂਡ ਹੋ ਜਾਂਦੀ, ਤੁਹਾਨੂੰ ਵੀ ਉਸ ਚੀਜ਼ ਦਾ ਜਿਹੜਾ ਬੈਨੀਫਿਟ ਆ। ਸੋ ਰਿਕਰੂਟਮੈਂਟ ਏਜੰਸੀਜ਼ ਕਾਫੀ ਜਿਹੜੀਆਂ ਨੇ ਹੈਲਪ ਕਰਦੀਆਂ। ਤੇ ਇੱਕ ਜੇ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਜਾਵੇ, ਤੁਸੀਂ ਪਹਿਲਾਂ ਵੀ ਦੱਸਿਆ ਕਿ ਹਾਂ ਵੀ ਬੱਚੇ ਉੱਥੋਂ ਬੀਟੈਕ ਕਰਕੇ ਆਉਂਦੇ, ਉਹਨਾਂ ਵਾਸਤੇ ਇੱਥੇ ਦੇ ਕੋਰਸਿਸ, ਮਤਲਬ ਕਿ ਜਿਹੜੇ ਬੱਚੇ ਨੇ ਬੀਟੈਕ ਕੀਤੀ ਹੋਈ ਆਪਣੀ ਮਿਹਨਤ ਨਾਲ, ਉਹਦੇ ਵਾਸਤੇ ਕੁਐਸਚਨ ਨਹੀਂ ਹੈ ਨਾ। ਤੁਸੀਂ ਉੱਥੇ ਵੀ ਟੀਚ ਕੀਤਾ, ਇੱਥੇ ਵੀ ਤੁਸੀਂ ਆਣ ਕੇ ਟੀਚ ਕੀਤਾ, ਤੁਹਾਨੂੰ ਐਜੂਕੇਸ਼ਨ ਸਿਸਟਮ ਤੇ ਕੀ ਫਰਕ ਲੱਗਾ, ਕੀ ਪ੍ਰੋਜ਼ ਐਂਡ ਕੌਨਸ ਲੱਗੇ, ਕਿ ਕਿਹੜੀ ਚੀਜ਼ ਤੁਹਾਨੂੰ ਇੱਥੇ ਵਧੀਆ ਲੱਗੀ, ਕਿਹੜੀ ਚੀਜ਼ ਤੇ ਤੁਹਾਨੂੰ ਲੱਗਿਆ ਕਿ ਇੰਡੀਆ ਦਾ ਐਜੂਕੇਸ਼ਨ ਸਿਸਟਮ ਵਧੀਆ ਸੀ? ਦੋਨੋਂ ਐਜੂਕੇਸ਼ਨ ਸਿਸਟਮ ਜਿਹੜੇ ਇਹਨਾਂ ਦੇ ਪ੍ਰੋਜ਼ ਕੌਨਸ ਨੇ, ਠੀਕ ਹੈ। ਮਤਲਬ ਆਪਾਂ ਕੌਨਸ ਨੂੰ ਛੱਡ ਦਈਏ ਤੇ ਆਪਾਂ ਜੇ ਪੋਜ਼ਿਟਿਵਲੀ ਲੈ ਕੇ ਚੱਲੀਏ, ਤੇ ਉਹਦੇ ਇੱਥੇ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਜ਼ਿਆਦਾ ਹੈਂਡਸ ਔਨ ਹੈ ਇੱਥੇ। ਜਿੱਦਾਂ ਤੁਸੀਂ ਕਿਸੇ ਡਿਪਲੋਮੇ 'ਚ ਜਾਂਦੇ ਹੋ, ਤੇ ਕਾਲਜ ਵਿੱਚ ਹਮੇਸ਼ਾ ਜਿਹੜਾ ਪ੍ਰੈਕਟੀਕਲੀ ਜ਼ਿਆਦਾ, ਥਿਓਰੈਟਿਕਲੀ ਘੱਟ, ਪ੍ਰੈਕਟੀਕਲੀ ਜਿਹੜਾ ਤੁਸੀਂ ਜ਼ਿਆਦਾ, ਉਹਦਾ ਬੈਨੀਫਿਟ ਵੀ ਹੈ। ਪਰ ਜਿਹੜਾ ਬੱਚਾ ਇੰਡੀਆ ਤੋਂ ਬੀਟੈਕ ਕਰਕੇ ਆਉਂਦਾ, ਭਾਵੇਂ ਤਾਂ ਹੈਂਡਸ ਔਨ ਨਹੀਂ ਵੀ ਨਾ ਹੈਗਾ, ਪਰ ਬੜੀਆਂ ਚੀਜ਼ਾਂ ਜਿਹੜੇ ਕਨਸੈਪਟ ਜਿਹੜੇ ਨਾ ਉਹਦੇ ਕਲੀਅਰ ਹੁੰਦੇ ਆ। ਇੱਥੇ ਆ ਕੇ ਜਿਹੜਾ ਤੁਹਾਨੂੰ ਦੱਸਿਆ, ਉਹ ਸਕਿੱਲ ਡਿਵੈਲਪ ਕਰ ਸਕਦਾ, ਆਪਣੀ ਥਿਊਰੀ ਜਿਹੜੀ ਆ ਉਹਨੂੰ ਪ੍ਰੈਕਟੀਕਲ 'ਚ ਜਿਹੜਾ ਅਪਲਾਈ ਕਰ ਸਕਦਾ, ਚਾਹੇ ਵਲੰਟੀਅਰ ਕਰਕੇ ਜਾਂ ਜਿਹੜੇ ਪ੍ਰੋਗਰਾਮ ਦੇ ਵਿੱਚ ਮੇਰੇ ਬੱਚੇ ਸੀਗੇ, ਜਿਹੜੇ ਸਟੂਡੈਂਟ ਸੀਗੇ, ਉਹਨਾਂ ਨੂੰ ਮੈਂ ਲੈਬ ਦਿੱਤੀ ਸੀਗੀ ਵੀ ਤੁਸੀਂ ਜਿਹੜੀ ਲੈਬ ਜਿਹੜੀ ਹੈ ਨਾ, ਇਹ 'ਚ ਆਪਣੇ ਕੋਸ਼ਿਸ਼ ਕਰੋ ਰੀਅਲ ਸੈਟਅਪ ਕਰਨ ਦੀ, ਇੱਕ ਇੰਡਸਟਰੀ ਸੈਟਅਪ ਕਰਨ ਦੀ, ਛੋਟੀ ਇੰਡਸਟਰੀ। ਸੋ ਇਸ ਤਰੀਕੇ ਨਾਲ ਜਿਹੜੇ ਬੱਚੇ ਜਿਹੜੇ ਐਕਸਪੀਰੀਅੰਸ ਜਿਹੜਾ ਉਹਨੂੰ ਗੇਨ ਕਰ ਸਕਦੇ। ਮਤਲਬ ਉੱਥੇ ਉਹਨਾਂ ਦੇ ਹੈਂਡਸ ਔਨ ਐਕਸਪੀਰੀਅੰਸ ਘੱਟ ਆ, ਉਹ ਕੌਨਸ ਨੇ ਉੱਥੋਂ ਦੀਆਂ ਨੇ, ਨੈਗੇਟਿਵ ਆਪਾਂ ਕਿ ਦੇਖ ਲਈਏ। ਇੱਥੇ ਆ ਕੇ ਉਹ ਜਿਹੜੀ ਥਿਓਰੈਟਿਕਲੀ ਸਟਰੋਂਗ ਜਿਹੜੀ ਚੀਜ਼ ਹੈ ਉਹਨਾਂ ਦੀ, ਉਹਨੂੰ ਪ੍ਰੈਕਟੀਕਲੀ ਸਿੱਖ ਸਕਦੇ ਹੋ, ਕਿਉਂਕਿ ਉਹਨਾਂ ਦਾ ਕਨਸੈਪਟ ਹੈਗਾ ਵੀ ਕੀ ਚੀਜ਼ ਹੈ, ਕੋਈ ਵੀ ਚੀਜ਼ ਕੰਮ ਕਿੱਦਾਂ ਕਰਦੀ ਆ, ਉਹਨੂੰ ਐਕਚੁਅਲੀ ਕਰਨਾ ਜਿਹੜਾ ਉਹ ਇੱਥੇ ਆ ਕੇ ਜਿਹੜਾ ਨਾ ਉਹ ਐਨਹਾਂਸ ਕਰ ਸਕਦੇ ਹੋ ਸਕਿੱਲ ਨੂੰ। ਠੀਕ ਹੈ। ਇੱਕ ਮੈਂ ਦਰਸ਼ਕਾਂ ਨੂੰ ਹੋਰ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਜਿੰਨੇ ਵੀ ਸਾਡੇ ਅੱਜ ਤੱਕ ਗੈਸਟ ਜੁੜੇ ਨੇ, ਮੈਂ ਕਦੀ ਇਹ ਨਹੀਂ ਮੰਨਦਾ ਕਿ ਉਹ ਗੈਸਟ ਆਏ ਸੀ ਇੰਟਰਵਿਊ ਦੇ ਕੇ ਚਲ ਗਏ, ਮੈਂ ਇੱਕ ਪਰਿਵਾਰ ਮੰਨਦਾ ਹੁੰਦਾ ਜੀ,
ਕਿ ਸਾਡੇ ਨਾਲ ਪਰਿਵਾਰ ਜੁੜ ਰਿਹਾ, ਕਿ ਇਨ ਫਿਊਚਰ ਇੱਕ ਇੰਟਰਵਿਊ ਇਹ ਤਾਂ ਸ਼ੁਰੂਆਤ ਆ ਹਜੇ, ਕਿ ਆਪਾਂ ਅੱਗੇ ਹੋਰ ਬਹੁਤ ਸਾਰੀਆਂ ਜਿਹੜੇ ਸਮਾਜਿਕ ਸਾਡੇ ਕੋਈ ਮੁੱਦੇ ਜਿਹੜੇ ਚੱਲ ਰਹੇ ਆ ਜਾਂ ਜਿਨ੍ਹਾਂ ਚੀਜ਼ਾਂ ਤੇ ਸਾਨੂੰ ਕਹਿੰਦੇ ਕਿ ਇੱਕ ਡਿਬੇਟ ਅੱਡ ਚੀਜ਼ ਹੁੰਦੀ ਹੈ ਪਰ ਵਿਚਰਨਾ ਇੱਕ ਅੱਡ ਚੀਜ਼ ਆ, ਕਿ ਮੈਨੂੰ ਲੱਗਦਾ ਕਿ ਜੇ ਸਮਾਜ 'ਚ ਕੁਝ ਚੀਜ਼ਾਂ ਚੱਲ ਰਹੀਆਂ ਉਹਨਾਂ ਬਾਰੇ ਵਿਚਾਰ ਜ਼ਰੂਰ ਕਰਨੇ ਚਾਹੀਦੇ। ਤੇ ਬਾਜਵਾ ਸਾਹਿਬ ਜੇ ਆਪਾਂ ਅੱਗੇ ਵੀ ਤੁਹਾਨੂੰ ਹੋਰ ਪ੍ਰੋਗਰਾਮਾਂ 'ਚ ਇਨਵਾਈਟ ਕਰੀਏ ਤੁਸੀਂ ਹਾਜ਼ਰ ਹੋ ਜੀ ਆਉਣ ਵਾਸਤੇ? ਜ਼ਰੂਰ ਜੀ। ਠੀਕ ਹੈ ਜੀ। ਤੇ ਬਾਜਵਾ ਸਾਹਿਬ ਕੋ ਅੱਜ ਆਪਾਂ ਪ੍ਰੋਮਿਸ ਲੈ ਲਿਆ, ਤੇ ਹੋਰ ਵੀ ਦਰਸ਼ਕਾਂ ਦੀ ਸਰ ਪਹਿਲਾਂ ਵੀ ਡਿਮਾਂਡ ਆਈ ਸੀ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜੌਬਸ ਵਗੈਰਾ ਕਿੱਦਾਂ ਲੱਭੀਆਂ ਜਾ ਸਕਦੀਆਂ, ਕਿਹੜੀਆਂ ਚੀਜ਼ਾਂ ਆਪਾਂ ਜ਼ਿਆਦਾ ਧਿਆਨ ਦਿਮਾਗ 'ਚ ਰੱਖ ਸਕਦੇ ਹਾਂ, ਕਿਉਂਕਿ ਸਪੈਸ਼ਲੀ ਕੀ ਹੁੰਦਾ ਕਿ ਤੁਸੀਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਫਿਰ ਵੀ ਚਲੋ ਇਹ ਨਹੀਂ ਮੰਨਦੇ ਕਿ ਹਾਂ ਵੀ ਤੁਸੀਂ ਬਹੁਤ ਤਰੱਕੀ ਕੀਤੀ, ਬਟ ਫਿਰ ਵੀ ਜੇ ਤੁਸੀਂ ਇੱਕ ਸਿੰਪਲ ਸਟੂਡੈਂਟ ਦੇ ਲੈਵਲ ਤੋਂ ਦੇਖੋ ਤੁਹਾਡੀ ਤਰੱਕੀ ਸਰ ਬਹੁਤ ਵੱਡੀ ਆ, ਕਿਉਂਕਿ ਜਿੰਨੀਆਂ ਇੰਸਟੀਟਿਊਸ਼ਨਸ ਤੋਂ ਤੁਸੀਂ ਕੰਮ ਕਰ ਚੁੱਕੇ ਹੋ, ਕਿ ਹੁਣ ਵੀ ਤੁਸੀਂ ਗਵਰਨਮੈਂਟ ਆਫ ਕੈਨੇਡਾ ਨਾਲ ਕੰਮ ਕਰ ਰਹੇ ਹੋ, ਇੱਕ ਵਧੀਆ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਉਹ ਕਈਆਂ ਵਾਸਤੇ ਅਜੇ ਵੀ ਉਹ ਸੁਪਨਾ, ਠੀਕ ਹੈ ਨਾ। ਤੁਹਾਡੇ ਫੋਕਸ ਚਲੋ ਹੋਰ ਉੱਚੇ ਹੋ ਗਏ ਹੋਣਗੇ ਕਿ ਮੈਂ ਇਸ ਤੋਂ ਵੀ ਵਧੀਆ ਕੁਝ ਕਰਾਂ, ਬਟ ਫਿਰ ਵੀ ਲੋਕਾਂ ਵਾਸਤੇ ਉਹ ਵੀ ਇੱਕ ਸੁਪਨਾ। ਤੇ ਜਾਂਦੇ ਵਾਰੀ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੇਰਾ ਇਹੀ ਹੈ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਜ਼ਰੂਰ ਟਾਈਮ ਕੱਢ ਕੇ ਦੇਖਣਾ ਚਾਹੀਦਾ ਮੈਂ ਕੀ ਹਾਂ, ਕੌਨਸ਼ੀਅਸਲੀ ਮਤਲਬ ਵਿਲਿੰਗਲੀ ਦੇਖਣਾ ਚਾਹੀਦਾ ਮੈਂ ਕੀ ਹਾਂ, ਠੀਕ ਹੈ, ਮੈਂ ਕੀ ਕਰਨਾ ਚਾਹੁੰਦਾ। ਹਾਂਜੀ। ਤੇ ਇਹ ਚੀਜ਼ ਨੂੰ ਡਿਸਕਵਰ ਕਰੋ ਪਹਿਲਾਂ, ਫਿਰ ਇਸ ਚੀਜ਼ ਨੂੰ ਡਿਸਕਵਰ ਕਰਕੇ ਫਿਰ ਜਿਹੜਾ ਨਾ ਆਪਣਾ ਇੱਕ ਟਾਰਗੇਟ ਰੱਖੋ। ਠੀਕ ਹੈ ਜੀ। ਠੀਕ ਹੈ। ਇੱਕ ਚੀਜ਼ ਜਿਹੜੀ ਬੜੀ ਇੰਪੋਰਟੈਂਟ ਆ ਉਹ ਹੈਗੀ ਆ ਮਾਈਕਰੋ ਸਕੈਜੂਲ। ਠੀਕ ਹੈ। ਮਾਈਕਰੋ ਸਕੈਜੂਲ ਕੀ ਹੈ? ਇਹ ਹੁੰਦਾ ਡੇ ਬਾਈ ਡੇ, ਵੀਕ ਬਾਈ ਵੀਕ, ਮੰਥ ਬਾਈ ਮੰਥ, ਈਅਰ ਬਾਈ ਈਅਰ। ਤੁਸੀਂ ਇੱਕ ਇੱਕ ਦਿਨ ਨੂੰ ਜਿਹੜਾ ਨਾ ਲਿਖਣਾ ਸ਼ੁਰੂ ਕਰਨਾ ਵੀ ਮੈਂ ਅੱਜ ਕੀ ਕਰਨਾ। ਠੀਕ ਹੈ। ਅੱਜ ਤੁਸੀਂ ਕੁਝ ਲਿਖਿਆ, ਤੁਸੀਂ ਨੈਕਸਟ ਡੇ ਨੂੰ ਵੇਖਣਾ ਕਿ ਮੈਂ ਲਿਖਿਆ ਸੀਗਾ ਉਹ ਠੀਕ ਸੀਗਾ, ਉਹਨੂੰ ਤੁਸੀਂ 50% ਵੀ ਇੰਪਰੂਵ ਕਰ ਦਿਓ ਨੈਕਸਟ ਡੇ। ਠੀਕ ਹੈ। ਇਹ ਬੜੀ ਵੱਡੀ ਜਿਹੜੀ ਹੈ ਅਚੀਵਮੈਂਟ ਹੈ। ਇਹਦਾ ਡੋਪਾਮਾਈਨ ਜਿਹੜੀ ਹੈ ਨਾ ਸਾਡੀ, ਜਿਹਨੂੰ ਆਪਾਂ ਸਾਇੰਟੀਫਿਕਲੀ ਕਹਿ ਦਿੰਦੇ ਹਾਂ, ਇਹ ਕਿਕਿੰਗ ਕਰਦੀ ਹੈ, ਜਿਹੜਾ ਕੌਨਫੀਡੈਂਸ ਲੈਵਲ ਜਿਹੜਾ ਨਾ ਇਹ ਵਧਾਉਂਦੀ ਹੈ। ਮਤਲਬ ਇਹ ਮਾਈਕਰੋ ਸਕੈਜੂਲਿੰਗ ਜਿਹੜੀ ਜਿੰਨੀ ਦੇਰ ਤੱਕ ਬੰਦਾ ਆਪਣੀ ਇੱਕ ਡਿਜ਼ਾਇਰ ਗੋਲ ਤੇ ਨਹੀਂ ਪਹੁੰਚ ਜਾਂਦਾ, ਉਹ ਬਹੁਤ ਜ਼ਰੂਰੀ ਹੈ। ਡੇ ਬਾਈ ਡੇ ਉਹਨੂੰ ਵੇਖਣਾ ਪੈਣਾ ਆਪਣੇ ਆਪ ਨੂੰ, ਖਾਸ ਕਰਕੇ ਜੇ ਸਟੂਡੈਂਟਸ ਜਿਹੜੇ ਆ, ਮੈਂ ਕਿੰਨਾ ਸਕਸੀਡ ਕੀਤਾ, ਕਿੰਨਾ ਹੈਲਪਫੁਲ ਰਿਹਾ ਮੇਰਾ ਇੱਕ ਦਿਨ ਜਿਹੜਾ। ਠੀਕ ਹੈ। ਉਸ ਤੋਂ ਬਾਅਦ ਜਿਹੜੇ ਇਹ ਚੀਜ਼ਾਂ ਬਿਲਡਅਪ ਹੋ ਕੇ ਸਾਲ ਦੇ ਵਿੱਚ ਤੁਹਾਨੂੰ ਬਹੁਤ ਦੂਰ ਜਿਹੜੀਆਂ ਨੇ ਉਹ ਲੈ ਜਾਂਦੇ, ਸੋ ਬਹੁਤ ਜ਼ਰੂਰੀ ਹੈ। ਸੈਕਿੰਡ ਚੀਜ਼ ਇਹ ਹੈ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਬੱਚੇ ਜਿਹੜੇ ਆ ਉਹਨਾਂ ਨੂੰ ਆਪਣੇ ਲਾਇਬਿਲਿਟੀਜ਼ ਬਹੁਤ ਘਟਾਉਣੀਆਂ ਚਾਹੀਦੀਆਂ ਨੇ, ਜਿੰਨੀਆਂ ਵੀ ਘੱਟ ਹੋ ਸਕਦੀਆਂ। ਉਹਦੇ ਵਿੱਚ ਜਿਹੜੀ ਥਰਡ ਚੀਜ਼ ਨਾਲ ਹੀ ਜੁੜਦੀ ਹੈ, ਫਾਈਨੈਂਸ਼ਲੀ। ਠੀਕ ਹੈ। ਉਹਨਾਂ ਨੂੰ ਸਟਰੋਂਗ ਹੋਣਾ ਪੈਣਾ ਸੇਵਿੰਗ ਕਰਕੇ, ਕਿਉਂਕਿ ਉਹਨਾਂ ਦੀ ਇਨਕਮ ਤੇ ਹੁਣ ਜਦੋਂ ਜੌਬਸ ਕਈ ਵਾਰੀ ਨਹੀਂ ਮਿਲਦੀਆਂ ਉਹਨਾਂ ਨੂੰ। ਠੀਕ ਹੈ। ਜਿਹੜੀ ਵੀ ਜੌਬ ਕਰਦੇ ਆ ਉਹਨਾਂ ਦਾ ਇੱਕ ਟਾਰਗੇਟ ਹੋਣਾ ਚਾਹੀਦਾ ਕਿ ਮੇਰੀ ਕੁਛ ਪਰਸੈਂਟ ਜਿਹੜੀ ਹੈ ਨਾ ਸੇਵਿੰਗ ਜ਼ਰੂਰ ਹੋ ਚੋ, ਚਾਹੇ $10 ਹੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ। ਠੀਕ ਹੈ। ਸਾਰਿਆਂ ਤੇ ਐਪਲੀਕੇਬਲ ਨਹੀਂ ਗੀ, ਪਰ ਜੇ ਤੁਸੀਂ ਕਿਸੇ ਨੂੰ ਕਹੋ ਨਾ ਕਿ ਮੈਨੂੰ $1000 ਦੇ, ਮੈਂ ਤੇਰੀ ਬਿਜ਼ਨਸ ਇਨਵੈਸਟਮੈਂਟ ਕਰਨਾ, ਤੇ ਉਹ 1000 ਬਹਾਨੇ ਬਣਾਊਗਾ ਨਾ ਕਰਨ ਦੇ। ਪਰ ਜੇ ਉਹਨੂੰ ਕਿ ਨਵਾਂ ਆਈਫੋਨ ਆਇਆ $1000 ਦਾ, ਉਹਦੇ ਕੋਲ 1000 ਬਹਾਨੇ ਆ ਉਹਨੂੰ ਬਾਏ ਕਰਨ ਦੇ। ਠੀਕ ਹੈ। ਇੱਕ ਮਾਈਂਡਸੈਟ ਜਿਹੜਾ ਨਾ ਇਹ ਬਹੁਤ ਜ਼ਰੂਰੀ ਹੈ ਚੇਂਜ ਕਰਨਾ। ਠੀਕ ਹੈ। ਜੇ ਤੁਸੀਂ 5 ਸਾਲ ਤੱਕ ਮਿਹਨਤ ਕਰਦੇ ਹੋ ਤੇ ਅਗਲੇ 10 ਸਾਲ ਤੁਹਾਡੇ ਸੌਖੇ ਨਿਕਲ ਜਾਂਦੇ ਆ, ਉਹ ਜ਼ਿਆਦਾ ਬੈਟਰ ਹੈ। ਸੋ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ ਤੁਹਾਡੀ ਜਿਹੜੀ ਹੈ ਪਲੈਨਿੰਗ, ਜਿਹੜੀ 3 ਚੀਜ਼ਾਂ ਦੀ। ਇੱਕ ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਪਣੇ ਆਪ 'ਚ ਦੇਖੋ। ਸੈਕੰਡਲੀ ਤੁਸੀਂ ਜਿਹੜੀ ਹੈ ਨਾ ਆਪਣੇ ਆਪ ਨੂੰ ਇੰਪਰੂਵ ਕਰੋ ਐਵਰੀਡੇ। ਥਰਡ ਜਿਹੜੀ ਫਾਈਨੈਂਸ਼ੀਅਲ ਆਪ ਨੂੰ ਸਟਰੋਂਗ ਕਰੋ, ਤੁਹਾਡੇ 'ਚ ਸਟ੍ਰੈਸ ਨਾ ਹੋਵੇ ਇਸ ਚੀਜ਼ ਦੀ। ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਇੰਜੋਏ ਕਰੋ। ਠੀਕ ਹੈ ਜੀ। ਤੇ ਇੱਕ ਬਾਜਵਾ ਸਾਹਿਬ ਦਾ ਕਹਿਣ ਦਾ ਮਤਲਬ ਕਿ ਗੋਲਸ ਹੋਣੇ ਚਾਹੀਦੇ ਆ, ਬਟ ਉਸ ਤੋਂ ਇਲਾਵਾ ਇੱਕ ਸ਼ੋਰਟ ਟਰਮ ਗੋਲਸ ਵੀ ਚਾਹੀਦੇ ਆ। ਜੇ ਤੁਸੀਂ ਦਿਨ ਦੀ ਵੀ ਕੋਈ ਸਕੈਜੂਲ ਕਰਕੇ ਕਿ ਹਾਂ ਆਹ ਵਾਲੀਆਂ ਚੀਜ਼ਾਂ ਮੈਂ ਕਰਨੀਆਂ, ਬਾਜਵਾ ਸਾਹਿਬ ਕਹਿ ਰਹੇ ਕਿ ਉਹਨਾਂ ਚੀਜ਼ਾਂ ਨਾਲ ਜਦੋਂ ਤੁਸੀਂ ਪ੍ਰਤੀ ਦਿਨ ਉਹਨਾਂ 'ਚੋਂ ਜੇ 5 ਚੀਜ਼ਾਂ ਸੋਚੀਆਂ, ਜੇ 4 ਵੀ ਕਰ ਲਈਆਂ, ਤੁਹਾਡਾ ਕੌਨਫੀਡੈਂਸ ਬਿਲਡਅਪ ਹੋਊਗਾ। ਤੇ ਇਹ ਵਾਲੀਆਂ ਚੀਜ਼ਾਂ ਅੱਗੇ ਚੱਲ ਕੇ ਤੁਹਾਨੂੰ ਬਹੁਤ ਵਧੀਆ ਨਤੀਜੇ ਦੇਣਗੀਆਂ। ਤੇ ਮੇਰੇ ਵੱਲੋਂ, ਬਾਜਵਾ ਸਾਹਿਬ ਵੱਲੋਂ, ਰੰਗ ਬਰੈਂਪਟਨ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਜਾਂਦੇ ਵਾਰੀ ਸਤਿ ਸ੍ਰੀ ਅਕਾਲ, ਤੇ ਅਗਲੀ ਵਾਰੀ ਫਿਰ ਮਿਲਾਂਗੇ ਨਵਾਂ ਰੰਗ ਲੈ ਕੇ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।